ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਹਾਜ਼ਰ ਹਾਂ। ਤੇ ਕੋਸ਼ਿਸ਼ ਇਹ ਆ ਕਿ ਵੀ ਜੋ ਵੀ ਖਬਰਾਂ ਹੋਣ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਲਈਏ। ਤੇ ਅੱਜ ਕੱਲ੍ਹ ਕਿਉਂਕਿ ਕੰਮ ਸਾਡਾ ਕੱਚੀ ਤਾਰ ਸਹਾਰੇ ਚੱਲ ਰਿਹਾ, ਤੇ ਕੱਚੀ ਤਾਰ ਕੈਲਗਰੀ ਤੋਂ ਵਿਨੀਪੈਗ ਤੱਕ ਅਸੀਂ ਵਿਛਾਈ ਆ। ਜਿੱਦਾਂ ਆਮ ਤੌਰ 'ਤੇ ਫੌਜੀਆਂ ਦੀ ਛਾਉਣੀ ਹੁੰਦੀ ਨਾ ਜੀ, ਉਹ ਜਿੱਥੇ ਜੇ ਕਿਤੇ ਅੱਗੇ ਇੱਕ ਛੋਟੀ ਛਾਉਣੀ ਹੋਵੇ ਉੱਥੋਂ ਤੱਕ ਫਿਰ ਤਾਰ ਜੀ ਵਿਛਾ ਦਿੰਦੇ ਹੁੰਦੇ ਉੱਦਾਂ। ਤੇ ਅਗਲੇ ਮੋਰਚੇ ਤੇ ਆਪਣੇ ਨਾਲ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿਵੇਂ ਜੀ? ਆਵਾਜ਼ ਆਉਂਦੀ? ਹੈਲੋ ਹੈਲੋ 1 2 3 ਪੂਰੀ ਆਵਾਜ਼ ਜੀ, ਚੜ੍ਹਦੀ ਕਲਾ, ਬੱਲੇ ਬੱਲੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਬੜੇ ਵਧੀਆ ਨੇ ਮਹਾਰਾਜ ਜੀ। ਵਿਨੀਪੈਗ ਦੇ ਵਿੱਚ ਫਿਰ ਕਹਿੰਦੇ ਵੀ ਮੁਲਾਕਾਤਾਂ ਇਸ ਵਕਤ ਚੱਲ ਰਹੀਆਂ, ਤੇ ਕਿਵੇਂ ਦਾ ਮਾਹੌਲ ਚਾਲ ਆ? ਮਾਹੌਲ ਚਾਲ ਬਹੁਤ ਵਧੀਆ ਸੰਧਾਲੀਆ ਸਾਹਿਬ। ਕੱਲ ਬਜ਼ੁਰਗ ਮਿਲੇ ਸੀ ਆਪਾਂ। ਜਦੋਂ ਆ ਪ੍ਰਾਈਮ ਫੋਕਸ ਖਤਮ ਹੋਊਗਾ ਤੇ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ 1 ਘੰਟੇ ਦਾ ਬਜ਼ੁਰਗਾਂ ਨਾਲ ਪ੍ਰੋਗਰਾਮ ਜਿਹੜਾ ਉਹ ਦੇਖਾਂਗੇ। ਕਿਆ ਹੀ ਬਾਤਾਂ। ਮੈਂ ਹੈਰਾਨ ਸੀ ਕਿ ਆਪਾਂ ਤਾਂ ਬਰਫਾਂ ਭਰਿਆ ਹੀ ਵਿਨੀਪੈਗ ਸਮਝਦੇ ਸੀ, ਪਰ ਪੂਰੀਆਂ ਮੌਜਾਂ, ਲਹਿਰਾਂ ਬਹਿਰਾਂ। ਤਕਰੀਬਨ 40-45 ਬਜ਼ੁਰਗ ਹੋਣੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ, ਹਰਿਆਣੇ ਤੋਂ ਵੀ। ਉੱਥੇ ਤਾਸ਼ ਦੀ ਬਾਜੀ ਵੀ ਲੱਗੀ ਜਾਵੇ, ਰੱਸਾ ਵੀ ਖਿੱਚੀ ਜਾਂਦੇ ਆ। ਜਾਣੀ ਕਿ ਪੂਰੀਆਂ ਕਮਾਲਾਂ ਸੀ। ਜਿਹੜੀ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਭਾਈ ਵਿਦੇਸ਼ਾਂ ਦੇ ਵਿੱਚ ਬਜ਼ੁਰਗ ਇਕੱਲਤਾ ਦਾ, ਇਕੱਲੇਪਣ ਦਾ ਸ਼ਿਕਾਰ ਹੋ ਜਾਂਦੇ ਆ, ਉਹ ਤਾਂ ਇੱਥੇ ਚੀਜ਼ ਕਿਤੇ ਦੂਰ ਦੂਰ ਤੱਕ ਨਜ਼ਰ ਹੀ ਨਹੀਂ ਆਈ। ਬਜ਼ੁਰਗ ਆਪਣੇ ਸਾਈਕਲ ਤੇ ਵੀ ਆਉਂਦੇ ਆ, ਪਾਣੀ ਦੀ ਬੋਤਲ ਕੋਲ, ਉੱਥੇ ਬੈਠ ਕੇ ਆਰਾਮ ਨਾਲ ਗੱਪ-ਸ਼ੱਪ ਕਰਦੇ। ਤੇ ਸਭ ਤੋਂ ਵੱਡੀ ਗੱਲ, ਆਪਾਂ ਐਵੇਂ ਹੀ ਕਈ ਗੁੰਝਲਾਂ 'ਚ ਫਸੇ ਹੁੰਦੇ ਆ। ਮੈਂ ਜਲੰਧਰੀ ਆ ਬਈ, ਮੈਂ ਫਿਰੋਜ਼ਪੁਰੀ ਆ ਬਈ, ਮੈਂ ਹੁਸ਼ਿਆਰਪੁਰੀ ਆ ਬਈ, ਮੈਂ ਤਰਨਤਾਰਨ ਦਾ ਬਈ। ਸਾਰੇ ਪੰਜਾਬ ਦੇ ਬਜ਼ੁਰਗ ਇੱਕੋ ਹੀ ਥਾਂ ਬੈਠੇ, ਇੱਕੋ ਹੀ ਸਾਂਝਾ ਸੁਨੇਹਾ ਕਿ ਭਾਈ ਆਪਾਂ ਪੰਜਾਬ ਦੇ ਲਈ ਕਿਵੇਂ ਵਧੀਆ ਕਰ ਸਕਦੇ ਹਾਂ। ਹਾਂ, ਰਾਜਨੀਤਿਕ ਲੀਡਰ ਜਿਹੜੇ ਨੇ ਪੰਜਾਬ ਦੇ, ਕਿਉਂਕਿ ਬਜ਼ੁਰਗ ਨੇ 40-40, 50, 60, 70 ਸਾਲ ਦਾ ਤਜਰਬਾ, ਉਹਨਾਂ ਨੂੰ ਤਾਂ ਇਦਾਂ ਢੇੜਦੇ ਆ ਨਾ ਜਿੱਦਾਂ ਬੀਬੀਆਂ ਪੁਰਾਣਾ ਸਵਾਟਰ ਢੇੜਦੀਆਂ ਹੁੰਦੀਆਂ। ਐਂ ਕਰਕੇ ਨਾ ਉਹਨੂੰ ਇਕੱਠੀ ਕਰ ਲਈਏ, ਕੁਛ ਨਵਾਂ ਬਣਾਵਾਂਗੇ। ਨਹੀਂ ਚਲੋ ਦੇਖੋ, ਕਾਰਨ ਇਹ ਆ ਵੀ ਉਹ ਜਿਹੜਾ ਤਜਰਬਾ, ਉਸ ਤਜਰਬੇ ਦਾ ਕਰਕੇ ਤੇ ਵਿਨੀਪੈਗ ਬੈਠੇ ਅਗਲੇ, ਜਾਂ ਇੱਥੇ ਕੈਲਗਰੀ ਬੈਠੇ ਆ, ਜਾਂ ਕੈਨੇਡਾ ਦੀਆਂ ਹੋਰਨਾਂ ਥਾਵਾਂ ਤੇ, ਜਾਂ ਹੋਰਨਾਂ ਥਾਵਾਂ ਤੇ ਦੁਨੀਆ 'ਚ। ਗੱਲ ਇਹ ਆ ਵੀ ਜੇ ਉੱਥੇ ਸਾਰਾ ਕੁਝ ਸੈੱਟ ਹੁੰਦਾ ਤੇ ਜਿਹੜਾ ਨਜ਼ਾਰਾ ਉੱਥੇ ਬੋਰਡ ਥੱਲੇ ਜਾਂ ਪਿੱਪਲ ਥੱਲੇ ਤਾਸ਼ ਕੁੱਟਣ ਦਾ ਆਉਣਾ ਸੀਗਾ, ਉਹ ਨਹੀਂ ਸੀ ਨਾ ਲੱਭਣਾ। ਪਰ ਕਾਰਨ ਆ ਵੀ ਗਾਂ ਹੁਣ ਧੀਆਂ ਪੁੱਤ ਜਿਹੜੇ, ਉਹਨਾਂ ਨੇ ਵੇਖਿਆ ਵੀ ਨਹੀਂ ਬਾਪੂ ਮੈਂ ਕਿਤੇ ਹੋਰ ਆਲਣਾ ਪਾਉਣਾ, ਤੇ ਜਿੱਥੇ ਫਿਰ ਉਹਨਾਂ ਨੇ ਆਲਣਾ ਪਾਉਣਾ ਉਹਦੇ ਮਗਰ ਹੀ ਫਿਰ ਬਾਪੂ ਨੂੰ ਵੀ ਜਾਣਾ ਪੈਣਾ। ਸੋ ਇਹ ਜਿਹੜਾ ਉਹ ਸਵਾਟਰਾਂ ਨੂੰ ਦੇੜਦੇ ਆ, ਉਹ ਇਸੇ ਕਰਕੇ ਦੇੜਨਾ ਪੈਂਦਾ ਵੀ ਉਹ ਜਿਹੜਾ ਦਰਦ ਵਾ ਉਹ ਵਿੱਚ ਲੁਕਿਆ। ਕਿਉਂਕਿ ਜੇ ਸਾਰਾ ਕੁਝ ਸੈੱਟ ਹੁੰਦਾ ਫਿਰ ਕਿਸੇ ਨੂੰ ਜਾਣ ਦੀ ਲੋੜ ਕੀ ਸੀ? ਦੇਖੋ, ਇਹ ਤਾਂ ਗੱਲ ਸਾਡੇ ਨਾ ਲੀਡਰਸ਼ਿਪ ਜਿਹੜੀ ਪੰਜਾਬ ਦੀ, ਸਾਡੀ ਸਤਿਕਾਰਯੋਗ, ਸਨਮਾਨਯੋਗ ਲੀਡਰਸ਼ਿਪ ਆ, ਉਹਨਾਂ ਨੂੰ ਸਮਝਣੀ ਪਊ। ਸੰਧਾਲੀਆ ਸਾਹਿਬ, ਤੁਹਾਡੇ ਇਲਾਕੇ ਦੇ ਇੱਕ ਭਾਈ ਸਾਹਿਬ ਮਿਲੇ, ਬਜ਼ੁਰਗ ਤਾਂ ਨਹੀਂ ਆਖੂੰਗਾ ਉਹਨਾਂ ਨੂੰ, ਤਕੜਾ ਜੁੱਸਾ ਭਲਵਾਨਾਂ ਵਾਲਾ। ਤੇ ਮੈਂ ਉਹਨਾਂ ਨੂੰ ਪੁੱਛਿਆ ਭਲਵਾਨੀ ਕਰਦੇ ਰਿਹਾ? ਕਹਿੰਦੇ ਨਹੀਂ, ਭਤੀਜਾ ਕਰਦਾ ਹੀ ਭਲਵਾਨੀ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਆਏ ਹੋ, ਕਹਿੰਦੇ ਆਇਆ ਭਾਵੇਂ ਵਿਜ਼ਟਰ ਵੀਜ਼ੇ ਤੇ ਆ, ਪਰ ਨਿਆਣੇ ਹੁਣ ਬਾਹਰ ਆ ਗਏ। 60 ਸਾਲ ਪੁਰਾਣੀ ਦੁਕਾਨ ਕਹਿੰਦੇ ਬੰਦ ਕਰਨੀ ਪਈ, ਚਲਦੀ ਵਾਹਵਾ ਸੀ। 60 ਸਾਲ ਪੁਰਾਣੀ। ਤੁਸੀਂ ਇਹ ਦੇਖੋ, 20 ਸਾਲ ਇੱਕ ਪੀੜ੍ਹੀ ਆਪਾਂ ਐਵਰੇਜ ਮੰਨ ਕੇ ਚੱਲਦੇ ਹੁੰਦੇ ਆ ਕਿ ਪੂਰਾ ਠੋਕ ਕੇ ਕੰਮ ਕਰਦੀ ਹੈ। ਜਾਣੀ ਕਿ ਜਿਹੜੀ ਉਹਨਾਂ ਦੀ ਦੁਕਾਨ 3 ਪੀੜ੍ਹੀਆਂ ਪਹਿਲਾਂ ਦਾਦੇ ਨੇ ਖੋਲ੍ਹੀ ਹੋਊ, ਮੁੜ ਕੇ ਬਾਪੂ ਨੇ ਚਲਾਈ ਹੋਊ, ਫਿਰ ਉਹਨਾਂ ਨੇ ਚਲਾਈ ਹੋਊਗੀ, ਕਾਹਦੇ ਕਰਕੇ ਬੰਦ ਕਰਨੀ ਪਈ? ਉਹ ਕਹਿੰਦੇ ਜੀ ਜੇ ਉੱਥੇ ਹੀ ਠੀਕ ਹੁੰਦਾ ਸਾਰਾ ਕੁਛ ਤਾਂ ਫਿਰ ਕਾਹਨੂੰ ਆਉਂਦੇ? ਉੱਥੇ ਕਹਿੰਦੇ ਜੀ ਧਮਕੀਆਂ ਮਿਲਦੀਆਂ, ਨਿੱਕੇ ਨਿਆਣੇ ਹੁੰਦੇ ਆ, ਨਿਆਣਿਆਂ ਤੋਂ ਵੱਧ ਕੇ ਤਾਂ ਕੁਛ ਨਹੀਂ, ਫਿਰ ਸ਼ਟਰ ਸਿੱਟ ਦਿੱਤਾ, ਨਿਆਣੇ ਬਾਹਰ ਭੇਜ ਦਿੱਤੇ। ਜਾਣੀ ਮਹਿਸੂਸ ਹੁੰਦਾ ਸੀ ਉਸ ਵੇਲੇ ਕਿ ਇੱਕ ਘਰ ਬਣਾਇਆ ਹੋਵੇ, ਇੱਕ ਕਮਰਾ ਬਣਾਇਆ ਹੋਵੇ ਨਾ, ਤਾਂ ਬੰਦੇ ਦਾ ਦਿਲ ਦੁਖਦਾ ਹੁੰਦਾ, ਉਹਨੂੰ ਖਤਮ ਕਰਨਾ ਹੋਵੇ। ਤੇ 60 ਸਾਲ ਪੁਰਾਣਾ ਸ਼ਟਰ ਜਿਹੜਾ ਰੋਜ਼ ਸਵੇਰੇ ਚੱਕਦੇ ਹੋਣੇ ਆ, ਸ਼ਾਮ ਨੂੰ ਸੁੱਟਦੇ ਹੋਣੇ ਆ, ਮਹਾਰਾਜ ਦਾ ਨਾਂ ਲੈਂਦੇ ਹੋਣੇ ਆ ਕਿ ਭਾਈ ਮਹਾਰਾਜ ਸੁੱਖ ਰੱਖੀ, ਬਰਕਤਾਂ ਪਾਈ, ਗਾਹਕ ਆਉਣ, ਉਹਨਾਂ ਨੂੰ ਵਧੀਆ ਸੌਦਾ ਵੇਚੀਏ, 4 ਪੈਸੇ ਸਾਡੇ ਵੱਟੇ ਜਾਣ, ਉਹਨਾਂ ਨੂੰ ਵੀ ਖਰਾ ਸੌਦਾ ਦਈਏ। ਉਹਦਾ ਜਦੋਂ ਆਖਰੀ ਵਾਰੀ ਸ਼ਟਰ ਸਿੱਟਿਆ ਹੋਣਾ ਨਾ, ਤੇ ਸ਼ਟਰ ਸਿੱਟੇ ਜਾਣ ਦੀ ਜਿਹੜੀ ਆਵਾਜ਼ ਆ ਸੁਣੀ ਉਹਨਾਂ ਨੇ ਹੋਣੀ ਹੈ, ਖੜਕੀ ਮੇਰੇ ਕੰਨਾਂ ਜਾਂਦੀ ਹੈ। ਨਹੀਂ ਉਹ ਤਾਂ ਗੱਲ ਹੈਗੀ ਆ। ਮੈਂ ਤਾਂ ਹੀ ਕਿਹਾ ਕਿ ਵੀ ਉੱਦਾਂ ਕਿਸੇ ਦਾ ਚਿੱਤ ਥੋੜ੍ਹਾ ਕਰਦਾ ਜੀ ਉੱਥੋਂ ਸਾਰਾ ਕੁਝ ਛੱਡਾ ਕੇ ਦੂਰ ਆਉਣ ਨੂੰ। ਪਰ ਚਲੋ ਜੋ ਵੀ ਆ, ਮੈਂ ਨਾ ਫਿਰ ਵੀ ਕਰਮਾਂ ਭਾਗਾਂ ਵਾਲੇ ਥਾਂ ਆ ਜਿਨ੍ਹਾਂ ਨੇ ਫਿਰ ਵੀ ਕਲਾਵੇ 'ਚ ਲਿਆ, ਉਹ ਕੰਮ ਧੰਦੇ ਵੀ ਖੋਲ੍ਹ ਕੇ ਦਿੱਤੇ, ਸਾਰਾ ਕੁਝ ਰਹਿਣ ਸਹਿਣ ਨੂੰ ਦਿੱਤਾ। ਹਾਂ, ਫਿਰ ਵੀ ਯਾਦਾਂ ਤਾਂ ਰਹਿੰਦੀਆਂ ਹੀ ਆ, ਕਿਉਂਕਿ ਕਈ ਵਾਰ ਆਪਾਂ ਗੱਲ ਕਰਦੇ ਹੁੰਦੇ ਵੀ ਯਾਰ ਪਿੰਡ 'ਚੋਂ ਬੰਦਾ ਨਿਕਲ ਜਾਂਦਾ ਪਰ ਬੰਦੇ 'ਚੋਂ ਪਿੰਡ ਨਹੀਂ ਨਿਕਲਦਾ। ਸੋ ਜਿਹੜੇ ਬੰਦੇ ਦੇ ਅੰਦਰ ਪਿੰਡ ਵੜੇ ਨੇ, ਉਹ ਜਿੱਥੇ ਜਾ ਕੇ ਆਪਾਂ ਕਿਤੇ ਗੱਲ ਕਰਾਂਗੇ, ਉਹ ਪਿੰਡ ਦੀ ਗੱਲ ਫਿਰ ਦੁਬਾਰਾ ਤੁਰ ਪੈਂਦੀ ਆ। ਚਲੋ ਅਜੇ ਤੁਸੀਂ ਹੈਗੇ ਆ ਉੱਥੇ, ਅਜੇ ਗੱਲਾਂ ਬਾਤਾਂ ਹੋਣੀਆਂ। ਮੇਰਾ ਖਿਆਲ ਐਤਵਾਰ ਨੂੰ ਤੁਸੀਂ ਗੱਲ ਕਰਦੇ ਸੀ ਕਿ ਉੱਥੇ ਨਗਰ ਕੀਰਤਨ ਆ ਜੀ? ਹਾਂ ਬਿਲਕੁਲ ਜੀ, ਐਤਵਾਰ ਨੂੰ ਨਗਰ ਕੀਰਤਨ ਹੈ। ਹੋਰ ਵੀ ਕਾਫੀ ਪ੍ਰੋਗਰਾਮ ਨੇ ਜੀ ਜਿਨ੍ਹਾਂ ਦੇ ਵਿੱਚ ਜਾਣ ਦਾ ਮੈਨੂੰ ਲੱਗਦਾ ਕਿ ਮੌਕਾ ਮਿਲੂਗਾ, ਪਰ ਨਗਰ ਕੀਰਤਨ ਦੇ ਲਈ ਸੰਗਤ ਦੇ ਵਿੱਚ ਉਤਸ਼ਾਹ ਪੂਰਾ ਹੈ। ਉਹ ਸਾਰੇ ਤਿਆਰੀ ਖਿੱਚ ਕੇ ਬੈਠੇ ਆ ਕਿ ਭਾਈ ਕੋਵਿਡ ਦੇ ਕਰਕੇ 2-3 ਸਾਲ ਜਿਹੜਾ ਇਧਰਲੇ ਪਾਸੇ
ਸਰਕਾਰ ਨੇ ਆਯੋਜਨ ਨਹੀਂ ਕਰਨ ਦਿੱਤੇ, ਮਜਬੂਰੀ ਸੀ, ਸਰਕਾਰਾਂ ਕਿਹੜਾ ਚਾਹੁੰਦੀਆਂ ਸੀ। ਪਰ ਹੁਣ ਪੂਰਾ ਉਤਸ਼ਾਹ ਜੀ ਉਦੋਂ ਨੂੰ ਠੋਕ ਵਜਾ ਕੇ ਰੌਣਕਾਂ ਲੱਗਣਗੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਮੈਨੂੰ ਸੰਧਾਲੀਆ ਸਾਹਿਬ ਇੱਕ ਗੱਲ ਦੱਸਿਓ, ਕਈ ਵਾਰੀ ਨਾ ਕਲਾਸ ਦੇ ਵਿੱਚ ਜੇ ਕੋਈ ਨਿੱਕਾ ਨਿਆਣਾ ਵਿਦਿਆਰਥੀ ਕੋਈ ਗਲਤੀ ਕਰ ਬੈਠੇ, ਉਹਨੂੰ ਕਹਿੰਦੇ ਹੁੰਦੇ ਆ ਕੰਨ ਫੜ ਲਾ, ਬਾਹਾਂ ਖੜੀਆਂ ਕਰਦੇ, ਬਾਹਰ ਧੁੱਪੇ ਖੜਾ ਹੋ ਜਾ, ਬਾਹਰ ਟਾਲੀ ਨਾਲ ਨੱਕ ਲਾ ਕੇ ਖੜਾ ਹੋ ਜਾ, ਜਾਂ ਉਹ ਗਰਾਊਂਡ ਦਾ ਚੱਕਰ ਕੱਢ ਕੇ ਜਾ, ਕੋਈ ਨਾ ਕੋਈ ਸਜ਼ਾ ਹੁੰਦੀ ਹੈ। ਆਪ ਤੋਂ ਹੀ ਬੜੇ ਬਾਹੂ ਬਣ ਕੇ ਬੈਠੇ ਆ, ਚੰਗੇ ਤਰੀਕੇ ਨਾਲ ਮੇਰਾ ਕੋਟ ਕਾਟ ਹੀ ਲਹਾਤਾ। ਦੇਖੋ ਜੀ ਅਸੀਂ ਤੇ ਆਖਿਆ ਵੀ ਲੈ ਕੇ ਜਾਓ। ਹੁਣ ਜਦੋਂ ਬੰਦੇ ਨੂੰ ਹੋਵੇ ਵੀ ਹਾਂ ਨਾ ਨਾ ਨਾ, ਜਦੋਂ ਜਵਾਕ ਨਹੀਂ ਮਤਲਬ ਸਕੂਲੋਂ ਇੱਕ ਵਾਰ ਛੁੱਟੀ ਹੋ ਜਾਂਦੀ ਤੇ ਉਹ ਕਹਿੰਦਾ ਨਾ ਹੁਣ ਮੈਂ ਯੂਨੀਫਾਰਮ ਪਾਉਣੀ ਨਹੀਂ। ਹੁਣ ਜਦੋਂ ਬੰਦਾ ਇੱਦਾਂ ਭੱਜਾ ਹੋਵੇ ਤੇ ਫਿਰ ਉਹਦਾ ਕੋਟ ਹੁਣ ਮਗਰ ਥੋੜਾ ਹੀ ਦੇਣ ਆਉਣਾ। ਮਹਾਰਾਜ ਭੱਜਣਾ ਹੀ ਆ। ਤੇ ਹੁਣ ਜੇ ਤੁਸੀਂ ਕਹੋ ਕਿ ਭਾਈ ਮੇਰੀ ਜਗ੍ਹਾ ਦੇ ਉੱਤੇ ਜ਼ਿੰਮੇਵਾਰੀ ਸਾਰੀ ਤੂੰ ਲੈ ਲਾ, ਹੁਣ ਕੋਈ ਗੱਲ ਨਹੀਂ, ਤੂੰ ਸਿਰ ਲੈ ਲਾ, ਕੇਸ ਸਿਰ ਲੈ ਲਾ, ਬਾਕੀ ਛਡਾ ਲਵਾਂਗੇ, ਵਕੀਲ ਹੈਗੇ ਆਪਣੇ ਕੋਲ, ਫਿਰ ਬੰਦਾ ਭੱਜਦਾ ਹੀ ਆ ਭਰਾ। ਜ਼ਿੰਮੇਵਾਰੀ ਵਾਲੀ ਗੱਲ ਨਹੀਂ ਹੈਗੀ, ਇਹ ਸਕੂਲੋਂ ਛੁੱਟੀ ਵਾਲੀ ਗੱਲ ਹੁੰਦੀ ਹੈ ਵੀ ਜਦੋਂ ਬੰਦਾ ਭੱਜ ਜਾਂਦਾ ਨਾ ਫਿਰ ਉਹ ਕਹਿੰਦਾ ਵਰਦੀ ਵੀ ਨਹੀਂ ਪਾਉਣੀ, ਸਕੂਲੇ ਤੇ ਆਉਣਾ ਦੂਰ ਦੀ ਗੱਲ ਹੈ। ਪਰ ਚਲੋ 4 ਦਿਨ ਤੁਸੀਂ ਫਿਰ ਤੁਰ ਲਓ। ਗੱਲ ਖਬਰਾਂ ਵਾਲੇ ਪਾਸੇ ਨੂੰ ਮੋੜਾ ਕੱਟੀਏ। WhatsApp ਤੇ ਸਾਰਾ ਮਤਲਬ ਕਰੀਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚੋਂ, ਉਹ ਗਏ ਜੀ ਇਕੱਠੇ ਹੋ ਕੇ ਰਾਜਪਾਲ ਸਾਹਿਬ ਦੇ ਕੋਲ ਤੇ ਉਹਨਾਂ ਨੇ ਜਾ ਕੇ ਉੱਥੇ ਮੰਗ ਪੱਤਰ ਦਿੱਤਾ। ਉਹ ਕਹਿੰਦੇ ਮਹਾਰਾਜ ਜਿਹੜਾ ਕੰਮ ਦਿੱਲੀ 'ਚ ਹੋ ਗਿਆ ਉਹੀ ਕੰਮ ਪੰਜਾਬ ਹੋਇਆ। ਤੇ ਜਦੋਂ ਫਿਰ ਦਿੱਲੀ ਦੇ ਵਿੱਚ ਕਹਿੰਦੇ CBI ਵਾਲਿਆਂ ਨੇ ਛਾਪੇ ਮਾਰੇ ਆ, ED ਵਾਲੇ ਲੱਭਦੇ ਫਿਰਦੇ ਨੇ ਕਾਗਜ਼ ਪੱਤਰ, ਤੇ ਫਿਰ ਮਹਾਰਾਜ ਸੇਮ ਕੇਸ ਦੇ ਲਈ, ਜਦੋਂ ਕੇਸ ਦੀ ਤੁਸੀਂ ਗੱਲ ਕੀਤੀ ਨਾ, ਤੇ ਸੇਮ ਹੀ ਕੇਸ ਕਹਿੰਦੇ ਪੰਜਾਬ 'ਚ ਹੋ ਗਿਆ। ਇੱਥੇ ਕੋਈ ਜਾਂਚ ਪੜਤਾਲ ਵਾਲੀ ਗੱਲ ਨਹੀਂ ਹੁੰਦੀ। ਤੇ ਆਹ ਲਓ ਮਹਾਰਾਜ ਸਾਡਾ ਮੰਗ ਪੱਤਰ ਆ। ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਕਰੋੜਾਂ ਰੁਪਈਆਂ ਦਾ ਆਬਕਾਰੀ ਨੀਤੀ ਨੂੰ ਲੈ ਕੇ, ਕਿਉਂਕਿ ਆਬਕਾਰੀ ਨੀਤੀ ਸ਼ਰਾਬ ਵਾਲੀ ਨੀਤੀ ਆਈ ਤੇ ਦਿੱਲੀ ਮਾਰਕਾ ਆ, ਤੇ ਫਿਰ ਪੰਜਾਬ ਦੇ ਵਿੱਚ ਇਹਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਇਹ ਅਕਾਲੀ ਦਲ ਨੇ ਜਾ ਕੇ ਡਿਮਾਂਡ ਕੀਤੀ ਆ। ਦੇਖੋ, ਅਕਾਲੀ ਦਲ ਦੀ ਲੀਡਰਸ਼ਿਪ ਨੇ ਚੰਗਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਣੀ ਕਿ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿਛਲੇ ਦਿਨੀ ਜਦੋਂ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਸੀ ਨਾ ਕਿ 500 ਕਰੋੜ ਰੁਪਏ ਦਾ ਘੁਟਾਲਾ ਕਰਨ ਦੀ ਫੁੱਲ ਤਿਆਰੀ ਸੀ, ਉਹ ਕਹਿੰਦੇ ਦਿੱਲੀ ਵਾਲੀ ਪਾਲਿਸੀ ਇੱਥੇ ਆ। ਉਸ ਦਿਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ, ਕਹਿੰਦੇ CBI ਜਮਾਂ ED ਦੋਨੋਂ ਵੱਡੀਆਂ ਏਜੰਸੀਆਂ, ਦੋਨੋਂ ਕੇਂਦਰ ਦੀਆਂ ਏਜੰਸੀਆਂ, ਕਿ ਇੱਥੋਂ ਜਾਂਚ ਹੋਵੇ ਗੱਲ ਤਾਂ ਬਣਦੀ ਹੈ। ਆਪਾਂ ਗੱਲ ਸੁਣ ਲਈ। ਤੇ ਉਦੋਂ ਆਪਾਂ 2 ਚੀਜ਼ਾਂ ਕਹੀਆਂ ਸੀ। ਇੱਕ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਇਹਦੇ ਵਿੱਚੋਂ ਰੁਪਈਆ ਧੇਲਾ ਨਹੀਂ ਕਮਾਇਆ 2 ਨੰਬਰ 'ਚ, ਉਹਨਾਂ ਨੂੰ ਚੱਕ ਕੇ ਮਾਨਹਾਨੀ ਦਾ ਕੇਸ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਕਰਨਾ ਚਾਹੀਦਾ ਕਿ ਭਾਈ ਉਹ ਝੂਠਾ ਇਲਜ਼ਾਮ ਲਾਉਂਦੇ ਆ। ਦੂਸਰਾ, ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਬੇਨਤੀ ਕੀਤੀ ਸੀ ਕਿ ਠੀਕ ਹੈ ਜੀ, ਤੁਸੀਂ ਇਲਜ਼ਾਮ ਲਾਤੇ, ਪ੍ਰੈਸ ਕਾਨਫਰੰਸ ਕੀਤੀ, ਬਹੁਤ ਸੋਹਣਾ ਹੋਇਆ, ਕੋਈ ਘਪਲਾ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਹੋਇਆ ਉਹ ਬਾਹਰ ਲਿਆਂਦਾ, ਪਰ ਚੰਗਾ ਹੋਵੇ ਜੇ ਤੁਸੀਂ ਅਦਾਲਤ ਜਾਓ, ਥਾਣੇ ਜਾਓ, ਕਚਹਿਰੀ ਜਾਓ, ਤੇ ਜਾ ਕੇ ਉੱਥੇ ਪ੍ਰੋਪਰ ਜਿਹੜੇ ਤੁਹਾਡੇ ਕੋਲੇ ਸਬੂਤ ਨੇ ਕਿ ਇਸ ਹੋਟਲ ਦੀ 5ਵੀਂ ਮੰਜ਼ਿਲ ਦੇ ਉੱਤੇ ਆਹ ਕੁਛ ਹੋਇਆ, ਕੰਪਲੇਂਟ ਦਰਜ ਕਰਾਓ। ਕਿਉਂਕਿ ਪ੍ਰੈਸ ਕਾਨਫਰੰਸ ਤਾਂ ਹਵਾ 'ਚ ਪਾਈ, ਦੂਜੇ ਦਿਨ ਕੋਈ ਹੋਰ ਕਰ ਦਿੰਦਾ, ਪਹਿਲੀ PC ਦਾ ਚੇਤਾ ਭੁੱਲ ਜਾਂਦਾ। ਅਕਾਲੀ ਦਲ ਨੇ ਚੰਗਾ ਕੀਤਾ। ਸੁਖਬੀਰ ਸਿੰਘ ਬਾਦਲ ਸਾਹਿਬ ਗਏ, ਨਾਲ ਭੂੰਦੜ ਸਾਹਿਬ ਗਏ, ਨਾਲ ਬਾਕੀ ਲੀਡਰਸ਼ਿਪ ਗਈ। ਬਨਵਾਰੀ ਲਾਲ ਪ੍ਰੋਹਤ ਸਾਹਿਬ ਸਾਡੇ ਰਾਜਪਾਲ ਨੇ, ਉਹਨਾਂ ਨੂੰ ਬੇਨਤੀਆਂ 3-4 ਕੀਤੀਆਂ। ਉਹ ਕਹਿੰਦੇ ਜੀ ਦੇਖੋ, ED ਤੇ CBI ਤੋਂ ਤੁਸੀਂ ਜਾਂਚ ਕਰਵਾਓ, ਕਿਉਂਕਿ ਪਾਲਿਸੀ ਸੇਮ ਆ ਦਿੱਲੀ ਵਾਲੀ ਪੰਜਾਬ 'ਚ, ਤੇ ਉੱਥੇ ਪਤਾ ਲੱਗ ਗਿਆ ਕਿ ਰੌਲਾ ਰੱਪਾ ਤੇ ਪੰਜਾਬ 'ਚ ਵੀ ਹੈ। ਉਹੀ L1 ਲਾਇਸੈਂਸ ਦੀ ਗੱਲ, ਪਹਿਲੀ ਮੰਗ ਕਿ ਪਹਿਲਾਂ 100-125 ਬੰਦੇ ਕੋਲ ਕਹਿੰਦੇ L1 ਲਾਇਸੈਂਸ, ਜਾਣੀ ਕਿ ਥੋਕ ਦੇ ਵਿੱਚ ਫੈਕਟਰੀ ਤੋਂ ਸ਼ਰਾਬ ਖਰੀਦ ਕੇ ਅੱਗੇ ਛੋਟੇ ਠੇਕੇ ਵਾਲਿਆਂ ਨੂੰ ਵੇਚਣ ਦਾ ਅਧਿਕਾਰ L1 ਲਾਇਸੈਂਸ ਦਿੰਦਾ ਹੈ, ਕਿ ਪਹਿਲਾਂ 100 ਬੰਦੇ ਕੋਲ ਹੁੰਦਾ ਸੀ, ਹੁਣ 1-2 ਬੰਦਿਆਂ ਕੋਲ ਕਿਉਂ ਇਹਨਾਂ ਨੇ ਰੁਪਈਏ ਖਾਦੇ। ਦੂਸਰਾ, ਉਹ ਕਹਿੰਦੇ ਕਮਿਸ਼ਨ ਸੀ ਇਹਨਾਂ ਦਾ 5% ਵਧਾ ਕੇ ਦੁੱਗਣਾ ਕਰ ਦਿੱਤਾ, 10% ਦੀ L1 ਲਾਇਸੈਂਸ ਜਾਣੀ ਥੋਕ ਦੇ ਵਿੱਚ ਸ਼ਰਾਬ ਵੇਚਣ ਵਾਲਿਆਂ ਦਾ। ਉੱਪਰਲਾ ਕਹਿੰਦੇ 5% ਕਮਿਸ਼ਨ ਗਿਆ ਕਿੱਥੇ, ਇਹਨਾਂ ਦੀ ਜੇਬ ਦੇ ਵਿੱਚ ਆਇਆ, ਜਾਂਚ ਕਰਾਓ। ਤੀਸਰੀ ਗੱਲ ਉਹਨਾਂ ਨੇ ਨਾਲ ਲੱਗਦੀ ਕਹਿਤੀ, ਉਹ ਕਹਿੰਦੇ ਪੰਜਾਬ ਦਾ ਐਕਸਾਈਜ਼ ਕਮਿਸ਼ਨਰ, ਪੰਜਾਬ ਦੇ ਵਿੱਚ ਵੱਡੀ ਪੋਸਟ ਹੈ ਐਕਸਾਈਜ਼ ਕਮਿਸ਼ਨਰ ਦੀ, ਤੇ ਨਾਲ ਹੀ ਫਾਈਨਾਂਸ ਕਮਿਸ਼ਨਰ। ਉਹ ਕਹਿੰਦੇ ਪੰਜਾਬ ਦੇ 2 ਅਧਿਕਾਰੀ ਹੋਣ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰੇ ਕਿਉਂ ਜਾਣ, ਉਹਨਾਂ ਨੂੰ ਕੀ ਕਹਿਣ ਗਏ ਸੀ, ਕੀ ਸੁਣਨ ਗਏ ਸੀ, ਕੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਉੱਪਰੋਂ ਹੁਕਮ ਦਿੱਤਾ ਗਿਆ ਮਨੀਸ਼ ਸਿਸੋਦੀਆ ਸਾਹਿਬ ਵੱਲੋਂ? ਕਹਿੰਦੇ ਜਾਂਚ ਕਰਾਈ ਜਾਵੇ ਕਿ ਪੰਜਾਬ ਦੇ 2 ਅਫਸਰ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਘਰੇ ਕਰਨ ਕੀ ਗਏ ਸੀ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਗਏ ਆ, ਚੰਗਾ ਹੋਇਆ ਰਾਜਪਾਲ ਸਾਹਿਬ ਕੋ ਗਏ ਆ, ਰਾਜਪਾਲ ਸਾਹਿਬ ਜਾਂਚ ਦਾ ਹੁਕਮ ਦੇਣ ਜੇ ਉਹਨਾਂ ਨੂੰ ਚੰਗਾ ਲੱਗਦਾ। ਪਰ ਇੱਕ ਗੱਲ ਹੋਰ ਹੈ, ਜ਼ਰੂਰੀ ਨਹੀਂ ਕਿ ਜਿਹੜੀ ਵੀ ਫਾਈਲ ਰਾਜਪਾਲ ਸਾਹਿਬ ਦੇ ਕੋਲ ਜਾਂਦੀ ਹੈ ਉਹਦੇ ਤੇ ਕਾਰਵਾਈ ਹੋ ਜਾਂਦੀ ਹੈ। ਆ ਤੁਹਾਨੂੰ ਯਾਦ ਹੋਣਾ
ਇੱਕ ਵਾਰੀ ਪਹਿਲਾਂ ਵੀ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਲੀਡਰ ਇਕੱਠੇ ਹੋ ਕੇ ਰਾਜਪਾਲ ਸਾਹਿਬ ਦੇ ਕੋਲੇ ਗਏ ਸੀ ਇੱਕ ਫਾਈਲ ਲੈ ਕੇ। ਕਿੰਨੀਆਂ ਪਾਰਟੀਆਂ, ਇੱਕ ਅੱਧੀ ਪਾਰਟੀ ਨੂੰ ਛੱਡ ਕੇ। ਉਹ ਫਾਈਲ ਤਾਂ ਅੱਜ ਤੱਕ ਨਹੀਂ ਲੱਭੀ, ਉਹ ਫਾਈਲ ਕਿਤੇ ਹੋਰ ਹੀ ਗੁਆਚੀ ਹੋਈ ਹੈ। ਇਸ ਕਰਕੇ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਹਿੰਦੇ ਤੁਸੀਂ ਚੰਗਾ ਕੀਤਾ ਪ੍ਰੈਸ ਕਾਨਫਰੰਸ ਤੋਂ ਰਾਜਪਾਲ ਸਾਹਿਬ ਤੱਕ ਪੁੱਜੇ, 5-7 ਦਿਨ ਦੇਖਿਓ, ਨਹੀਂ ਤਾਂ ਕਿਸੇ ਥਾਣੇ ਜਾਂ ਕਿਸੇ ਅਦਾਲਤ ਦੇ ਵਿੱਚ ਜਾ ਕੇ ਕੇਸ ਪਾ ਦਿਓ, ਕਿਉਂਕਿ ਮਾਮਲਾ ਵੱਡਾ। ਤੁਸੀਂ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਕਹਿੰਦੇ ਹੋ ਮੌਜੂਦਾ ਸਰਕਾਰ ਨੂੰ, ਇੱਕ ਵਾਰੀ ਸਾਬਤ ਕਰ ਦਿਓ, ਬੱਲੇ ਬੱਲੇ ਹੋ ਜਵੇ। ਨਹੀਂ ਦੇਖੋ, ਗੱਲ ਇਹ ਆ ਕਿ ਵੀ ਜਦੋਂ ਉਹਨਾਂ ਨੂੰ ਪਤਾ ਵੀ ਇੱਕ ਕੇਸ ਦੇ ਵਿੱਚ ਇੱਕ ਥਾਂ ਦੇ ਉੱਪਰ ਕਾਰਵਾਈ ਹੋਈ ਆ ਤੇ ਸੇਮ ਚੀਜ਼ ਉਹ ਕਹਿੰਦੇ ਪੰਜਾਬ 'ਚ ਲਾਗੂ ਆ, ਤੇ ਫਿਰ ਕਾਰਵਾਈ ਇੱਥੇ ਕਿਉਂ ਨਹੀਂ? ਹੁਣ ਹੋ ਸਕਦਾ ਕਿ ਵੀ ਇਹ ਚੀਜ਼ ਕੇਂਦਰ ਸਰਕਾਰ ਦੇ ਵੀ ਧਿਆਨ 'ਚ ਹੋਵੇ, ਕਿਉਂਕਿ ਜਿਹੜੀ ਗੱਲ ਜੇ ਮੰਨ ਲਓ ਅਕਾਲੀ ਦਲ ਨੂੰ ਪਤਾ ਲੱਗ ਸਕਦੀ ਆ ਤੇ ਜਿਨ੍ਹਾਂ ਨੇ ਜਾਂਚ ਦਿੱਲੀ 'ਚ ਕੀਤੀ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਨਾ। ਹਾਂ, ਅਗਲਿਆਂ ਨੂੰ ਇਹ ਹੋ ਸਕਦਾ ਵੀ ਉਹ ਵੇਟ ਕਰਦੇ ਹੋਣ ਵੀ ਯਾਰ ਕਦੋਂ ਕੁ ਜੋ ਚੂੜੀ ਟੈਟ ਕਰਨੀ ਆ, ਕਦੋਂ ਕੁ ਜੋ ਆਪਾਂ ਥੋੜ੍ਹੀ ਜਿਹੀ ਚਾਬੀ ਘਮਾਉਣੀ ਆ। ਪਰ ਇੱਕ ਗੱਲ ਹੋਰ ਇੱਥੇ ਨੋਟ ਕਰਨ ਵਾਲੀ ਵਾਟ ਸਾਹਿਬ ਇਹ ਕਿ ਵੀ ਜੇ ਮੈਂ ਗਲਤ ਨਹੀਂ ਤਾਂ ਉਹ ਜਿਹੜੀ ਆਬਕਾਰੀ ਨੀਤੀ ਜਾਂ ਜੋ ਕੁਝ ਵੀ ਦਿੱਲੀ ਦੇ ਵਿੱਚ ਬਣਾਇਆ ਗਿਆ ਸੀਗਾ ਉਹ ਲਾਗੂ ਤਾਂ ਨਹੀਂ ਹੋਈ, ਜਾਂ ਜੀ ਉੱਥੇ ਲਾਗੂ ਹੋਈ ਸੀ, ਲਾਗੂ ਹੋਣ ਤੋਂ ਪਹਿਲਾਂ ਹੀ ਮੇਰਾ ਖਿਆਲ ਉਹਦੇ ਤੇ ਜਿਹੜੀ ਉਹ ਕਾਰਵਾਈ ਸੀ ਉਸ ਹਿਸਾਬ ਨਾਲ ਚੱਲ ਪਈ ਵੀ ਇੱਦਾਂ ਦੀ ਬਣ ਗਈ ਆ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਲਾਗੂ ਲੂਗੂ ਵਾਲਾ ਕੰਮ ਤਾਂ ਜੇ ਇੱਥੇ ਵੀ ਵਿੱਚ ਵਿਚਾਲੇ ਜੀ ਤੁਰਿਆ ਫਿਰਦਾ। ਇੱਕ ਕੰਮ ਅਜੇ ਹੋਇਆ ਨਹੀਂ ਜਾਂ ਹੋਣ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਆਪਾਂ ਇੱਕ ਰੌਲਾ ਦੇਖ ਰਹੇ ਹਾਂ। ਤੇ ਜਦੋਂ ਆਪਾਂ ਦੂਸਰੇ ਪਾਸੇ ਕਈ ਵਾਰ ਖਬਰਾਂ ਪੜ੍ਹਦੇ ਤਾਂ ਉਹ ਕਹਿੰਦੇ ਕਈ ਸਾਲਾਂ ਤੋਂ ਚੱਲੀ ਚੁੱਲੀ ਜਾਂਦਾ ਸੀ, ਜਦੋਂ ਫਿਰ ਪੁੱਛ ਪੜਤਾਲ ਜੀ ਕੀਤੀ ਫਿਰ ਕਹਿੰਦੇ ਯਾਰ ਫਾਈਲ ਹੀ ਨਹੀਂ ਲੱਭਦੀ। ਨਹੀਂ ਦੇਖੋ ਗੱਲ ਇਹ ਆ ਉਹੀ ਨੇ, ਮੈਂ ਸਮਝਦਾ ਵੀ ਇਹ ਇੰਨੇ ਕਿਤੇ ਹੁੰਦਾ ਨਾ ਵੀ ਕਿਤੇ ਬਹੁਤੀ ਕਾਲੀ ਤੇ ਕਿਤੇ ਕੋਈ ਚਿੱਤ ਚੇਤਾ ਹੀ ਨਹੀਂ। ਦੇਖੋ ਸੰਧਾਲੀਆ ਸਾਹਿਬ ਗੱਲ ਇਹ ਆ, ਮੈਨੂੰ ਲੱਗਦਾ ਕਿ ਭਾਵੇਂ ਲਾਗੂ ਨਹੀਂ ਹੋਈ ਜਾਂਚ ਹੋਈ ਜਾਣੀ ਚਾਹੀਦੀ ਆ, ਮਨ 'ਚ ਨਹੀਂ ਰਹਿਣੀ ਚਾਹੀਦੀ ਕਿਸੇ ਦੇ। ਜਗਿਆਸਾ ਸ਼ਾਂਤ ਹੋਣੀ ਬਹੁਤ ਜ਼ਰੂਰੀ ਹੈ। ਤੇ ਇੱਕ ਗੱਲ ਜ਼ਰੂਰ ਹੋਵੇ, ਜਿੱਥੇ ਵੀ ਕਿਤੇ ਜਾਂਚ ਦੀ ਬੇਨਤੀ ਕਰਕੇ ਆਉਣ ਨਾ, ਤੇ ਨਾਲ ਇੱਕ ਬੇਨਤੀ ਜ਼ਰੂਰ ਕਰਨ ਕਿ ਭਾਈ ਮਹੀਨੇ 'ਚ ਮੁਕੰਮਲ ਕਰਿਓ, ਕਿਉਂਕਿ ਬੜਾ ਛੋਟਾ ਜਿਹਾ ਮਸਲਾ ਹੈ। ਥੋੜੇ ਜਿਹੇ ਠੇਕੇਦਾਰ ਨੇ, ਥੋੜੇ ਜਿਹੇ ਅਫਸਰ ਨੇ, ਥੋੜੇ ਜਿਹੇ ਸਰਕਾਰ ਦੇ ਬੰਦੇ ਆ, ਉਹਨਾਂ ਦੀ ਜਾਂਚ ਕਰਨੀ ਕੋਈ ਬਹੁਤੀ ਔਖੀ ਨਹੀਂ। ਕਿਤੇ ਸਾਈਬੇਰੀਆ ਦੇ ਵਿੱਚ ਨਹੀਂ ਕਿਸੇ ਬੰਦੇ ਦੇ ਬਿਆਨ ਦਰਜ ਕਰਨ ਜਾਣਾ, ਪੰਜਾਬ 'ਚ ਹੀ ਬੈਠੇ ਆ ਸਾਰੇ ਤੇ ਚੰਗੇ ਅਹੁਦਿਆਂ ਤੇ ਆ। ਜਾਂਚ ਪੜਤਾਲ ਕਰੋ, 30 ਦਿਨਾਂ ਦੇ ਵਿੱਚ ਕਰੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਜੇ ਕਿਸੇ ਨੇ ਲੋਕਾਂ ਦੇ ਪੈਸੇ ਆਪਣੀ ਜੇਬ 'ਚ ਪਾਏ ਆ, ਚੱਕ ਕੇ ਜੇਲ੍ਹ 'ਚ ਤੁੰਨ ਦਿਓ। ਜੇ ਕਿਸੇ ਨੇ ਝੂਠੇ ਇਲਜ਼ਾਮ ਲਾਇਆ, ਬਖਸ਼ੋ ਉਹਨੂੰ ਬਿਨਾਂ। ਹਾਂ, ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ 2-2 ਸਾਲ 3-3 ਸਾਲ ਇੱਕੋ ਹੀ ਮਸਲੇ ਦੇ ਉੱਤੇ ਲੀਡਰ ਉਹੀ ਚਿੱਥਿਓ ਚਿੱਬਿਓ ਬਿਆਨ ਦੇਈ ਜਾਣ ਤੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਲਾਂਭੇ ਕੀਤਾ ਜਾਵੇ। ਬਿਲਕੁਲ ਨਹੀਂ ਹੋਣਾ ਚਾਹੀਦਾ। ਹਾਂ, ਦੂਸਰੀ ਗੱਲ ਇੱਕ ਹੈਗੀ ਆ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ, ਕਹਿੰਦੇ ਮੈਂ ਕੀਤਾ ਹੀ ਟੈਲੀਫੋਨ ਸਿੱਟ ਵਾਲਿਆਂ ਨੂੰ, SIT ਨੂੰ, ਕਿ ਦੱਸੋ ਕਿੱਦਣ ਆਉਣਾ, ਦੱਸੋ ਗੋਲੀकांड ਵਾਲੇ ਮਸਲੇ ਦੇ ਵਿੱਚ ਤੁਸੀਂ ਸਵਾਲ ਪੁੱਛਣੇ ਆ, ਮੈਂ ਜਵਾਬ ਦੇਣੇ ਆ। ਜਾਣੀ ਤੁਸੀਂ ਦੇਖੋ ਕਿ ਹੁਣ ਤੱਕ ਚਰਚਾ ਕੀ ਚੱਲਦੀ ਸੀ। ਸਿੱਟ ਵਾਲੇ ਕਹਿੰਦੇ ਸੀ ਜੀ ਅਸੀਂ ਅਫਸਰ ਭੇਜੇ, ਨਾਲ ਚਿੱਠੀ ਸਮਨਾਂ ਵਾਲੀ ਭੇਜੀ, ਕਿਸੇ ਨੇ ਰਿਸੀਵ ਨਹੀਂ ਕੀਤੀ। ਅਸੀਂ WhatsApp ਕੀਤਾ ਬਾਦਲ ਸਾਹਿਬ ਦੇ ਇੱਕ ਨੇੜਲੇ ਬੰਦੇ ਨੂੰ, ਉਹਨੇ ਰਿਸੀਵ ਵੀ ਕਰ ਲਿਆ, ਮੰਨ ਵੀ ਗਿਆ। ਤੇ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀ ਕਿ ਸਮਨ ਇੱਕ ਰਾਤ ਪਹਿਲਾਂ ਤੱਕ ਮਿਲੇ ਨਹੀਂ। ਹੁਣ ਜਦੋਂ ਚਰਚਾ ਬਹੁਤੀ ਚੱਲ ਪਈ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਸਾਹਮਣੇ ਆਏ, ਉਹ ਕਹਿੰਦੇ ਜੀ ਮੈਂ ਟੈਲੀਫੋਨ ਕੀਤਾ SIT ਵਾਲਿਆਂ ਨੂੰ ਕਿ ਪਹਿਲਾਂ ਮੈਂ ਬਾਹਰ ਸੀ, ਤੁਹਾਡੇ ਸਮਨ ਉਦੋਂ ਆਏ, ਮੈਂ ਪਿੰਡ ਆ ਗਿਆ, ਸਮਨ ਤੁਹਾਡੇ ਆਏ ਨਹੀਂ। ਹੁਣ ਮੈਨੂੰ ਫੇਰ ਪਤਾ ਲੱਗਾ, ਲਓ ਮੈਂ ਟੈਲੀਫੋਨ ਕਰਕੇ ਤੁਹਾਨੂੰ ਪੁੱਛਦਾ, ਦੱਸੋ ਕਿੱਦਣ ਨੂੰ ਆਵਾਂ? 14 ਨੂੰ। ਹੁਣ ਕਹਿੰਦੇ ਮੈਂ ਜਾਊਂਗਾ 14 ਨੂੰ। ਗੱਲ ਕਿਹੜੀ ਆ? ਮੇਰੇ ਤੇ ਐਵੇਂ ਇਲਜ਼ਾਮ ਲਾਈ ਜਾਂਦੇ, ਕਹਿੰਦੇ ਸਾਰਾ ਕੁਝ ਕਲੀਅਰ ਹੈ। ਇਹ ਕੋਟਕਪੁਰਾ ਗੋਲੀकांड ਦਾ ਮਸਲਾ ਸੰਧਾਲੀਆ ਸਾਹਿਬ, ਪਰ ਨਾਲ ਲੱਗਦਾ ਹੀ 6 ਤਰੀਕ ਨੂੰ ਬਹਿਬਲ ਕਲਾਂ ਗੋਲੀकांड ਦੇ ਮੁੱਦੇ ਤੇ ਵੀ ਸੱਦ ਲਿਆ। ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ, ਕਿਉਂਕਿ ਉਸ ਵੇਲੇ ਗ੍ਰਹਿ ਮੰਤਰੀ ਸਨ, ਪੁਲਿਸ ਗ੍ਰਹਿ ਵਿਭਾਗ ਦੇ ਅਧੀਨ ਹੁੰਦੀ ਹੈ। ਹੁਣ 14 ਤਰੀਕ ਨੂੰ ਕੋਟਕਪੁਰੇ ਵਾਲੇ ਮਸਲੇ 'ਚ ਪੇਸ਼ ਹੋਣਗੇ ਸਿੱਟ ਦੇ ਅੱਗੇ। 6 ਤਰੀਕ ਨੂੰ ਜਾਣੀ 8 ਦਿਨ ਪਹਿਲਾਂ, ਜਾਣੀ ਕਿ 5 ਦਿਨ ਬਾਅਦ ਇਹਨਾਂ ਨੇ ਹੁਣ ਸਿੱਟ ਦੇ ਅੱਗੇ ਬਹਿਬਲ ਕਲਾਂ ਗੋਲੀकांड ਦੇ ਮਸਲੇ ਦੇ ਉੱਤੇ ਪੇਸ਼ ਹੋਣਾ। ਇਹ ਉਹੀ ਦੋ ਥਾਵਾਂ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸੰਗਤ ਰੋਸ ਦੇ ਵਿੱਚ ਇਕੱਠੀ ਹੋਈ ਤਾਂ ਪੁਲਿਸ ਦਾ ਲਾਠੀਚਾਰਜ ਤੇ ਗੋਲੀ ਚੱਲੀ ਸੀ। ਬਿਲਕੁਲ ਠੀਕ। ਸੋ ਇਹ ਵਾਹਵਾ ਦਿਨ ਵੈਸੇ ਇਹ ਚੀਜ਼ ਦੀ ਜਿਹੜੀ ਸਰਗਰਮੀ ਰਹੀ ਕਿ ਵੀ ਹਾਂਜੀ ਉਹ ਸੰਮਣ ਆਏ, ਮਿਲੇ ਕਿ ਨਹੀਂ ਮਿਲੇ। ਉਹ ਕਹਿੰਦੇ ਜੀ ਅਸੀਂ ਤਾਂ ਕੋਰੀਅਰ ਕੀਤਾ, ਫਿਰ ਕਹਿੰਦੇ ਬੰਦੇ ਆਪ ਦੇਣ ਗਏ, ਫਿਰ ਕਹਿੰਦੇ ਜੀ WhatsApp ਵੀ ਕੀਤਾ। ਚਲੋ ਜੋ ਵੀ ਆ ਜਿਵੇਂ ਵੀ ਆ, ਫਾਈਨਲੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਹਿ ਤਾ ਵੀ 14 ਨੂੰ ਆਪਾਂ ਆਉਣਾ। ਦੂਸਰਾ ਸੰਮਣ 6 ਨੂੰ ਹੋ ਗਿਆ, ਇਹਦਾ ਮਤਲਬ ਪਹਿਲਾਂ ਉਹ 6 ਨੂੰ ਮਿਲ ਕੇ ਆਉਣਗੇ, ਫਿਰ ਉਹ 14 ਨੂੰ ਮਿਲਣਗੇ ਤੇ ਜਾਂਚ ਹੋਊਗੀ। ਜਾਂਚ ਦੇ ਵਿੱਚ ਜਿਹੜੀ ਗੱਲ ਜਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਪਰ ਇੱਕ ਗੱਲ ਹੈ ਨੋਟ ਕਰਨ ਵਾਲੀ ਵਾਟ ਸਾਹਿਬ ਕਿ ਵੀ ਸਮਝੋ ਬਾਹਰਲੀ ਕਹਾਣੀ ਆ ਵੀ ਕੋਈ ਤਾਂ ਬੰਦਾ ਹੋਊਗਾ ਨਾ ਜਿਹਦੇ ਦਿਮਾਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿ ਵੀ ਯਾਰ ਹੋਰ ਤਾਂ ਕਿਸੇ ਤਰੀਕੇ ਨਾਲ ਕੋਈ ਤਾਰ ਹਿਲਦੀ ਨਹੀਂ,
ਹੋਵੇ ਨਾ ਹੋਵੇ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਏ। ਹੁਣ 2015 'ਚ ਜੋ ਕੁਝ ਹੋਇਆ ਉਹ ਸਿੱਖ ਧਰਮ ਨਾਲ ਰਿਲੇਟਡ ਸੀਗਾ ਵੀ ਹਾਂਜੀ ਸਿੱਖਾਂ ਦੀਆਂ ਭਾਵਨਾਵਾਂ ਭੜਕਾਈਆਂ ਜਾਣ। ਫਿਰ ਉਸ ਤੋਂ ਬਾਅਦ ਉਹਦਾ ਫਿਰ ਮੁੱਢ ਵੱਜਣ ਦੀ ਦੇਰ ਸੀਗੀ, ਫਿਰ ਤਾਂ ਨਿੱਕੀਆਂ ਨਿੱਕੀਆਂ ਘਟਨਾਵਾਂ ਕਈ ਥਾਵਾਂ ਤੇ ਹੋ ਗਈਆਂ। ਫਿਰ ਉਹਦੇ ਕਲਾਵੇ ਦੇ ਵਿੱਚ ਆਪਾਂ ਪਵਿੱਤਰ ਕੁਰਾਨ ਸ਼ਰੀਫ ਦਾ ਨਾਮ ਹੀ ਸੁਣਿਆ ਵੀ ਉੱਥੇ ਵੀ ਬੇਅਦਬੀ ਦੀ ਘਟਨਾ ਹੋਈ। ਫਿਰ ਆਪਾਂ ਬਹੁਤ ਸਾਰੇ ਜਿਹੜੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਥਾਨ ਨੇ ਉੱਥੇ ਆਪਾਂ ਇਹੋ ਜਿਹੀਆਂ ਘਟਨਾਵਾਂ ਸੁਣੀਆਂ। ਹੁਣ ਜੇ ਆਪਾਂ ਗੱਲ ਕਰ ਲਈਏ ਤੇ ਹੁਣ ਤਰਨਤਾਰਨ ਦੇ ਵਿੱਚ ਉਹ ਈਸਾਈ ਭਾਈਚਾਰੇ ਨਾਲ ਸੰਬੰਧਿਤ ਜਿਹੜਾ ਸਥਾਨ ਆ ਉੱਥੇ ਭੰਨਤੋੜ ਕੀਤੀ ਗਈ ਆ। ਜਿਹੜੀ ਉੱਥੇ ਗੱਡੀ ਖੜੀ ਸੀਗੀ ਉਹਨੂੰ ਅੱਗ ਲਾਈ ਗਈ। ਹਾਲਾਂਕਿ ਉਹ CCTV ਦੇ ਵਿੱਚ ਸਾਰੀ ਫੁਟੇਜ ਜਿਹੜੀ ਆ ਉਹ ਆ ਗਈ। ਧਰਨਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਉੱਥੇ ਹੋ ਗਿਆ। ਲਾਅ ਐਂਡ ਆਰਡਰ ਵਾਲੇ ਅਫਸਰ ਵੱਡੇ ਜਿਹੜੇ ਸੀਗੇ ਕਹਿੰਦੇ ਉਹਨਾਂ ਦਾ ਤਬਾਦਲਾ ਤਾਂ ਕਰਤਾ। ਪਰ ਮੈਂ ਤਾਂ ਥੋੜ੍ਹੀ ਜਿਹੀ ਗੱਲ ਪਿੱਛੋਂ ਸ਼ੁਰੂ ਕੀਤੀ ਵੀ ਆਪਾਂ ਜਦੋਂ ਕਹਿੰਦੇ ਨਾ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਾਈ ਭਾਈ, ਪਰ ਹੁਣ ਤੁਸੀਂ ਦੇਖੋ ਵੀ ਪਹਿਲਾਂ ਇੱਕ ਨੂੰ, ਫਿਰ ਦੂਜੇ ਨੂੰ, ਫਿਰ ਤੀਜੇ ਨੂੰ, ਹੁਣ ਫਿਰ ਚੌਥੇ ਨੂੰ, ਹਰੇਕ ਨੂੰ ਅਗਲੇ ਬੰਦੇ ਛੇੜ ਕੇ ਦੇਖਦੇ ਨੇ। ਇਹਦੇ ਪਿੱਛੇ ਕੋਈ ਨਾ ਕੋਈ ਕੌਂਸਪੀਰੇਸੀ ਤਾਂ ਹੋਊਗੀ। ਦੇਖੋ ਸੰਧਾਲੀਆ ਸਾਹਿਬ, ਪਲਸਤਰ ਕੀਤੀ ਕੰਧ ਹੁੰਦੀ ਨਾ, ਜਿਹੜੀ ਕੰਧ ਐਨ ਚੰਗੇ ਤਰੀਕੇ ਪਲਸਤਰ ਕਿਉਂ ਕਰੀਦਾ? ਕੰਧ ਮਜ਼ਬੂਤ ਹੋਵੇ, ਪਾਣੀ ਨਾ ਅੰਦਰਲੇ ਪਾਸੇ ਜਾਵੇ। ਇੱਕ ਸਧਾਰਨ ਕੰਧ, ਫਿਰ ਟੀਪ ਵਾਲੀ ਕੰਧ, ਉਹਦੇ ਤੋਂ ਬਾਅਦ ਪਲਸਤਰ ਵਾਲੀ ਕੰਧ, ਤੇ ਜੇ ਤੁਹਾਡੇ ਵਰਗਾ ਬਹੁਤ ਹੀ ਵੱਡਾ ਬੰਦਾ ਹੋਵੇ ਤਾਂ ਉੱਪਰ ਪਲੇਟਾਂ ਲਾ ਦਿਓ। ਹੁਣ ਜਿਹੜੀ ਪਲਸਤਰ ਵਾਲੀ ਕੰਧ ਹੈ ਉਹਦੇ ਵਿੱਚ ਕਿੱਲ ਮੇਖ ਕੋਈ ਠੋਕਣੀ ਹੋਵੇ ਨਾ, ਤੁਹਾਨੂੰ ਪਤਾ ਕਿ ਮੇਖ ਇਦਾਂ ਫੜ ਕੇ ਤੇ ਉੱਪਰਲੇ ਪਾਸੇ ਹੌਲੀ ਹੌਲੀ ਪਹਿਲਾਂ 1 2 3 4 ਥੋੜੀਆਂ ਬੰਦਾ ਮਾਰਦਾ। ਜੇ ਤਾਂ ਮੇਖ ਅੰਦਰਲੇ ਪਾਸੇ ਚਲੇ ਜਾਏ, ਦਰਜ ਦੇ ਵਿੱਚ ਵੜ ਜਾਏ 2 ਇੱਟਾਂ ਦੇ ਵਿਚਾਲੇ, ਫਿਰ ਤਾਂ ਮੁੜ ਕੇ ਠਾਹ ਦੇਣੀ, ਇੱਕ ਵਾਰੀ ਜ਼ੋਰ ਦੀ ਥੋੜੀ ਮਾਰੋ ਤਾਂ ਮੇਖ ਅੰਦਰ ਚਲੇ ਜਾਣੀ ਆ। ਜੇ ਉਹ ਦਰਜ ਨਾ ਹੋਵੇ, ਇੱਟ ਦੇ ਵਿੱਚ ਲੱਗੇ ਮੇਖ ਜਾ ਕੇ, ਫਿਰ ਉੱਥੇ ਟਨ 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 ਉਹਨੇ ਕਰਦੀ ਰਹਿਣਾ, ਅੰਦਰ ਨੂੰ ਨਹੀਂ ਜਾਣਾ। ਫਿਰ ਬੰਦਾ ਉੱਥੋਂ ਮੇਖ ਕੱਢਦਾ ਹੈ ਥੋੜੀ 2 ਇੰਚ ਪਰੇ ਰੱਖ ਕੇ ਕਿ ਭਾਈ ਦਰਜ ਲੱਭੀ। ਉਹ ਪੰਜਾਬ ਦੇ ਵਿੱਚ ਕੁਝ ਤਾਕਤਾਂ ਜਾਂ ਪੰਜਾਬ ਤੋਂ ਬਾਹਰ ਕੁਝ ਤਾਕਤਾਂ ਇਦਾਂ ਦੀਆਂ ਜਿਹੜੀਆਂ ਪੰਜਾਬ 'ਚ ਦਰਜ ਲੱਭਦੀਆਂ ਸ਼ਾਂਤੀ ਦੀ ਕੰਧ 'ਚ। ਉਹਨਾਂ ਦਾ ਢਿੱਡ ਦੁਖਦਾ, ਉਹਨਾਂ ਦੇ ਗੋਡਿਆਂ ਦੀ ਗਰੀਸ ਮੁੱਕਦੀ ਇਹ ਦੇਖ ਕੇ ਕਿ ਯਾਰ ਕਮਾਲ ਹੋ ਗਈ ਹੈ, ਇੰਨਾ ਕੁਛ ਕੀਤਾ, ਪੈਸੇ ਦੇ ਦੇ ਵੀ ਲੋਕਾਂ ਤੋਂ ਆਹ ਕੰਮ ਕਰਾਇਆ, ਪਰ ਪੰਜਾਬ ਦੇ ਲੋਕ ਲੜਦੇ ਹੀ ਨਹੀਂ। ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਨੇ ਬਹੁਤ ਜ਼ਿਆਦਾ, ਇਹਨਾਂ ਦੇ ਉੱਤੇ ਮਾਣ ਬੜਾ ਹੈ। ਆ ਜਦੋਂ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦਾ ਉਹ ਟੱਪ ਕੇ ਅੰਦਰ ਵੜ ਗਿਆ ਸੀ, ਉਹਦੇ ਤੋਂ ਬਾਅਦ ਵੀ ਘਟਨਾਵਾਂ ਜਿਹੜੀਆਂ ਘਟੀਆਂ, ਉਹਦੀ ਮੌਤ ਹੋਈ, ਉਹਦੇ ਤੋਂ ਬਾਅਦ ਵੀ ਪੰਜਾਬ ਦੇ ਲੋਕ ਸ਼ਾਂਤ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਹਿੰਦੂ ਧਰਮ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਲਿਖਤਾਂ ਤੇ ਮੂਰਤੀਆਂ ਦੀ ਬੇਅਦਬੀ, ਪਵਿੱਤਰ ਕੁਰਾਨ ਸ਼ਰੀਫ ਦਾ ਤੁਸੀਂ ਜ਼ਿਕਰ ਕੀਤਾ, ਉਧਰਲੇ ਪਾਸੇ ਬੇਅਦਬੀ, ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦਾ ਭਾਈਚਾਰਕ ਸਾਂਝ ਵਾਲਾ ਹੱਥ ਨਹੀਂ ਛੱਡਿਆ, ਘੁੱਟ ਕੇ ਫੜ ਕੇ ਰੱਖਿਆ। ਆਹ ਗੱਲ ਤਾਂ ਹੁਣ ਸਿਰੇ ਲਾਤੀ। ਦੇਖੋ ਇਹਨੂੰ 2 ਤਰੀਕੇ ਨਾਲ ਦੇਖਿਆ ਜਾ ਸਕਦਾ। ਬੰਦੇ ਗਏ, CCTV ਫੁਟੇਜ ਦੱਸਦੀ ਹੈ, ਪਹਿਲਾਂ ਤਾਂ ਜਿਹੜਾ ਪਹਿਰੇਦਾਰ ਹੈ ਉਹਦੀ ਸਿਰ ਦੇ ਉੱਤੇ ਪਿਸਤੌਲ ਰੱਖਿਆ ਕਿ ਭਾਈ ਚੁੱਪ ਕਰ ਜਾ, ਇੱਥੇ ਸੀ ਨਹੀਂ ਕਰਨੀ। ਫਿਰ ਪ੍ਰਭੂ ਯਿਸ਼ੂ ਦਾ, ਮਾਂ ਮਰੀਅਮ ਦਾ, ਉਹਨਾਂ ਦੇ ਬੁੱਤ ਤੋੜੇ ਗਏ, ਕੋਈ ਹਿੱਸਾ ਉਹ ਨਾਲ ਲੈ ਗਏ, ਪਾਦਰੀ ਦੀ ਗੱਡੀ ਖੜੀ ਸੀ ਉਹਨੂੰ ਅੱਗ ਲਾਤੀ। ਦੇਖੋ ਹਰ ਬੰਦੇ ਦਾ ਆਪਣਾ ਅਧਿਕਾਰ ਹੈ ਕਿ ਉਹਨੇ ਕਿਹੜੇ ਧਰਮ ਨੂੰ ਮੰਨਣਾ, ਕਿਹੜੇ ਧਰਮ ਦੇ ਵਿੱਚ ਜਾਣਾ, ਕਿੱਥੇ ਵਾਪਸੀ ਕਰਨੀ। ਭਾਰਤ ਦਾ ਕਾਨੂੰਨ ਹਰ ਬੰਦੇ ਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਹਾਂ, ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ, ਕਿਸੇ ਧਰਮ ਦੇ ਵਿੱਚੋਂ ਬੰਦੇ ਕਿਸੇ ਹੋਰ ਪਾਸੇ ਜਾ ਰਹੇ ਆ। ਇਹ ਉਸ ਧਰਮ ਦੇ ਜਿਹੜੇ ਕਰਤਾ ਧਰਤਾ ਨੇ ਉਹ ਸੋਚਣ ਵਿਚਾਰਨ ਕਿ ਭਾਈ ਉਹਨਾਂ ਤੋਂ ਘਾਟ ਕਿੱਥੇ ਰਹੀ ਹੈ, ਸਮੱਸਿਆ ਕਿੱਥੇ ਖੜੀ ਰਹੀ ਹੈ ਕਿ ਜਿਹੜਾ ਉਹਨਾਂ ਦੇ ਧਰਮ ਨੂੰ ਛੱਡ ਕੇ ਕੋਈ ਬੰਦਾ ਦੂਸਰੇ ਪਾਸੇ ਜਾ ਰਿਹਾ ਹੈ। ਪਰ ਹਾਂ, ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਭਾਈ ਕੋਈ ਦੂਸਰਾ ਬੰਦਾ ਕਿਸੇ ਦੂਸਰੇ ਧਰਮ ਦੇ ਸਥਾਨ ਦੇ ਉੱਤੇ ਜਾ ਕੇ ਉੱਥੇ ਭੰਨ ਤੋੜ ਕਰੇ, ਗੱਡੀਆਂ ਨੂੰ ਅੱਗ ਲਾਵੇ, ਪਿਸਤੌਲ ਕਿਸੇ ਦੇ ਜਿਹੜਾ ਉਹ ਸਿਰ ਦੇ ਉੱਤੇ ਜਾਂ ਮੱਥੇ ਦੇ ਉੱਤੇ ਰੱਖੇ। ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ। ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਕਹਿੰਦੇ ਜੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕੁਝ ਤਾਕਤਾਂ ਨੇ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੀਆਂ। ਮੈਂ ਇੱਕ ਗੱਲ ਸੰਧਾਲੀਆ ਸਾਹਿਬ ਸਾਫ਼ ਕਹਿਣਾ, ਜੇ ਤਾਂ ਇਦਾਂ ਕਰਨ ਦੇ ਨਾਲ ਪੰਜਾਬ ਦੇ ਬੱਚੇ ਜਿਹੜੇ ਬਿਮਾਰ ਨੇ ਅੱਜ ਵੱਖ-ਵੱਖ ਕਾਰਨਾਂ ਕਰਕੇ ਉਹ ਠੀਕ ਹੁੰਦੇ ਆ, ਫਿਰ ਤਾਂ ਕਰ ਲੈਂਦੇ ਆ ਵਿਚਾਰ। ਜੇ ਧਰਤੀ ਹੇਠਲਾ ਪਾਣੀ ਤਾਂ ਨੂੰ ਆਉਂਦਾ ਇੰਨਾ ਕਰਨ ਦੇ ਨਾਲ, ਸਕੂਲਾਂ ਦੇ ਵਿੱਚ ਮਾਸਟਰਾਂ ਦੀ ਗਿਣਤੀ ਪੂਰੀ ਹੁੰਦੀ ਹੈ, ਜਾਂ ਸਾਡਾ ਮੁੱਢਲਾ ਢਾਂਚਾ ਬਣਦਾ, ਜਾਂ 25 30 40 50 ਫੈਕਟਰੀਆਂ ਲੱਗਦੀਆਂ ਤੇ ਸਾਡੇ ਮੁੰਡੇ ਕੁੜੀਆਂ ਨੂੰ ਉਹਦੇ ਵਿੱਚ ਰੁਜ਼ਗਾਰ ਮਿਲਦਾ, ਜਾਂ ਪੰਜਾਬ ਦਾ ਪ੍ਰਦੂਸ਼ਣ ਖਤਮ ਹੁੰਦਾ, ਪਰਾਲੀ ਨੂੰ ਜਿਹੜੀ ਅੱਗ ਲੱਗਦੀ ਉਹਦਾ ਬਦਲ ਜਿਹੜਾ ਸਾਨੂੰ ਲੱਭ ਪੈਂਦਾ, ਫਿਰ ਤਾਂ ਕਰ ਲੈਨੇ ਵਿਚਾਰ ਕੇ ਭਾਈ ਅਗਲਿਆਂ ਬੰਦਿਆਂ ਨੇ ਲੋੜ ਨੂੰ ਕੀਤਾ। ਪਰ ਜੇ ਤੁਸੀਂ ਕਿਸੇ ਦੇ ਚੱਕੇ ਚਕਾਇਆ ਕੀਤਾ, ਧਾਰਮਿਕ ਨਫ਼ਰਤ ਦੇ ਅਧੀਨ ਕੀਤਾ, ਜਾਂ ਤੁਸੀਂ ਪੈਸਾ ਟਕਾ ਲੈ ਕੇ ਕੀਤਾ, ਤਾਂ ਬੜੀ ਗਲਤ ਗੱਲ ਹੈ ਭਾਈ। ਪੰਜਾਬ ਦੇ ਲੋਕ ਇੰਨੇ ਸੌਖੇ ਨਹੀਂ ਆਪਸ ਦੇ ਵਿੱਚ ਲੜਨ ਲੱਗੇ, ਥੋੜ੍ਹਾ ਜਿਹਾ ਬੰਦੇ ਬਣੋ ਬੰਦੇ। ਇਹ ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਜਦੋਂ ਦੀ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਉਹਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਨੇ ਉਹ ਆਉਂਦੇ ਨੇ।
ਇਕੱਠ ਹੁੰਦਾ, ਇਕੱਠ ਚਾਹੇ ਪਹਿਲਾਂ ਉਹ ਸਿੱਖ ਭਾਈਚਾਰੇ ਨਾਲ ਸੰਬੰਧਿਤ ਘਟਨਾ ਸੀ ਉਦੋਂ ਹੋਇਆ, ਮਲੇਰਕੋਟਲੇ 'ਚ ਹੋਇਆ, ਫਿਰ ਵੱਖ-ਵੱਖ ਜਿਹੜੇ ਸਥਾਨ ਸੀ, ਲੇਟੈਸਟ ਆਪਾਂ ਜੇ ਗੱਲ ਕਰ ਲਈਏ ਤਾਂ ਪਟਿਆਲੇ ਦੀ ਆ, ਉੱਥੇ ਹੋਇਆ। ਹੁਣ ਜੇ ਈਸਾਈ ਭਾਈਚਾਰੇ ਨਾਲ ਸੰਬੰਧਿਤ ਇਹ ਘਟਨਾ ਹੈ ਤਾਂ ਤਰਨਤਾਰਨ ਦੇ ਵਿੱਚ ਉਹ ਇਕੱਠ ਹੁੰਦਾ। ਉਹ ਜਿਹੜਾ ਰੋਸ ਆ, ਉਸ ਰੋਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਆਉਂਦੇ ਨੇ, ਵੱਖ-ਵੱਖ ਤਰ੍ਹਾਂ ਦੇ ਬਿਆਨ ਬੋਲਦੇ ਨੇ। ਉੱਥੇ ਕੁਝ ਲੋਕ ਤਾਂ ਇਸ ਕਰਕੇ ਆਉਂਦੇ ਨੇ ਜਿਨ੍ਹਾਂ ਨੂੰ ਬੜਾ ਕਲੀਅਰ ਕੱਟ ਪਤਾ ਹੁੰਦਾ ਵੀ ਯਾਰ ਹੈ ਤਾਂ ਇਹ ਸ਼ਰਾਰਤੀ ਕਿਸੇ ਦੀ, ਅਤੇ ਸ਼ਰਾਰਤ ਇਸ ਕਰਕੇ ਆ ਵੀ ਜੋ ਆਪਣਾ ਘੁੱਗ ਵਸਦਾ ਪਿੰਡ ਆ ਜਾਂ ਸ਼ਹਿਰ ਆ ਜਾਂ ਭਾਈਚਾਰਾ, ਇਹਨੂੰ ਆਪਾਂ ਲਾਂਬੂ ਲਾਉਣਾ। ਉਹ ਤਾਂ ਉਹਨਾਂ ਕੁ ਰੋਸ ਕਰਦੇ ਆ ਵੀ ਹਾਂਜੀ ਆਹ ਚੀਜ਼ ਕਿਉਂ ਕੀਤੀ ਗਈ ਜੀ, ਇਹਦੀ ਜਾਂਚ ਹੋਣੀ ਚਾਹੀਦੀ ਆ, ਜਿਹੜਾ ਬੰਦਾ ਕਸੂਰਵਾਰ ਉਹਨੂੰ ਸਜ਼ਾ ਮਿਲੇ। ਕੁਝ ਬੰਦੇ ਉਹਦੇ ਵਿੱਚ ਇਹ ਵੀ ਹੁੰਦੇ ਜਿਹੜੇ ਬਦੋ ਬਦੀ ਬਿਆਨ ਹੁੰਦੇ ਵੀ ਨਹੀਂ ਇਹਨੇ ਕਰਾਇਆ ਜੀ, ਇਹ ਜੀ ਇਹਦਾ ਕੰਮ ਹੈ ਜੀ, ਇਹ ਜੀ ਉਹਦਾ ਕੰਮ ਹੈ। ਹੁਣ ਇਸ ਕੇਸ ਦੇ ਵਿੱਚ ਵੀ ਆਪਾਂ ਉਹਨਾਂ ਬਿਆਨਾਂ ਨੂੰ ਮੈਂ ਇੱਥੇ ਕੋਟ ਨਹੀਂ ਕਰਨਾ ਚਾਹੁੰਦਾ, ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਹੋਵੇ ਵੀ ਵੱਖ-ਵੱਖ ਲੋਕਾਂ ਦੇ ਨਾਂ ਲਏ ਜਾ ਰਹੇ ਜੀ, ਇਹ ਜੀ ਫਲਾਣੇ ਨੇ ਕਰਾਇਆ ਜੀ, ਇਹ ਜੀ ਫਲਾਣੇ ਨੇ ਕਰਾਇਆ। ਉਹ ਜਿਹੜੇ ਬੰਦੇ ਆਣ ਕੇ ਉੱਥੇ ਬਿਆਨ ਦੇਣ ਲੱਗ ਪੈਂਦੇ ਨੇ, ਕੀ ਉਹਨਾਂ ਕੋਲ ਕੋਈ ਸਬੂਤ ਪ੍ਰੂਫ ਹੁੰਦਾ, ਜਾਂ ਫਿਰ ਉਹ ਵੀ ਬੰਦੇ ਹੁੰਦੇ ਨੇ ਵੀ ਪਹਿਲਾਂ ਇਹ ਸਾਰੀ ਘਟਨਾ ਜਿਹੜੀ ਉਹਨੂੰ ਅੰਜਾਮ ਦਿੱਤਾ ਜਾਊਗਾ, ਉਸ ਤੋਂ ਬਾਅਦ ਇਸ ਤਰ੍ਹਾਂ ਫਲਾਣੇ ਦਾ ਨਾਂ ਲਾਇਆ ਜਾਊਗਾ। ਇਹਦੀ ਜਾਂਚ ਪੜਤਾਲ ਵੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇੱਕ ਵਾਰ ਮਾੜਾ ਜਿਹਾ ਪੈਰ ਤਿਲਕਿਆ ਜੇ ਤੇ ਇੱਧਰ ਉੱਧਰ ਕੰਧ ਕੁੰਧ ਨੂੰ ਹੱਥ ਪੈ ਜੇ ਫਿਰ ਬੰਦਾ ਵੱਜ ਜਾਂਦਾ, ਤੇ ਜੇ ਨਾ ਹੱਥ ਪਵੇ ਤੇ ਫਿਰ ਸੱਟ ਪਿੱਟ ਬੜੀ ਦੂਰ ਤੱਕ ਲੱਗਦੀ। ਮੈਂ ਤਾਂ ਬੇਨਤੀ ਕਰਦਾ। ਨਹੀਂ, ਜ਼ਰੂਰੀ ਹੈ ਸੰਧਾਲੀਆ ਸਾਹਿਬ, ਅਸੀਂ ਤਾਂ ਇੱਕ ਗੱਲ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ, ਜੇ ਤੁਹਾਡੇ ਧਾਰਮਿਕ ਸਥਾਨ ਤੇ ਕਿਸੇ ਵੀ ਥਾਂ ਤੇ ਆ ਕੇ ਕੋਈ ਬੰਦਾ ਗਲਤ ਕਰਦਾ ਹੈ, ਇਹਦਾ ਮਤਲਬ ਇਹ ਮਤ ਸਮਝੋ ਕਿ ਕਿਸੇ ਦੂਸਰੇ ਧਰਮ ਦੇ ਬੰਦੇ ਨੇ ਕੀਤਾ। ਹਾਂ, ਉਹਦੇ ਕਿਸੇ ਮਾਨਸਿਕ ਤੌਰ ਤੇ ਭ੍ਰਿਸ਼ਟ ਬੰਦੇ ਨੇ ਕੀਤਾ ਹੋ ਸਕਦਾ, ਕਿਉਂਕਿ ਉਹ ਤਾਂ ਸਾਰੇ ਹੀ ਬੰਦੇ ਸਾਡੇ ਤੁਹਾਡੇ ਵਰਗੇ ਆ। ਜਿੱਦਾਂ ਆਪਣੇ ਧਰਮ ਦੇ ਬੰਦੇ ਹਸਪਤਾਲ ਦੇ ਵਿੱਚ ਬਿਮਾਰ ਪਏ ਨੇ, ਉਦਾਂ ਹੀ ਦੂਜਿਆਂ ਦੇ ਪਏ ਆ। ਜਿੰਨੀ ਕੁ ਆਪਾਂ ਨੂੰ ਗਰਮੀ ਲੱਗਦੀ ਉਨੀ ਕੁ ਉਹਨਾਂ ਨੂੰ ਲੱਗਦੀ ਹੈ। ਜਾਣੀ ਕਿ ਇੱਕ ਧਰਮ ਦੇ ਬੰਦੇ ਦੂਜੇ ਧਰਮ ਦੇ ਬੰਦਿਆਂ ਦੇ ਵਿਰੁੱਧ ਨਾ ਹੋਵੋ। ਹਾਂ, ਜਿਨ੍ਹਾਂ ਦੇ ਮਨ ਦੇ ਵਿੱਚ ਕਾਲਖ ਹੈ, ਭ੍ਰਿਸ਼ਟਾਚਾਰ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਕਾਲਾ ਪੰਨਾ ਹੈ ਕਿ ਭਾਈ ਆਪਾਂ ਲੜੂ ਕੇ ਆਪਣਾ ਉੱਲੂ ਸਿੱਧਾ ਕਰਨਾ ਹੈ, ਉਹਨਾਂ ਦੇ ਖਿਲਾਫ ਸਾਰਿਆਂ ਨੂੰ ਰਲ ਮਿਲ ਕੇ ਹੋਣਾ ਚਾਹੀਦਾ। ਹਾਂ, ਰੋਸਾ ਜਾਇਜ਼ ਹੈ ਭਾਈ, ਅਗਲਿਆਂ ਨੇ ਸੜਕ ਵੀ ਰੋਕੀ, ਅਗਲਿਆਂ ਨੇ ਇਨਸਾਫ ਵੀ ਮੰਗਿਆ, ਪਰ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਪੰਜਾਬ 'ਚ ਇਦਾਂ ਦੀ ਘਟਨਾ ਕੋ ਘਟੇ ਨਾ, ਕਿਉਂਕਿ ਅਸੀਂ ਤਾਂ ਬੜੀ ਲੜਾਈ ਹੈ ਭਾਈ ਜਿਹੜੀ ਇਕੱਠੇ ਹੋ ਕੇ ਲੜਨੀ ਹੈ। ਸਾਡੀ ਜਵਾਨੀ ਦੀ, ਸਾਡੀ ਸੱਭਿਆਚਾਰ ਦੀ, ਸਾਡੀ ਖੇਤੀਬਾੜੀ ਦੀ, ਸਾਡੇ ਉਦਯੋਗਾਂ ਦੀ, ਸਾਡੇ ਦਰਿਆਈ ਪਾਣੀਆਂ ਦੀ, ਧਰਤੀ ਹੇਠਲੇ ਪਾਣੀਆਂ ਦੀ, ਸਾਡੇ ਕੋਲ ਟਾਈਮ ਹੀ ਨਹੀਂ ਆਪਸ ਵਿੱਚ ਲੜਨ ਦਾ, ਸਿੱਧੀ ਗੱਲ। ਬਸ ਬਾਕੀ ਚਲੋ ਇੰਨਾ ਵੀ ਇਹ ਜੋ ਕੁਝ ਵੀ ਘਟਨਾ ਘਟਦੀ ਹੈ ਨਾ, ਉਹਦੇ 'ਚ ਜੇ ਕੋਈ ਬੰਦਾ ਇਹ ਸੋਚੇ ਵੀ ਹਾਂ ਬਈ ਇਹਦੇ ਨਾਲ ਤੇ ਪਤਾ ਨਹੀਂ ਵੀ ਉੱਪਰ ਤੱਕ ਜਿਸ ਰੱਬ ਨੂੰ ਆਪਾਂ ਮੰਨਦੇ ਹਾਂ ਉਹ ਰੱਬ ਤਾਂ ਇੱਕ ਹੀ ਆ, ਖੈਰ ਉਹਦੇ ਨਾਂ ਵੱਖੋ ਵੱਖਰੇ ਹੋ ਸਕਦੇ, ਮੰਨਣ ਦਾ ਢੰਗ ਤਰੀਕਾ ਵੱਖੋ ਵੱਖਰਾ ਹੋ ਸਕਦਾ। ਉਹਨੂੰ ਕੋਈ ਬੰਦਾ ਖੁਸ਼ ਕਰ ਲੂਗਾ ਜਾਂ ਉਹਨੂੰ ਜਾਪੂਗਾ ਵੀ ਜਿਸ ਤਰ੍ਹਾਂ ਮੈਂ ਕਹਿੰਦਾ ਉੱਦਾਂ ਰੱਬ ਨੂੰ ਮੰਨਣਾ ਚਾਹੀਦਾ, ਬਾਕੀ ਸਾਰੇ ਤਰੀਕੇ ਗਲਤ ਆ। ਅਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਮੰਨ ਲਓ ਜਿਹਨੇ ਵੀ ਇਹ ਕੀਤਾ ਕਰਾਇਆ ਜਾਂ ਜਿਹਨੇ ਵੀ ਆਪ ਕੀਤਾ, ਉਹਨੂੰ ਇੱਦਾਂ ਲੱਗਦਾ ਹੋਣਾ ਵੀ ਲੈ ਵੀ ਮੈਨੂੰ ਤਾਂ ਕਿਸੇ ਨੇ ਵੇਖਿਆ ਹੀ ਨਹੀਂ, ਮੈਂ ਤਾਂ ਆਪਣੇ ਰੱਬ ਨੂੰ ਖੁਸ਼ ਕਰ ਲਿਆ ਕਿਉਂਕਿ ਮੈਂ ਇਸ ਰੱਬ ਦਾ ਘਰ ਢਾਤਾ ਜਾਂ ਇਸ ਰੱਬ ਨੂੰ ਮੈਂ ਨੁਕਸਾਨ ਪਹੁੰਚਾਤਾ, ਇਸ ਕਰਕੇ ਮੇਰੇ ਰੱਬ ਨੇ ਖੁਸ਼ ਹੋ ਜਾਣਾ। ਉਹਨੂੰ ਵੈਸੇ ਕੋਈ ਬੰਦਾ ਪੁੱਛੇ ਵੀ ਭਲਿਆ ਰੱਬ ਤਾਂ ਇੱਕ ਹੈ, ਉਹਦਾ ਜੇ ਤੂੰ ਇੱਕ ਸਥਾਨ ਜਿਹੜਾ ਉਹਨੂੰ ਨੁਕਸਾਨ ਪਹੁੰਚਾਏਂਗਾ ਤੇ ਇਹ ਆਖੇ ਵੀ ਹਾਂ ਇਹਦਾ ਕਰਕੇ ਹੁਣ ਦੂਸਰੇ ਸਥਾਨ ਦੇ ਜ਼ਰੀਏ ਮੈਂ ਮੰਨਦਾ ਤੇ ਉਹਦੇ ਥਰੂ ਮੈਨੂੰ ਉਹ ਆਖੇ ਵੀ ਆ ਜਾ ਤੂੰ ਭੱਜ ਕੇ ਮੇਰੇ ਗੱਲ ਨਾਲ ਲੱਗ ਜਾ, ਇੱਦਾਂ ਕਿਤੇ ਹੋ ਸਕਦਾ? ਇਹ ਮੁਸ਼ਕਿਲ ਹੈ ਜੀ, ਇਹ ਤਾਂ ਜਾਣੀ ਸੰਭਵ ਹੀ ਨਹੀਂ ਹੈਗਾ। ਜੇ ਕੋਈ ਬੰਦਾ ਇਦਾਂ ਦੀ ਵਿਆਖਿਆ ਕਰਕੇ ਬੰਦੇ ਨੂੰ ਕਹਿੰਦਾ ਤੇਰਾ ਪਾਰ ਤਰਾ ਹੋ ਜਾਣਾ, ਤਾਂ ਭਾਈ ਆਪ ਹੀ ਸਮਝ ਲਓ ਕਿ ਉਹ ਬੰਦਾ ਕਿੰਨਾ ਕੁ ਸਿਆਣਾ ਸਾਨੂੰ ਤੇ ਤੁਹਾਨੂੰ ਟੱਕਰਿਆ। ਹੁਣ ਸੰਧਾਲੀਆ ਸਾਹਿਬ ਆਪਾਂ ਭੋਰਾ ਅੱਗੇ ਤੁਰਦੇ ਹਾਂ, ਅਗਲੀ ਖਬਰ ਵਾਲੇ ਪਾਸੇ ਨੂੰ ਚਲੀਏ ਤਾਂ ਇੱਕ ਬੜਾ ਰੌਲਾ ਰੱਪਾ ਜਿਹਾ ਪਿਛਲੇ ਦਿਨ ਹੀ ਪੈਂਦਾ ਸੀ। ਰੌਲਾ ਕੀ ਪੈਂਦਾ ਸੀ ਕਿ ਪੰਜਾਬ ਦੇ ਵਿੱਚ ਸਿਆਸਤ ਜੀ ਅਗੜ ਦੁਗੜੀ ਹੋ ਗਈ, ਕਾਂਗਰਸ ਪਾਰਟੀ 'ਚੋਂ ਬੰਦੇ ਟੁੱਟ ਕੇ ਚਲੇ ਗਏ, ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਘਟ ਗਈਆਂ, ਆਮ ਆਦਮੀ ਪਾਰਟੀ ਸੰਗਰੂਰ ਹਾਰ ਗਈ, ਕਈ ਕੁਛ ਚੱਲਦਾ ਸੀ ਨਾ, ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਕਹਾਣੀ ਕਿੱਧਰ ਹੈ। ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਸਾਬਕਾ ਮੁੱਖ ਮੰਤਰੀ ਨੇ ਆਪਣੇ 2 ਵਾਰ ਦੇ, ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਗਏ ਰਣਿੰਦਰ ਸਿੰਘ ਉਹਨਾਂ ਦੇ ਬੇਟੇ ਨਾਲ, ਕਿ ਪਤਾ ਨਹੀਂ ਪਾਰਟੀ ਦਾ ਮਰਜਰ, ਤੁਸੀਂ ਇਹੀ ਸ਼ਬਦ ਰਾਰਾ ਵੱਧ ਜੋੜਿਆ ਸੀ, ਮੈਂ ਮਰਜ ਕਿਹਾ ਸੀ, ਤੁਸੀਂ ਕਿਹਾ ਸੀ ਮਰਜਰ, ਮੈਂ ਕਿਹਾ ਯਾਰ ਵੱਡੇ ਬੰਦੇ ਆ ਸੰਧਾਲੀਆ ਸਾਹਿਬ, ਇਹਨਾਂ ਨੂੰ ਅਸਲ ਮੇਰੇ ਨਾਲ ਨੇ, ਪਰ ਮੈਂ ਭਾਵੇਂ 3 ਰਾਰੇ ਲਾ ਲਵਾਂ, ਮੇਰੇ ਰਾਰੇ ਜੋੜਨ ਦਾ ਕਿਸੇ ਦਾ ਰਾਰਾ ਰੀਤੀ ਨਹੀਂ ਹੋਣਾ ਭਾਈ ਸਾਹਿਬ, ਉਹ ਅਗਲਿਆਂ ਦੀ ਸਲਾਹ ਹੋਣੀ ਆ, ਜੇ ਹੋਈ ਤੇ ਹੋਈ, ਨਹੀਂ ਤੇ ਨਾ ਹੋਈ। ਨਹੀਂ, ਰਾਜਾ ਵੜਿੰਗ ਸਾਹਿਬ ਨੇ ਤਾਂ ਕੀਤੀ, ਰਾਜਾ ਵੜਿੰਗ ਹੋਰਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਹੀ ਹੁੰਦੇ ਸੀ ਭਾਈ ਪਿਛਲੀ ਸਰਕਾਰ ਦੇ ਵਿੱਚ, ਤੁਸੀਂ ਉਹਨਾਂ ਦੇ ਨਾਲ ਹੀ ਵਿਧਾਇਕ ਹੁੰਦੇ ਸੀ, ਕੈਪਟਨ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਆ, ਤੁਸੀਂ ਵਿਰੋਧੀ ਧਿਰ ਦੇ ਵਿੱਚ ਬੈਠੇ ਹੋ। ਉਹ ਕਹਿੰਦੇ ਲੇਲੜੀਆਂ ਕੱਢਦੇ ਕੈਪਟਨ ਸਾਹਿਬ, ਲੇਲੜੀਆਂ, ਮਹੀਨਾ ਹੋ ਗਿਆ ਹੀ ਕਹਿੰਦੇ ਜਾ ਕੇ ਦਿੱਲੀ ਬੈਠਿਆਂ ਨੂੰ, ਰੋਜ਼ ਜਾ ਕੇ ਟੱਲੀ ਖੜਕਾਉਂਦੇ ਸੀ, ਰੋਜ਼ ਜਾ ਕੇ ਬੇਨਤੀਆਂ ਕਰਦੇ ਸੀ, ਅਰਜ਼ੀਆਂ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਵਾਰੀ ਤਾਂ ਮਿਲ ਲਓ, ਪ੍ਰਧਾਨ ਮੰਤਰੀ ਸਾਹਿਬ ਫੋਟੋ ਲਵਾਉਣੀ ਆ, ਲੋਕਾਂ ਨੂੰ ਦਿਖਾਉਣਾ ਕਿ ਭਾਈ ਤੁਸੀਂ ਸਾਡੇ ਹੀ ਹੋ।
ਉਹ ਕਹਿੰਦੇ ਮਹੀਨਾ ਇੱਕ ਲੈ ਲੈਣੀਆਂ ਕੱਢੀਆਂ ਤਾਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਟਾਈਮ ਦਿੱਤਾ। ਉਹ ਕਹਿੰਦੇ ਹੈ ਨਹੀਂ ਕੁਝ ਵੀ ਕੈਪਟਨ ਸਾਹਿਬ ਦੇ ਪੱਲੇ ਸਿਆਸੀ ਤੌਰ ਤੇ, ਖਤਮ ਕਹਾਣੀ, ਜਿੱਦਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿਹਾ ਸੀ। ਨਾਲ ਹੀ ਉਹ ਕਹਿੰਦੇ ਜੀ ਬੀਬੀ ਪ੍ਰਨੀਤ ਕੌਰ ਜੀ ਚੰਗੇ ਨਹੀਂ ਲੱਗੀਦਾ, ਤੁਹਾਡੇ ਘਰ ਵਾਲੇ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਬੀਜੇਪੀ 'ਚ ਮਰਜ ਹੋਣ ਨੂੰ ਫਿਰਦੀ ਹੈ, ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤਾਂ ਕਰਦੇ ਫਿਰਦੇ, ਟੱਬਰ 'ਚ ਤਾਂ ਇੱਕ ਰਹੋ, ਟੱਬਰ 'ਚ ਤਾਂ ਠੀਕ ਰਹੋ, ਜੇ ਹੈਗੀ ਆ ਮਾੜੀ ਮੋਟੀ ਗੱਲ ਤਾਂ ਪਾਰਟੀ ਛੱਡ ਦਿਓ, ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿਓ। ਚਲੋ ਚੰਗੀ ਗੱਲ ਹੈ ਜੀ, ਪਹਿਲਾਂ ਮਤਾ ਵੀ ਪਾਸ ਕੀਤਾ ਕਾਂਗਰਸੀਆਂ ਨੇ, ਹੁਣ ਰਾਜਾ ਵੜਿੰਗ ਸਾਹਿਬ ਨੇ ਕਿਹਾ ਵੀ, ਪਰ ਸਵਾਲ ਉੱਥੇ ਹੀ ਆ ਭਾਈ, ਜੇ ਅਸਤੀਫਾ ਦੇ ਦਿੱਤਾ, ਜੇ ਜ਼ਮੀਨੀ ਚੋਣ ਆ ਗਈ ਫਿਰ ਕਿੱਦਾਂ? ਅਰੇ ਚਲੋ ਉਹ ਤਾਂ ਬਾਅਦ ਦੀ ਗੱਲ ਹੈ, ਪਰ ਇੰਨਾ ਵੀ ਉਹਨਾਂ ਨੇ ਆਪਣੇ ਵੱਲੋਂ ਮਤਾ ਪਕਾ ਕੇ ਤੇ ਹਾਈ ਕਮਾਨ ਨੂੰ ਭੇਜ ਦਿੱਤਾ, ਇੱਕ ਪ੍ਰਨੀਤ ਕੌਰ ਹੋਰਾਂ ਬਾਰੇ, ਦੂਸਰਾ ਸੰਦੀਪ ਜਾਖੜ ਹੋਰਾਂ ਬਾਰੇ, ਇਹ ਬੰਦੇ ਮਾਰੇ ਪਾਰਟੀ ਦੇ ਹੈ ਨਹੀਂ, ਬਹੁਤਾ ਕਰਕੇ ਬੀਜੇਪੀ ਦੇ ਨੇ। ਉਹਦੀ ਤਾਂ ਇਹ ਵੀ ਚਰਚਾ ਜੀ ਚੱਲਦੀ ਸੀ ਵੀ ਸ਼ਾਇਦ ਉਹ ਤਾਂ ਘਰ ਤੇ ਝੰਡਾ ਵੀ ਤਾਂ ਹੁਣ ਬੀਜੇਪੀ ਦਾ ਜੀ, ਐਵੇਂ ਨਾਂ ਦੇ ਹੀ ਆਪਣੇ ਉਹ ਬੰਦੇ ਨੇ। ਉਹਦੇ ਤੇ ਹੁਣ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਇਹ ਤਾਂ ਵਕਤ ਦੱਸੂਗਾ, ਟਾਈਮ ਦੱਸੂਗਾ। ਪਰ ਇੱਕ ਗੱਲ ਵੈਸੇ ਵਿਚਾਰਨ ਵਾਲੀ ਆ ਵੀ ਜਿਸ ਹਿਸਾਬ ਨਾਲ ਹੁਣ ਕਾਂਗਰਸ ਪਾਰਟੀ ਦੇ ਵਿੱਚ ਇਹ ਰੌਲਾ ਰੱਪਾ ਜਿਹਾ ਪਿਆ, ਹਿਮਾਚਲ ਵਾਲੀਆਂ ਚੋਣਾਂ ਦੇ ਵਿੱਚ ਕੀ ਬਣੂਗਾ? ਕਿਉਂਕਿ ਉੱਥੇ ਹਿਮਾਚਲ ਵਾਲੀਆਂ ਚੋਣਾਂ ਦੇ ਹਿਸਾਬ ਨਾਲ ਉੱਥੇ ਜਾ ਕੇ ਵੀ ਰੈਲੀ ਕੀਤੀ ਸੀ, ਉੱਥੇ ਕਹਿੰਦੇ ਬੜੀਆਂ ਗਰੰਟੀਆਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ। ਉਹ ਕਹਿੰਦੇ ਜੀ ਵੀ 1500 ਰੁਪਈਆ ਔਰਤਾਂ ਨੂੰ ਦਿੱਤਾ ਜਾਣਾ, ਫਿਰ ਜਿਹੜੇ ਕਰਜ਼ੇ ਕੁਰਜ਼ੇ ਨੇ ਜੀ ਕਹਿੰਦੇ ਉਹਨਾਂ ਦੇ ਵੀ ਆਪਾਂ ਲੀਕ ਮਾਰਨ ਦੀ ਗੱਲ ਕਰਾਂਗੇ, ਨੌਕਰੀਆਂ ਦੀ ਗਰੰਟੀ ਵੀ ਦਿੱਤੀ ਗਈ। ਇੱਕ ਪਤਾ ਨਹੀਂ ਭੁਪੇਸ਼ ਬਘੇਲ ਹੀ ਉਹਨਾਂ ਦਾ ਨਾਮ, ਜੇ ਮੈਂ ਗਲਤ ਨਹੀਂ ਲੈ ਰਿਹਾ ਤਾਂ ਜੀ, ਉਹਨਾਂ ਦੇ ਕੋਈ ਗੱਲ ਚੱਲਦੀ ਸੁਣੀ ਸੀ, ਅਜੇ ਕੋਈ ਬਹੁਤੀ ਮੀਡੀਆ 'ਚ ਆਈ ਤਾਂ ਨਹੀਂ। ਉਹ ਤਾਂ ਕਹਿੰਦੇ 2 ਰੁਪਏ ਕਿਲੋ ਗੋਹਾ ਵੀ ਖਰੀਦਣਾ, ਪਤਾ ਨਹੀਂ ਉਹ ਕਦ ਲਈ, ਉਹ ਚਰਚਾ 'ਚ ਸੀਗੀ ਗੱਲਬਾਤ ਜੀ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ, ਗਰੰਟੀ ਸ਼ਬਦ ਤਾਂ ਵਰਤਣਗੇ ਹੀ, ਹੁਣ ਸਾਰੇ ਹੀ ਵਰਤਣਗੇ ਭਾਰਤ 'ਚ, ਕਿਉਂਕਿ ਪੰਜਾਬ 'ਚ ਗਰੰਟੀਆਂ ਦੇ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਆ, ਤੇ ਉਹ ਵੀ ਠੋਕ ਕੇ ਬਣਾਈ। ਇਹਨਾਂ ਨੇ ਵੀ ਤਾਂ ਗਰੰਟੀਆਂ ਹੀ ਦਿੱਤੀਆਂ ਸੀ ਕਿ ਬਿਜਲੀ ਦੀ ਆਹ ਗਰੰਟੀ ਜੀ, ਪਾਣੀ ਦੀ ਆਹ ਗਰੰਟੀ ਜੀ, ਸਿੱਖਿਆ ਦੀ ਆਹ ਗਰੰਟੀ ਜੀ, ਸਿਹਤ ਦੀ ਆਹ ਗਰੰਟੀ। ਕੇਜਰੀਵਾਲ ਸਾਹਿਬ ਕਿਹੜਾ 24 ਘੰਟੇ ਇੱਥੇ ਰਹਿੰਦੇ ਸੀ, ਹਫ਼ਤੇ 'ਚ 1 ਜਾਂ 2 ਵਾਰੀ ਆਉਂਦੇ ਸੀ, ਕੋਈ ਨਾ ਕੋਈ ਗਰੰਟੀ ਦੇ ਜਾਂਦੇ ਸੀ, ਤੇ ਲੋਕਾਂ ਨੇ ਗਰੰਟਡ ਵੋਟਾਂ ਦਿੱਤੀਆਂ। ਹੁਣ ਇਹਨਾਂ ਨੂੰ ਸੌਖਾ ਲੱਗਦਾ ਕਿ ਔਖਾ ਲੱਗਦਾ ਪਤਾ ਨਹੀਂ, ਪਰ ਤੁਸੀਂ ਹਿਮਾਚਲ ਪ੍ਰਦੇਸ਼ ਦਾ ਜੇ ਜ਼ਿਕਰ ਕੀਤਾ ਤੇ ਹਾਲਾਤ ਉੱਥੇ ਵੀ ਬੜੇ ਅਜੀਬ ਨੇ। ਤੁਸੀਂ ਇਹ ਦੇਖੋ ਸਾਰੀਆਂ ਪਾਰਟੀਆਂ ਕਿੱਦਾਂ ਕਸੂਤੀਆਂ ਫਸੀਆਂ। ਨਵੰਬਰ 'ਚ ਚੋਣਾਂ ਤੇ ਨਵੰਬਰ ਆਇਆ ਖੜਾ, ਸਤੰਬਰ, ਅਕਤੂਬਰ ਤੇ ਨਵੰਬਰ, ਕਿਸੇ ਵੇਲੇ ਵੀ ਢੋਲ ਤੇ ਡਾਗਾ ਲੱਗ ਜਾਣਾ, ਕੋਡ ਆਫ ਕੰਡਕਟ ਲੱਗ ਜੂ। ਜਿਹੜੀ ਬੀਜੇਪੀ ਦੀ ਸਰਕਾਰ ਹੈ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੂਜੀ ਵਾਰੀ ਵੀ ਸੱਤਾ 'ਚ ਆਉਣਾ, ਉਹ ਪਿਛਲੀਆਂ ਜ਼ਿਮਨੀ ਚੋਣਾਂ ਹਾਰ ਚੁੱਕੀ ਹੈ, ਲੋਕ ਸਭਾ ਵੀ ਤੇ ਵਿਧਾਨ ਸਭਾ ਵੀ ਇਸੇ ਹੀ ਸੂਬੇ 'ਚ। ਉਹਨਾਂ ਨੂੰ ਇਸ ਕਰਕੇ ਖਤਰਾ ਕਿ ਭਾਈ ਸਾਡਾ ਬਣੂਗਾ ਕੀ। ਕਾਂਗਰਸ ਪਾਰਟੀ ਨੇ ਮੈਨੀਫੈਸਟੋ ਜ਼ਰੂਰ ਜਾਰੀ ਕੀਤਾ, ਮੈਨੀਫੈਸਟੋ ਨਾਲ ਸੰਬੰਧਿਤ ਮੀਟਿੰਗਾਂ ਵੀ ਕੀਤੀਆਂ, ਸਾਰਾ ਕੁਝ ਕਹਿੰਦੇ ਲੋਕਾਂ ਨੂੰ ਮੁਫਤ ਦੇ ਦੇਣਾ। ਪਰ ਉੱਥੇ 2 ਵੱਡੇ ਧੜੇ ਨੇ ਕਾਂਗਰਸ ਦੇ, ਇੱਕ ਆਨੰਦ ਸ਼ਰਮਾ ਦਾ, ਦੂਜਾ ਵੀਰਭੱਦਰ ਸਿੰਘ ਦਾ। ਹੁਣ ਆਨੰਦ ਸ਼ਰਮਾ ਹੋਰੀ ਪਿਛਲੇ ਦਿਨੀ ਚੇਅਰਮੈਨ ਹੀ ਛੱਡ ਗਏ, ਹੁਣ ਮੈਨੀਫੈਸਟੋ ਕਮੇਟੀ ਦੀਆਂ ਬੈਠਕਾਂ ਸੀ ਉਹਦੇ ਵਿੱਚ ਬਣਾਏ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਜੇ 7 ਕਦਮ ਅੱਗੇ ਨੂੰ ਤੁਰਦੀ ਹੈ ਤਾਂ 7.25 ਕਦਮ ਪਿੱਛੇ ਨੂੰ ਆ ਜਾਂਦੀ ਹੈ। ਤੀਸਰਾ, ਆਮ ਆਦਮੀ ਪਾਰਟੀ ਵਾਲੇ ਇੱਥੇ ਪਹੁੰਚਦੇ ਆ। ਹੁਣ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਗਏ, ਤੇ ਉੱਥੇ ਜਾ ਕੇ ਭਗਵੰਤ ਮਾਨ ਹੋਰਾਂ ਨੇ ਕਿਹਾ, ਕਹਿੰਦੇ ਜੀ ਦੇਖੋ ਗੱਲ ਇਹ ਹੈ, ਸਾਡੇ ਤੇ ਦੋਸ਼ ਲਾਉਂਦੇ ਨੇ ਕਾਂਗਰਸ ਤੇ ਭਾਜਪਾ ਵਾਲੇ ਕਿ ਅਸੀਂ ਪੰਜਾਬ 'ਚ ਸਭ ਕੁਝ ਮੁਫਤ ਦੇਈ ਜਾਂਦੇ ਆ, ਅਸੀਂ ਦੇਸ਼ ਉਜਾੜ ਦੇਣਾ, ਅਸੀਂ ਸੂਬਾ ਉਜਾੜ ਦੇਣਾ। ਕਹਿੰਦੇ ਸੁਣ ਲਓ, ਲੋਕ ਕਹਿੰਦੇ ਟੈਕਸ ਦਿੰਦੇ ਆ, ਜਾਣੀ ਕਿ ਤੁਸੀਂ ਆਵਾਮ ਜਨਤਾ ਵੋਟਰ, ਤੁਸੀਂ ਚੀਜ਼ ਖਰੀਦਦੇ ਹੋ, ਟੈਕਸ ਦਿੰਦੇ ਹੋ, ਖਜ਼ਾਨੇ 'ਚ ਆਉਂਦਾ। ਕਹਿੰਦੇ ਖਜ਼ਾਨਾ ਸਾਡੇ ਪਿਓ ਦਾਦੇ ਦਾ ਤਾਂ ਨਹੀਂ, ਲੋਕਾਂ ਦੇ ਪੈਸੇ ਨੇ। ਜੇ ਲੋਕਾਂ ਨੂੰ ਸਕੂਲ ਬਣਾ ਕੇ ਦਿੰਨੇ, ਹਸਪਤਾਲ ਬਣਾ ਕੇ ਦਿੰਨੇ, ਮੁਫਤ ਦਵਾਈਆਂ ਦਿੰਨੇ, ਤਾਂ ਕੀ ਗਲਤ ਕਰਦੇ ਆ? ਲੋਕਾਂ ਦੇ ਪੈਸੇ ਲੋਕਾਂ ਦੇ ਲਾਉਣੇ ਆ, ਆਪਣੇ ਘਰ ਨੂੰ ਤਾਂ ਨਹੀਂ ਲਿਜਾਂਦੇ। ਇਸ ਕਰਕੇ ਉਹ ਕਹਿੰਦੇ ਜੀ ਜੇ ਇਹਨੂੰ ਮੁਫਤਖੋਰੀ ਕਿਹਾ ਜਾ ਰਿਹਾ ਤਾਂ ਦੱਸੋ ਹਿਮਾਚਲ ਦੇ ਲੋਕੋ, ਮੁਫਤਖੋਰੀ ਕਰੀਏ ਕਿ ਨਾ ਕਰੀਏ? ਹੁਣ ਜਿੰਨੇ ਕੁ ਬੰਦੇ ਮੂਹਰੇ ਆ ਕੇ ਬੈਠੇ ਹੁੰਦੇ ਆ, ਉਹ ਤਾਂ ਪਾਰਟੀਆਂ ਦੇ ਆਪਣੇ ਹੀ ਹੁੰਦੇ ਆ, ਉਹਨਾਂ ਤਾਂ ਕਹਿਣਾ ਹੀ ਹੁੰਦਾ ਕਿ ਭਾਈ ਇਦਾਂ ਦੀ ਮੁਫਤਖੋਰੀ ਤਾਂ ਸਾਨੂੰ ਚਾਹੀਦੀ ਹੈ। ਪਰ ਸੰਧਾਲੀਆ ਸਾਹਿਬ, ਇੱਕ ਗੱਲ ਮੰਨਣੀ ਪਊ, ਜਦੋਂ ਦੀ ਪੰਜਾਬ 'ਚ ਵਿਧਾਨ ਸਭਾ ਦੀ ਚੋਣ ਹੋਈ ਆ, ਕੇਜਰੀਵਾਲ ਤੇ ਸਿਸੋਦੀਆ ਸਾਹਿਬ ਤੋਂ ਬਾਅਦ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਰੀ ਨੇ। ਹਾਲਾਂਕਿ ਜੇ ਆਪਾਂ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਛਾਣ ਚੱਲ ਜਾਈਏ ਤਾਂ 2 ਮਹੀਨੇ ਪਹਿਲਾਂ ਚੋਣ ਤੋਂ ਕੇਜਰੀਵਾਲ ਸਾਹਿਬ ਆਉਂਦੇ ਹੁੰਦੇ ਸੀ, ਭਗਵੰਤ ਮਾਨ ਸਾਹਿਬ ਨਾਲ ਹੀ ਹੁੰਦੇ ਸੀ, ਪਰ ਭਗਵੰਤ ਮਾਨ ਸਾਹਿਬ ਬੋਲਦੇ ਨਹੀਂ ਸੀ ਹੁੰਦੇ। ਤੇ ਜਿੱਦਣ ਸੀਐਮ ਦਾ ਚਿਹਰਾ ਐਲਾਨਿਆ ਉਹਦੇ ਤੋਂ ਬਾਅਦ ਹੀ ਬੋਲਣ ਲੱਗਿਆ, ਤੇ ਹੁਣ ਅਗਲੇ ਕਹਿੰਦੇ ਭਾਈ ਹਿਮਾਚਲ 'ਚ ਵੀ ਬੋਲੋ। भगवंत जी आप अपना भाषण दे, तैयार कर ले, हमने कल आना है, इकट्ठे चलेंगे आगे हिमाचल, वहां जाके अपनी भाषा में गारंटी दें, बहुत से पंजाबी स्पीकिंग लोग हैं वहां पर बात आपकी सुनेंगे। ਇੱਥੇ ਤੇ ਵੈਸੇ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਸਮਝ हमको भी आ रही है
हमको भी पता चल गया है। ਅੱਛਾ ਇੱਦਾਂ ਵਾਰ ਸਾਹਿਬ ਦੇਖੋ ਗੱਲ ਆ ਵੀ ਭਗਵੰਤ ਮਾਨ ਹੋਰੀ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਅਗਲੇ ਹੁਣ ਮੁੱਖ ਮੰਤਰੀ ਨੇ ਤੇ ਵੀ ਹੁਣ ਜੇ ਇੱਕ ਅੱਧੇ ਪੌਣੇ ਸਟੇਟ ਦਾ ਮੁੱਖ ਮੰਤਰੀ ਜਾਵੇ, ਭਾਵੇਂ ਕਨਵੀਨਰ ਨੇ ਕੇਜਰੀਵਾਲ ਸਾਹਿਬ, ਉਹਦੇ ਨਾਲ ਇੱਕ ਪੂਰੇ ਸਟੇਟ ਦਾ ਮੁੱਖ ਮੰਤਰੀ ਜਾਵੇ ਤੇ ਬੋਲਣ ਸ਼ੈਲੀ ਉਹਨਾਂ ਦੇ ਕੋਲ ਹੋਵੇ, 3-4 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਕਾਰਡ ਹੋਵੇ, ਤੇ ਫਿਰ ਇਹ ਤੋਂ ਵਧੀਆ ਕੈਂਡੀਡੇਟ ਉਹਨਾਂ ਨੂੰ ਹੋਰ ਕਿਹੜਾ ਹੋ ਸਕਦਾ ਉੱਥੇ ਪ੍ਰਚਾਰ ਕਰਨ ਦੇ ਲਈ। ਬਾਕੀ ਜਿੱਦਾਂ ਕਿਉਂਕਿ ਮਾਨ ਸਾਹਿਬ ਅੱਜ ਦੇ ਨਹੀਂ, ਮਾਨ ਸਾਹਿਬ ਤਾਂ ਕਦੋਂ ਦੇ MP ਨੇ, ਤੇ ਦਿੱਲੀ ਦੇ ਵਿੱਚ ਜੋ ਕੁਛ ਹੁੰਦਾ ਰਿਹਾ, ਜੋ ਪਾਰਲੀਮੈਂਟ ਦੇ ਵਿੱਚ ਉਹ ਕਰਦੇ ਰਹੇ, ਇੱਧਰ ਉੱਧਰ ਮਿਲ ਗਿਲ ਕੇ ਵੀ ਕੀਤਾ। ਦਿੱਲੀ ਵਾਲੀਆਂ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਲਈਏ, ਭਾਵੇਂ ਉਹ ਲੋਕ ਸਭਾ ਦੀਆਂ ਹੋਣ, ਭਾਵੇਂ ਉੱਥੋਂ ਦੀਆਂ ਵਿਧਾਨ ਸਭਾ ਦੀਆਂ ਹੋਣ, ਉਹਨਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ ਸੀ। ਸੋ ਬੀਜੇਪੀ ਨੂੰ ਜੇ ਕੋਈ ਚੰਗੀ ਤਰ੍ਹਾਂ ਟੱਕਰ ਦੇ ਸਕਦਾ, ਜਾਂ ਕਹਿ ਲਓ ਕਿ ਚੀਜ਼ਾਂ ਗਣਾ ਕੇ ਟੱਕਰ ਦੇ ਸਕਦਾ, ਤੇ ਉਸ ਭਾਸ਼ਣ ਕਲਾ ਦੇ ਵਿੱਚ ਵੀ ਮਾਨ ਸਾਹਿਬ ਬੜੇ ਨਿਪੁੰਨ ਨੇ। ਇਸ ਕਰਕੇ ਵੀ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ ਮਾਨ ਸਾਹਿਬ ਬਿਨਾਂ ਗੱਡੀ ਨਹੀਂ ਚੱਲਣੀ। ਜੇ ਮੈਂ ਗਲਤ ਨਹੀਂ ਤੇ 15-15 ਲੱਖ ਰੁਪਏ ਦਾ ਜ਼ਿਕਰ ਵੀ ਤੇ ਹੋਇਆ ਹੀ ਸੀਗਾ। ਉਹ ਕਹਿੰਦੇ ਵੀ ਹੁਣ ਜੇ ਆਪਾਂ ਫਰੀ ਦੀਆਂ ਗੱਲਾਂ ਕਰਦੇ ਹਾਂ ਵੀ ਆਹ ਦੇਤਾ ਜੀ, ਆਹ ਦੇਤਾ ਫਰੀ, ਤੇ ਅਸੀਂ ਕਿਹੜਾ ਕਹਿੰਦੇ 15-15 ਲੱਖ ਦਿੰਦੇ ਹਾਂ ਕਿਸੇ ਦੇ ਖਾਤੇ 'ਚ ਪਾਉਣ ਦੀ, ਇਹੋ ਜਿਹੀ ਤਾਂ ਗੱਲ ਕਰਦੇ ਨਹੀਂ ਕੋਈ। ਹੁਣ ਇਹੋ ਜਿਹੀ ਚੋਟ ਤੇ ਮਾਨ ਸਾਹਿਬ ਹੀ ਲਾ ਸਕਦੇ ਆ ਨਾ। ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਬਰਾਬਰ ਦੀ ਟੱਕਰ, ਗੱਲਾਂ ਬਾਤਾਂ 'ਚ ਬਰਾਬਰ ਦੀ ਟੱਕਰ ਜਿਹੜੀ ਆ ਭਗਵੰਤ ਮਾਨ ਹੋਰੀ ਦਿੰਦੇ ਆ। ਜੇ ਹੁਣ ਸਾਰਿਆਂ ਦੀ ਗੱਲ ਕੀਤੀ ਹੈ, ਸੰਧਾਲੀਆ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਨਾਲ ਲੱਗਦਾ ਕਰ ਲਈਏ, ਗਜਿੰਦਰ ਸਿੰਘ ਸ਼ੇਖਾਵਤ, ਆਪਾਂ ਨੂੰ ਮੈਨੂੰ ਲੱਗਦਾ 3 ਪ੍ਰੋਗਰਾਮ ਹੋ ਗਿਆ ਅੱਜ ਲਗਾਤਾਰ, ਰੋਜ਼ ਆਪਾਂ ਗੱਲ ਇਸੇ ਮੁੱਦੇ ਤੇ ਕਰਦੇ ਹਾਂ ਕਿ ਬੀਜੇਪੀ ਦਾ ਪੰਜਾਬ 'ਚ ਕੀ। ਬਹੁਤ ਲੋਕਾਂ ਦੀ ਰਾਏ ਆ ਨਹੀਂ ਜੀ ਲੱਭਣਾ ਨਹੀਂ ਕੁਛ, ਬੀਜੇਪੀ ਦਾ ਔਖਾ ਜੀ, ਖੇਤੀ ਅੰਦੋਲਨ ਤੋਂ ਬਾਅਦ ਬਹੁਤ ਔਖਾ ਜੀ। ਇਹ ਗੱਲ ਵੈਸੇ ਠੀਕ ਵੀ ਹੈ ਕਿ ਇੰਨਾ ਸੁਖਾਲਾ ਨਹੀਂ, ਪਰ ਖੇਤੀ ਅੰਦੋਲਨ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਦੀਆਂ 2 ਸੀਟਾਂ ਵੀ ਜਿੱਤੀਆਂ ਸੀ ਤੇ 6-7% ਦੀ ਵੋਟਾਂ ਵੀ ਲਈਆਂ, ਤੇ ਜਦੋਂ 6-7% ਦੀ ਵੋਟਾਂ ਲੈ ਲਈਆਂ ਉਹਦੇ ਤੋਂ ਬਾਅਦ ਅਗਲਿਆਂ ਦੀ ਤਿਆਰੀ ਆ। ਗਜਿੰਦਰ ਸਿੰਘ ਸ਼ੇਖਾਵਤ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਨੇ, ਸੰਧਾਲੀਆ ਸਾਹਿਬ, ਉਹਨਾਂ ਨੇ 2 ਗੱਲਾਂ ਕਹੀਆਂ ਤੇ ਦੋਨੇ ਹੀ ਪੰਜਾਬ ਦੇ ਲੋਕਾਂ ਦੇ ਲਈ ਵਿਚਾਰਨ ਵਾਲੀਆਂ। ਪਹਿਲੀ ਗੱਲ ਉਹਨਾਂ ਨੇ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਬਾਬਤ ਕੀਤੀ। ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਕਾਹਦੇ ਸਿਰ ਤੇ ਲੜਦਾ? ਸੰਗਰੂਰ ਦੀ ਜਿਹੜੀ ਲੰਘੀ ਚੋਣ ਹੈ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਗੀਤ ਤੱਕ ਗਾਇਆ ਸੀ ਜਿਹੜਾ ਬੈਨ ਹੋ ਗਿਆ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਲੈਕਸ਼ਨ ਹਰੀਏ ਜਿੱਤੀਏ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕਾਇਮ ਰਹਾਂਗੇ। ਉਹਨਾਂ ਨੇ ਤਾਂ ਆਪਦੀ ਪਾਰਟੀ ਦੇ ਕਿਸੇ ਲੀਡਰ ਨੂੰ ਟਿਕਟ ਵੀ ਨਾ ਸੀ ਦਿੱਤੀ। ਦੂਜੇ ਪਾਸੇ ਸੰਗਰੂਰ ਤੋਂ MP ਨੇ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹ ਵੀ ਕਹਿੰਦੇ ਸੀ ਕਿ ਭਾਈ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ। ਦਿੱਲੀ ਦੇ ਵਿੱਚ ਜਾ ਕੇ ਇੱਕ ਦਿਨ ਧਰਨਾ ਵੀ ਦਿੱਤਾ। ਸਾਰੀਆਂ ਧਿਰਾਂ ਕਹਿੰਦੀਆਂ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਆ ਜੀ, ਜੇਲ੍ਹਾਂ ਦੇ ਵਿੱਚ ਬੰਦ ਨੇ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਤੇ ਕਿਉਂ ਬੰਦ ਨੇ? ਆ ਜਦੋਂ ਪਿਛਲੇ ਦਿਨਾਂ ਦੇ ਵਿੱਚ 1-2 ਕੇਸਾਂ ਦੇ ਵਿੱਚੋਂ ਕੈਦੀਆਂ ਦੀ ਰਿਹਾਈ ਹੋਈ ਹੈ, ਉਦੋਂ ਫਿਰ ਮੁੱਦਾ ਚੱਲਿਆ ਕਿ ਭਾਈ ਜੀ ਉਹ ਰਿਹਾ ਕੀਤੇ ਜਾ ਸਕਦੇ ਤਾਂ ਇਹ ਕਿਉਂ ਨਹੀਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸਾਹਿਬ ਦੇ ਕਹਿਣ ਤੇ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਲਾਈਆਂ ਉਹਨਾਂ ਸਿੱਖ ਕੈਦੀਆਂ ਦੀਆਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਜੇਲ੍ਹਾਂ 'ਚ ਬੰਦ ਨੇ। ਗਜਿੰਦਰ ਸਿੰਘ ਸ਼ੇਖਾਵਤ ਸਾਹਿਬ, ਜਿਨ੍ਹਾਂ ਦੀ ਕੇਂਦਰ ਸਰਕਾਰ ਹੈ, ਜਿਨ੍ਹਾਂ ਨੇ ਫੈਸਲਾ ਕਰਨਾ, ਕਿਉਂਕਿ ਇਲਜ਼ਾਮ ਲੱਗਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਵੀ ਰਿਹਾਈ ਨਹੀਂ ਕਰ ਰਹੇ। ਅਨਾਉਂਸ ਕੀਤਾ ਸੀ ਉਹਨਾਂ ਨੇ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਤੇ। ਸ਼ੇਖਾਵਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਜਾਂਦੇ ਆ ਤੇ ਉੱਥੇ ਜਾ ਕੇ ਲੋਕਾਂ ਦੇ ਘਰ ਵੀ ਰਹਿੰਦੇ ਆ, ਲੰਗਰ ਪਾਣੀ ਪ੍ਰਸ਼ਾਦਾ ਵੀ ਛਕਦੇ ਆ, ਗੁਰੂ ਘਰ ਮੱਥਾ ਵੀ ਟੇਕਦੇ ਆ, ਲੋਕਾਂ ਨੂੰ ਸੰਬੋਧਨ ਵੀ ਕਰਦੇ ਆ, ਪਾਰਟੀ ਦੇ ਵਰਕਰਾਂ ਨਾਲ ਵੀ ਬਹਿੰਦੇ ਆ। ਪਰ ਜਿਹੜੀ ਗੱਲ ਉਹਨਾਂ ਨੇ ਕਹਿਤੀ ਨਾ, ਪੰਜਾਬ ਦੀਆਂ ਸਿਆਸੀ ਪਾਰਟੀਆਂ ਜਵਾਬ ਦੇਣ, ਮੂਕ ਦਰਸ਼ਕ ਨਾ ਬਣ, ਚੁੱਪ ਕਰਕੇ ਨਾ ਬੈਠਣ। ਸ਼ੇਖਾਵਤ ਸਾਹਿਬ ਕਹਿੰਦੇ, ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ, ਉਹ ਕਹਿੰਦੇ ਜੀ ਪਹਿਲੀ ਗੱਲ, ਜਿਹੜੇ ਸਿੱਖ ਕੈਦੀ ਕਹਿੰਦੇ ਜੇਲ੍ਹਾਂ 'ਚ ਬੰਦ ਸੀ, ਜਿਨ੍ਹਾਂ ਦੇ ਬਾਬਤ ਅਸੀਂ ਵਾਅਦਾ ਕੀਤਾ ਸੀ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਅਸੀਂ ਰਿਹਾ ਕਰ ਦਿੱਤੇ। ਉਹ ਕਹਿੰਦੇ 2 ਕੈਦੀ ਨਹੀਂ ਰਿਹਾ ਹੋਏ। ਇੱਕ ਕਹਿੰਦੇ ਜੇ ਦਿੱਲੀ ਸਰਕਾਰ ਦੇ ਕੋਲ ਆਉਂਦਾ, ਉਹਨਾਂ ਨੂੰ ਪੁੱਛ ਲਓ ਕਿਉਂ ਨਹੀਂ ਰਿਹਾ ਹੋਏ, ਉਹਨਾਂ ਦੇ ਅਧੀਨ ਆ, ਉਹਨਾਂ ਨੇ ਪ੍ਰਵਾਨਗੀ ਦੇਣੀ ਆ। ਦੂਸਰਾ ਕਹਿੰਦੇ ਕਰਨਾਟਕ ਦੇ ਵਿੱਚੋਂ ਸਿੰਘ ਬੰਦ ਨੇ ਤੇ ਉਹਨਾਂ ਦਾ ਮਾਮਲਾ ਅਦਾਲਤ ਦੇ ਵਿੱਚ ਆ, ਸਾਡੇ ਅਧਿਕਾਰ ਖੇਤਰ 'ਚ ਨਹੀਂ। ਇਹਨਾਂ 2 ਤੋਂ ਬਿਨਾਂ ਉਹ ਕਹਿੰਦੇ ਜੀ ਅਸੀਂ ਰਿਹਾਈ ਕਰ ਦਿੱਤੀ ਹੈ। ਤੇ ਨਾਲ ਜਿਹੜੇ ਉਹਨਾਂ ਨੇ ਗੱਲ ਕਹੀ, ਉਹ ਕਹਿੰਦੇ ਜੀ ਸਾਰੇ ਮੰਗ ਕੀਤੀ ਜਾਂਦੀ, ਉਹ ਕਹਿੰਦੇ ਜੀ ਸਾਨੂੰ ਬੜੇ ਲੋਕ ਮਿਲਣ ਆਉਂਦੇ ਆ, ਪਾਰਟੀਆਂ ਵਾਲੇ ਬੰਦੇ ਵੀ ਆਉਂਦੇ ਆ। ਮੈਨੂੰ ਕਹਿੰਦੇ ਅੱਜ ਤੱਕ ਕਿਸੇ ਨੇ ਲਿਸਟ ਹੀ ਨਹੀਂ ਦਿੱਤੀ, ਕੇਂਦਰ ਸਰਕਾਰ ਨੂੰ ਕਿਸੇ ਨੇ ਕੋਈ ਸੂਚੀ ਨਹੀਂ ਦਿੱਤੀ ਕਿ ਕਿਹੜੇ ਰਿਹਾ ਕਰਨੇ ਆ। ਮੀਡੀਆ 'ਚ ਕਹਿੰਦੇ ਜੀ ਗੱਲ ਕਰਦੇ ਹੋਣਗੇ, ਧਰਨੇ 'ਚ ਗੱਲ ਕਰਦੇ ਹੋਣਗੇ, ਫੋਟੋ ਦਿਖਾਉਂਦੇ ਹੋਣਗੇ, ਪਰ ਕਹਿੰਦੇ ਸਾਨੂੰ ਨਹੀਂ ਲਿਖਤੀ ਕਿਸੇ ਨੇ ਵੀ ਦਿੱਤਾ ਕਿ ਭਾਈ ਕਿਹੜੇ ਸਿੱਖ ਕੈਦੀ ਹੋਰ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤੇ ਜਿਨ੍ਹਾਂ ਦੀ ਰਿਹਾਈ ਬਾਕੀ ਆ। 2 ਬੰਦਿਆਂ ਦਾ ਕਹਿੰਦੇ ਜੀ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਉਹ ਕੇਂਦਰ ਸਰਕਾਰ ਦੇ ਵਿੱਚ ਸੰਧਾਵਾਲੀਆ ਸਾਹਿਬ ਮੰਤਰੀ ਨੇ, ਪੰਜਾਬ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਹੈ, ਇਸ ਮਸਲੇ ਤੇ ਨਾਮ ਵੀ ਬੋਲਦੇ ਚੱਲਦਾ ਸੀ, ਪਰ ਜੇ ਉਹ ਬੋਲੇ ਨੇ ਤਾਂ ਜਿਹੜੇ ਪਿਛਲੇ ਦਿਨਾਂ 'ਚ ਧਰਨੇ ਹੁੰਦੇ ਰਹੇ ਆ,
ਜਿਹੜੇ ਬੰਦੇ ਕਹਿੰਦੇ ਸੀ ਕਿ ਭਾਈ ਅਸੀਂ ਉਸ ਮਸਲੇ ਦੇ ਉੱਤੇ ਬਿਲਕੁਲ ਪ੍ਰਤੀਬੱਧ ਹੈ, ਉਸ ਮਸਲੇ ਤੇ ਖੜੇ ਰਾਂਗੇ, ਰਿਹਾਈ ਚਾਹੀਦੀ ਹੈ, ਕੀ ਉਹ ਕਦੇ ਲਿਸਟ ਨਹੀਂ ਦੇ ਕੇ ਆਏ? ਜੇ ਕਦੇ ਲਿਸਟ ਦੇ ਕੇ ਆਏ ਆ, ਲਿਖਤੀ ਕਿਸੇ ਨੇ ਮੰਗ ਕੀਤੀ ਹੈ, ਸਰਕਾਰ ਨੂੰ ਕੋਈ ਰਜਿਸਟਰੀ ਕੀਤੀ ਹੈ, ਤਾਂ ਭਾਈ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਨੂੰ ਦਿਖਾਓ ਕਿ ਭਾਈ ਆਹ ਨੇ ਸਾਡੇ ਸਿੱਖ ਕੈਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਜਿਨ੍ਹਾਂ ਦੀ ਜੇਲ੍ਹਾਂ ਦੇ ਵਿੱਚੋਂ ਅਸੀਂ ਰਿਹਾਈ ਮੰਗਦੇ ਹਾਂ। ਚੁੱਪ ਨਾ ਬੈਠਣ ਉਹਨੂੰ ਧਿਰਾਂ ਜਿਹੜੀਆਂ ਮੰਗ ਕਰਦੀਆਂ ਸੀ, ਜੇ ਤਾਂ ਕੋਈ ਸਬੂਤ ਹੈਗਾ ਤਾਂ ਲੋਕਾਂ ਦੇ, ਸੰਗਤ ਦੇ, ਸਰਕਾਰ ਦੇ ਸਾਹਮਣੇ ਲੈ ਕੇ ਆਉਣ। ਤਾਂ ਜੇ ਚੁੱਪ ਬੈਠ ਗਏ ਤਾਂ ਫਿਰ ਲੋਕ ਕੀ ਸੋਚਣਗੇ ਕਿ ਭਾਈ ਸਾਡੇ ਸਾਹਮਣੇ ਤਾਂ ਕਹਿੰਦੇ ਆ ਸਾਨੂੰ ਰਿਹਾਈ ਚਾਹੀਦੀ ਹੈ, ਪਰ ਅੰਦਰ ਖਾਤੇ ਜਾ ਕੇ ਕਹਿੰਦੇ ਜੇ ਕੋਈ ਚਿੱਠੀ ਨਹੀਂ ਦਿੰਦੇ ਤਾਂ ਕਹਾਣੀ ਕਿੱਥੇ ਹੈ? ਮੈਨੂੰ ਨਾ ਦੋ ਗੱਲਾਂ ਲੱਗਦੀਆਂ ਨੇ। ਦੇਖੋ, ਪਹਿਲੀ ਗੱਲ ਤੇ ਮੈਨੂੰ ਚੰਗੀ ਲੱਗਦੀ ਹੈ, ਉਹ ਚੰਗੀ ਗੱਲ ਇਹ ਲੱਗਦੀ ਹੈ ਵੀ ਦੇਖੋ ਅਗਲਿਆਂ ਨੇ ਇੱਕ ਰਾਹ ਜਿਹਾ ਮੰਗ ਲਿਆ ਵੀ ਯਾਰ ਤੁਸੀਂ ਕੋਈ ਗੱਲ ਨਹੀਂ ਲਿਸਟ ਲੈ ਆਓ ਤੇ ਆਪਾਂ ਤੁਹਾਨੂੰ ਜਿਹੜੀ ਵੀ ਗੱਲ ਹੋਊਗੀ ਕਲੀਅਰ ਕਰ ਦਾਂਗੇ। ਉਹ ਲਿਸਟ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਦੇ ਸਕਦਾ ਜਾਂ ਹੋਰ ਸਿੱਖ ਜਥੇਬੰਦੀਆਂ ਦੇ ਸਕਦੇ ਨਹੀਂ ਹੈ, ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਸਕਦੇ ਹੈ ਨਾ। ਦੂਜਾ ਮੈਨੂੰ ਥੋੜਾ ਜਿਹਾ ਤੌਖਲਾ ਇਹ ਹੈ ਵੀ ਇਸੇ ਤਰ੍ਹਾਂ ਦਾ ਬਿਆਨ ਤੁਹਾਨੂੰ ਯਾਦ ਹੋਣਾ ਜਦੋਂ 84 ਦੇ ਬਾਰੇ 'ਚ ਕਿਹਾ ਜਾਂਦਾ ਸੀਗਾ ਕਿ ਬਹੁਤ ਸਾਰਾ ਜੀ ਸਮਾਨ ਜਿਹੜਾ ਉਦੋਂ ਭਾਰਤੀ ਫੌਜ ਚੁੱਕ ਕੇ ਲੈ ਗਈ ਸੀ ਤੇ ਸਾਡਾ ਉਹ ਸਮਾਨ ਵਾਪਸ ਕਰੋ। ਉਦੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ ਇਹ ਮੰਗ ਰੱਖੀ ਜਾਂਦੀ ਸੀ ਤੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਹੋਰੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਸੀ। ਉਹ ਕਹਿੰਦੇ ਜੀ ਸਾਡੇ ਰਿਕਾਰਡ ਦੇ ਹਿਸਾਬ ਨਾਲ ਤੇ ਸਾਰਾ ਕੁਝ ਵਾਪਸ ਹੋ ਗਿਆ, ਫਿਰ ਵੀ ਤੁਸੀਂ ਮੈਨੂੰ ਲਿਸਟ ਲਿਆ ਦਿਓ ਵੀ ਕਿਹੜੀ ਕਿਹੜੀ ਚੀਜ਼ ਰਹਿ ਗਈ ਹੈ। ਤੇ ਮੈਂ ਉਸ ਬਿਆਨ ਤੋਂ ਬਾਅਦ ਕਦੀ ਉਹ ਮੰਗ ਦੁਬਾਰਾ ਨਹੀਂ ਸੁਣੀ ਤੇ ਮੈਨੂੰ ਐਂ ਲੱਗਦਾ ਵੀ ਇਹ ਨਾ ਹੋਵੇ ਸ਼ੇਖਾਵਤ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਕਿਤੇ ਆ ਵੀ ਹੋ ਜੇ। ਗਲਤ ਹੈ ਜੀ, ਗਲਤ ਹੈ। ਕਮੇਟੀ ਬਣਾਤੀ ਸੀ ਅਸੀਂ। ਨਹੀਂ, ਅੱਛਾ ਹੁਣ ਵੀ ਕਮੇਟੀ ਬਣ ਜੂਗੀ ਇਹਦਾ ਮਤਲਬ? ਅੱਛਾ, ਕਮੇਟੀ ਮੁੜ ਕੇ ਦੱਸੂਗੀ ਵੀ ਨਾਂ ਕਿਹੜੇ ਕਿਹੜੇ ਨੇ। ਪਰ ਚਲੋ ਦੇਖੋ, ਗੱਲ ਆ ਆਪਾਂ ਇੱਥੇ ਬੇਨਤੀ ਇਹ ਜ਼ਰੂਰ ਕਰਦੇ ਹਾਂ ਵੀ ਜੇ ਤੇ ਗੱਲ ਹੁਣ ਇੱਥੇ ਆਣ ਕੇ ਖੜ ਗਈ ਵੀ ਸਿਰਫ ਉਹ ਕਹਿੰਦੇ ਨੇ ਨਾਂ ਚਾਹੀਦੇ ਆ ਤੇ ਅਸੀਂ ਉਹਦੇ ਤੇ ਸੋਚ ਵਿਚਾਰ ਲੈਂਦੇ ਹਾਂ। ਮੈਂ ਨਾ ਵੀ ਕੱਲ੍ਹ ਦਾ ਦਿਨ ਨਹੀਂ ਚੜ੍ਹਨਾ ਚਾਹੀਦਾ। ਜਿਸ ਪਾਰਟੀ ਦੇ ਕੋਲ ਵੀ ਇਹ ਸਾਰੇ ਕੁਝ ਦੀ ਇਨਫੋਰਮੇਸ਼ਨ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਤੱਕ ਇਹ ਲਿਸਟ ਪਹੁੰਚਦੀ ਕਰਨੀ ਚਾਹੀਦੀ ਆ। ਉਹਦੇ ਤੋਂ ਬਾਅਦ ਜੋ ਅੱਗੇ ਕੀ ਜਵਾਬ ਦਿੰਦੇ ਨੇ ਜਾਂ ਉਹਦੀ ਪੈਰਵਾਈ ਤੋਂ ਬਾਅਦ ਉਹਨਾਂ ਦਾ ਕੀ ਜਵਾਬ ਆਉਂਦਾ, ਫਿਰ ਉਹ ਲੋਕਾਂ ਦੇ ਸਾਹਮਣੇ ਗੱਲ ਰੱਖੀ ਜਾਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਇਹ ਕਲੀਅਰ ਹੋਵੇ ਵੀ ਸਿਆਸਤ ਕਿੰਨੀ ਕਿਆ ਤੇ ਸੱਚਾਈ ਕਿੰਨੀ ਕਿਆ। ਸੰਧਾ ਬਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਇਸ ਮੁੱਦੇ ਤੇ ਨਾ ਜਥੇਦਾਰ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਸਟੈਂਡ ਲੈ ਲੈਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਕਹਿ ਦੇਣ ਕਿ ਭਾਈ ਇੰਨੀ ਤਰੀਕ ਨੂੰ ਜਾਣੀ ਕੱਲ੍ਹ ਜਾਂ ਪਰਸੋਂ ਇੰਨੇ ਵਜੇ ਜਿਹੜੀਆਂ ਵੀ ਧਿਰਾਂ ਚਾਹੁੰਦੀਆਂ ਕਿ ਸਿੱਖ ਕੈਦੀ ਰਿਹਾ ਹੁਣ ਇੱਥੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਜਾ ਕੇ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਇੱਕ ਰਜਿਸਟਰੀ ਕਰ ਦਿਓ ਕਿ ਭਾਈ ਅਸੀਂ MP ਹਾਂ, ਅਸੀਂ MLA ਹਾਂ, ਅਸੀਂ ਇਸ ਪਾਰਟੀ ਦੇ ਹਾਂ, ਅਸੀਂ ਆਹ ਬੰਦੇ ਅਸੀਂ ਸਾਰੇ ਮੰਗਦੇ ਹਾਂ, ਆਹ ਸਿੱਖ ਕੈਦੀ ਨੇ, ਆਹ ਉਹਨਾਂ ਦੀ ਹਿਸਟਰੀ ਹੈ, ਆਹ ਸਜ਼ਾ ਪੂਰੀ ਹੋ ਚੁੱਕੀ ਤੇ ਉਹਨੂੰ ਰਿਹਾ ਕਰ ਦਿਓ, ਇਕੱਠੇ ਹੋ ਕੇ ਭੇਜ ਦਿਓ। ਆਪਾਂ ਵੱਖਰਾ ਵੱਖਰਾ ਢੋਲਕਾਂ ਨੂੰ ਬਚਾਉਣਾ। ਜੇ ਆਪਾਂ ਇੰਨੇ ਸਿੰਸੀਅਰ ਹਾਂ, ਇੰਨੇ ਗੰਭੀਰ ਹਾਂ, ਆਪਾਂ ਕਹਿੰਦੇ ਕਿ ਭਾਈ ਉਹਨਾਂ ਦੀ ਸਾਰੀ ਉਮਰ ਨਿਕਲ ਗਈ ਕਾਲ ਕੋਠੜੀਆਂ ਦੇ ਵਿੱਚ, ਗੰਭੀਰਤਾ ਇਕੱਠੇ ਹੋ ਕੇ ਦਿਖਾ ਦਿਓ। ਹਾਂ, ਸਿਆਸੀ ਤੌਰ ਤੇ ਤੁਸੀਂ ਲੜਨਾ 20 ਵਾਰੀ ਆਉਂਦਾ ਹੀ ਲੜ ਪਿਓ ਬੇਸ਼ੱਕ, ਕਿਸੇ ਵੀ ਹੋਰ ਮੁੱਦੇ ਤੇ ਰੈਲੀਆਂ ਕਰੋ, ਰੋਡ ਸ਼ੋਅ ਕਰੋ, ਇਲਜ਼ਾਮ ਲਾਓ ਇੱਕ ਦੂਸਰੇ ਤੇ 20 ਵਾਰੀ ਲਾਓ। ਇਸ ਮੁੱਦੇ ਤੇ ਤਾਂ ਨਾ ਲਾਓ। ਹੁਣ ਤਾਂ ਕੇਂਦਰ ਸਰਕਾਰ ਦੇ ਮੰਤਰੀ ਕਹਿ ਗਏ ਸਿੱਧੇ ਆ ਕੇ, ਤੇ ਜੇ ਕਹਿ ਗਏ ਤਾਂ ਭਾਈ ਜਾ ਕੇ ਸਬੂਤ ਦਿਓ। ਹੋ ਸਕਦਾ ਉਹਨਾਂ ਤੋਂ ਵੀ ਫਾਈਲ ਉੱਪਰ ਥੱਲੇ ਰੱਖੋਗੀ ਹੋਵੇ, ਤੁਸੀਂ ਜਾ ਕੇ ਦੱਸ ਕੇ ਹੀ ਆਏ ਹੋ। ਅਸੀਂ ਨਹੀਂ ਕਹਿੰਦੇ ਨਹੀਂ ਦੱਸਿਆ ਹੋਣਾ, ਫਾਈਲ ਦੀ ਫੋਟੋ ਸਟੇਟ ਤੁਹਾਡੇ ਕੋਲ ਹੋਣੀ ਆ, ਦੁਬਾਰਾ ਭੇਜ ਦਿਓ ਰਿਮਾਈਂਡਰ। ਬਿਲਕੁਲ ਠੀਕ ਆ। ਅੱਛਾ, ਦੂਜੀ ਗੱਲ ਆਪਾਂ ਕਰ ਲਈਏ, ਕੱਲ੍ਹ ਵੀ ਰਹਿੰਦੀ ਰਹਿ ਗਈ ਸੀ ਪਰ ਹੁਣ ਉਹਦੇ 'ਚ ਕਿਉਂਕਿ ਕੇਜਰੀਵਾਲ ਸਾਹਿਬ ਦਾ ਜਵਾਬ ਆਇਆ ਆਪਾਂ ਉਹਦੀ ਗੱਲ ਵੀ ਕਰਾਂਗੇ, ਪਰ ਉਹਦੇ ਵਿੱਚ ਹੁਣ ਵਿਰੋਧੀਆਂ ਵੀ ਗੱਲ ਚੱਕੀ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਜ਼ਿਕਰ ਕੀਤਾ, ਅੰਨਾ ਹਜ਼ਾਰੇ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਸੀ ਕੇਜਰੀਵਾਲ ਸਾਹਿਬ ਨੂੰ, ਉਹ ਕਹਿੰਦੇ ਵੀ ਆਹ ਦੇਖ ਲਓ ਮਹਾਰਾਜ, ਹੋਰ ਕਿਸੇ ਦੀ ਨਹੀਂ ਸੁਣਨੀ ਤੇ ਨਾ ਸੁਣੋ, ਆਪਣੇ ਗੁਰੂ ਦੀ ਤੇ ਸੁਣ ਲਓ ਕੇਜਰੀਵਾਲ ਸਾਹਿਬ। ਉਹ ਕਹਿੰਦੇ ਅੱਗੇ 6-7 ਸਾਲ ਹੋ ਗਏ ਸੀ ਕਦੀ ਅੰਨਾ ਹਜ਼ਾਰੇ ਨੇ ਚਿੱਠੀ ਨਹੀਂ ਸੀ ਲਿਖੀ ਕੇਜਰੀਵਾਲ ਹੋਰਾਂ ਨੂੰ, ਕਿਉਂਕਿ ਉਦੋਂ ਕਹਿੰਦੇ ਉਹ ਸਵਰਾਜ ਦੀ ਗੱਲ ਕਰਦੇ ਸੀਗੇ, ਉਦੋਂ ਲੋਕਾਂ ਦੇ ਭਲੇ ਦੀ ਗੱਲ ਹੁੰਦੀ ਸੀਗੀ। ਹੁਣ ਕਹਿੰਦੇ ਅੱਜ ਕੱਲ੍ਹ ਉਹ ਸਿਆਸਤ ਦੀ ਗੱਲ ਕਰਨ ਲੱਗ ਪਏ ਆ, ਉਹ ਥੋੜ੍ਹਾ ਜਿਹਾ ਸੱਤਾ ਦਾ ਨਸ਼ਾ ਕਹਿੰਦੇ ਉਹਨਾਂ ਦੇ ਉੱਪਰ ਜ਼ਿਆਦਾ ਹਾਵੀ ਭਾਵੀ ਹੋ ਗਿਆ ਤੇ ਇਸ ਕਰਕੇ ਉਹਨਾਂ ਦੇ ਗੁਰੂ ਅੰਨਾ ਹਜ਼ਾਰੇ ਨੂੰ ਵੀ ਚਿੱਠੀ ਲਿਖਣੀ ਪਈ ਆ। ਹੁਣ ਦੇਖੋ, ਚਿੱਠੀ ਅੰਨਾ ਹਜ਼ਾਰੇ ਨੇ ਲਿਖੀ ਕੇਜਰੀਵਾਲ ਸਾਹਿਬ ਨੂੰ, ਪਰ ਮੌਕਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਮਿਲ ਪਿਆ। ਉਹ ਕਹਿੰਦੇ ਆਹ ਦੇਖ ਲਓ ਭਾਈ ਸਾਹਿਬ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੱਥੇ ਖੜੀ ਹੈ ਇਸ ਵਕਤ ਸਰਕਾਰ। ਦੇਖੋ, ਹੰਸਰਾਜ ਹੋਰਾਂ ਨੇ ਵੀ ਥੋੜ੍ਹਾ ਜਿਹਾ ਲੈ ਦੇ ਵਿੱਚ ਇਹੀ ਗੱਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਬਾਜਵਾ ਸਾਹਿਬ ਤੇ ਹੰਸਰਾਜ ਹੋਰੀ ਤਕਰੀਬਨ ਇੱਕੋ ਟਰੈਕ ਦੇ ਉੱਤੇ ਬੋਲੇ ਆ, ਵੱਖ-ਵੱਖ ਥਾਵਾਂ ਤੇ ਪਾਰਟੀਆਂ ਵੀ ਅੱਡ ਨੇ। ਹੁਣ ਪਹਿਲੀ ਗੱਲ ਕਿ ਹੋ ਸਕਦਾ ਕਿ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਇਸ ਜਗਿਆਸਾ ਦੇ ਵਿੱਚ ਹੋਣ, ਯਾਰ ਅੰਨਾ ਹਜ਼ਾਰੇ ਸਾਹਿਬ ਨੇ ਕੀ ਲਿਖ ਦਿੱਤਾ, ਹੁਣ ਤਾਂ ਚੁੱਪ ਰਹਿੰਦੇ ਆ। ਮੈਨੂੰ ਚੇਤਾ ਇੱਕ ਵਾਰੀ 2000 ਕਿਲੋਮੀਟਰ ਲੰਬੀ ਉਹਨਾਂ ਨੇ ਯਾਤਰਾ ਕਰਨੀ ਸੀ ਕਿਸਾਨਾਂ ਦੇ ਲਈ, ਖੇਤੀਬਾੜੀ ਦੇ ਲਈ। ਉਹ ਕਹਿੰਦੇ ਸੀ ਮੈਂ ਆਪਣੇ ਪਿੰਡੋਂ ਦਿੱਲੀ ਤੱਕ ਪੈਦਲ ਜਾਣਾ ਹੀ।
ਫਿਰ ਐਨ ਮੌਕੇ ਤੇ ਆ ਕੇ ਇੱਕ ਰਾਤ ਪਹਿਲਾਂ ਕਹਿੰਦੇ ਜੀ ਫਸਲਬਾੜੀ ਦਾ ਟਾਈਮ ਹੈ, ਕਿਸਾਨਾਂ ਨੂੰ ਆਪਾਂ ਇਧਰਲੇ ਪਾਸੇ ਨਹੀਂ ਲਾਉਣਾ, ਪਰ ਮੁੜ ਕੇ ਪਤਾ ਨਹੀਂ, ਚਲੋ ਬਜ਼ੁਰਗ ਬੰਦੇ ਨੇ, ਫੈਸਲਾ ਬਦਲ ਹੋ ਸਕਦਾ। ਪਰ ਜਿਹੜੀ ਹੁਣ ਉਹਨਾਂ ਨੇ ਚਿੱਠੀ ਲਿਖੀ ਆ ਉਹ ਕਹਿੰਦੇ ਜੀ ਅਰਵਿੰਦ ਕੇਜਰੀਵਾਲ, ਮੈਂ ਬਹੁਤ ਆਹਤ ਹੋਇਆ, ਜਾਣੀ ਕਿ ਸ਼ਰਾਬ ਨੀਤੀ ਨਹੀਂ ਠੀਕ, ਸ਼ਰਾਬ ਨੀਤੀ ਤੇ ਜਿਹੜਾ ਰੌਲਾ ਪਿਆ ਨਾ, ਤੁਹਾਡੀ ਪਾਰਟੀ ਦੀ ਸਰਕਾਰ ਤੋਂ ਇਹ ਆਸ ਨਹੀਂ ਸੀ। ਤੁਸੀਂ ਵੀ ਹੁਣ ਬਾਕੀਆਂ ਵਰਗੇ ਹੁੰਦੇ ਜਾਂਦੇ ਹੋ। ਮੈਂ ਪੰਜਾਬੀ 'ਚ ਬੋਲ ਰਿਹਾ ਕਿ ਉਹਨਾਂ ਨੇ ਚਿੱਠੀ 'ਚ ਕੀ ਕੁਛ ਲਿਖਿਆ। ਸਵਰਾਜ ਦੀ ਵੀ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਔਰਤਾਂ ਦੇ ਨਾਲ ਬੜਾ ਧੱਕਾ, ਇੱਦਾਂ ਦੀ ਸ਼ਰਾਬ ਨੀਤੀ ਬਿਲਕੁਲ ਨਹੀਂ ਚਾਹੀਦੀ, ਆਪਾਂ ਇਹ ਕੁਛ ਨਹੀਂ ਕਰ ਸਕਦੇ। ਜੇ ਆਪਾਂ ਬਾਕੀ ਪਾਰਟੀਆਂ ਵਰਗੇ ਬਣਨਾ ਸੀ ਤੇ ਅੰਦੋਲਨ ਦੇ ਵਿੱਚੋਂ ਨਿਕਲ ਕੇ ਪਾਰਟੀ ਬਣਾਉਣ ਦਾ ਜਿਹੜਾ ਉਹ ਫਾਇਦਾ ਕੀ ਸੀ। ਕਈ ਕੁਛ ਆਖਿਆ ਉਹਨਾਂ ਨੇ। ਅੰਨਾ ਹਜ਼ਾਰੇ ਹੋਰਾਂ ਨੇ ਵਿਚਾਰ ਕਰਨੀ ਬਣਦੀ ਹੈ, ਕੇਜਰੀਵਾਲ ਸਾਹਿਬ ਨੂੰ ਜਵਾਬ ਦੇਣਾ ਬਣਦਾ ਸੀ, ਭਾਈ ਜੇ ਦਿੱਤਾ ਤਾਂ ਚੰਗੀ ਗੱਲ ਹੈ। ਪਰ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜੇ ਅੰਨਾ ਹਜ਼ਾਰੇ ਸਾਹਿਬ ਵੀ ਚਿੱਠੀ ਲਿਖਦੇ ਆ, ਜਿੱਦਾਂ ਪੂਰਨ ਰੂਪ ਦੇ ਵਿੱਚ ਸਪਸ਼ਟ ਕਰਦੇ ਆ ਨਾ ਆਮ ਆਦਮੀ ਪਾਰਟੀ ਵਾਲੇ ਬਾਕੀਆਂ ਚੀਜ਼ਾਂ ਨੂੰ, ਕੇਜਰੀਵਾਲ ਸਾਹਿਬ, ਸਿਸੋਦੀਆ ਸਾਹਿਬ, ਬਾਕੀ ਸਾਰੇ ਬੰਦੇ ਬੈਠ ਕੇ ਕਹਿ ਦੇਣ ਕਿ ਭਾਈ ਇੱਦਣ ਨੀਤੀ ਬਣਾਈ ਸੀ, ਉਹਦੇ ਵਿੱਚੋਂ ਆ ਸਾਨੂੰ ਮਾੜਾ ਚੰਗਾ ਲੱਗਾ, ਇੱਦਣ ਬੰਦ ਕਰ ਦਿੱਤੀ ਜਾਂ ਲਾਗੂ ਕਰ ਦਿੱਤੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ, ਬਾਕੀ ਤਾਂ ਕਹਾਣੀ ਕੋਈ ਨਹੀਂ। ਨਹੀਂ, ਇਹ ਤੇ ਗੱਲ ਹੈਗੀ ਆ। ਬਾਕੀ ਚਲੋ ਉਹਨਾਂ ਨੇ ਵੀ ਜ਼ਿਕਰ ਜਿਹੜਾ ਹੁਣ ਇੱਕ ਕਰ ਦਿੱਤਾ, ਇਹ ਗੱਲ ਤੁਰ ਪਈ ਆ। ਇਹਦੇ ਤੇ ਮੇਰੇ ਖਿਆਲ ਨਾਲ ਜਿੰਨੀ ਦੇਰ ਤੱਕ ਕੋਈ ਕਲੀਅਰ ਕੱਟ ਫੈਸਲਾ ਨਹੀਂ ਨਾ ਆਉਂਦਾ ਜੀ, ਉਹ ਚਾਹੇ ਅਦਾਲਤ ਵਾਲੇ ਪਾਸਿਓਂ ਆ ਜਾਏ, ਚਾਹੇ CBI ਦੀ ਜਾਂਚ 'ਚੋਂ ਆ ਜਾਵੇ, ਜਾਂ ਵੈਸੇ ਹੀ ਸਮਾਂ ਪਾ ਕੇ ਲੋਕਾਂ ਦੇ ਸਾਹਮਣੇ ਸੱਚ ਆ ਜਾਵੇ ਕਿ ਅਸਲ ਦੇ ਵਿੱਚ ਕੌਣ ਕਿੱਥੇ ਕਿੰਨਾ ਕੁ ਇਹਦੇ ਵਿੱਚ ਕਾਲਾ ਮਾਲਾ ਕਰ ਗਿਆ, ਜਾਂ ਕਿੰਨੇ ਕੁ ਗੱਲ ਦਾ ਸਿਰਫ ਰੌਲਾ ਹੀ ਸੀਗਾ। ਕਿਉਂਕਿ ਰੌਲਾ ਪੈਣਾ ਤੇ ਉਹਦੀ ਜਾਂਚ ਹੋਣੀ, ਉਸ ਤੋਂ ਬਾਅਦ ਸੱਚ ਸਾਹਮਣੇ ਆਉਣਾ, ਉਹ ਐਸੀਆਂ ਚੀਜ਼ਾਂ ਹੁੰਦੀਆਂ ਵੀ ਜੇ ਤੇ ਤਿੰਨੋਂ ਰਲ ਜਾਣ ਤੇ ਫਿਰ ਸਾਰਾ ਕੁਝ ਸਾਹਮਣੇ ਆ ਜਾਂਦਾ, ਤੇ ਜੇ ਇੱਕ ਅੱਧੀ ਚੀਜ਼ ਵਿੱਚੋਂ ਮਿਸਿੰਗ ਹੋ ਜੇ ਤੇ ਫਿਰ ਲੋਕਾਂ ਦੇ ਮਨ 'ਚ ਸ਼ੱਕ ਰਹਿੰਦਾ। ਹੁਣ ਪਿਛਲੇ ਦਿਨ ਹੀ ਆਪਾਂ ਇਹ ਗੱਲ ਸੁਣੀ ਸੀ ਨਾ ਵੀ 20 ਕਰੋੜ ਦੀ MLA ਦਾ ਰੇਟ, ਜੇ ਨਾਲ ਇੱਕ ਹੋਰ ਲੈ ਆਵੇ ਫਿਰ ਉਹਨੂੰ 25 ਦੇ ਦਿਆਂਗੇ, 5 ਕਹਿੰਦੇ ਕਮਿਸ਼ਨ ਵੀ ਬਣ ਜਾਣਾ ਉਹਦਾ। ਉਸ ਰੌਲੇ ਰੱਪੇ ਤੋਂ ਬਾਅਦ ਕੇਜਰੀਵਾਲ ਸਾਹਿਬ ਆ ਗਏ ਸੀ, ਉਹ ਕਹਿੰਦੇ ਨਹੀਂ 4 ਨਹੀਂ, ਸਾਡੇ ਤਾਂ 40 MLA ਨੂੰ ਮਾਰਾ ਇੱਧਰ ਆਫਰ ਆਈ ਪਈ ਹੈ, ਦੱਸੋ, ਕਹਿੰਦੇ ਵੀ ਆਓ ਚੱਕੋ ਪੈਸੇ ਤੇ ਤੋੜੋ ਪਾਰਟੀ ਤੇ, ਆਪਾਂ ਤੁਹਾਡੀ ਵੱਖਰੀ ਸਰਕਾਰ ਬਣਾ ਦਿੰਦੇ ਹਾਂ। ਉਹਦੇ ਤੇ ਹੁਣ ਕਹਿੰਦੇ ਆ ਵੀ BJP ਦੇ ਜਿਹੜੇ MP ਸਾਹਿਬਾਨ ਨੇ, ਉਹਨਾਂ ਨੇ ਦਿੱਲੀ ਦੇ ਉਪ ਰਾਜਪਾਲ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਮਹਾਰਾਜ ਇਹਦੀ ਹੁਣ ਜਾਂਚ ਪੜਤਾਲ ਕਰਾਓ ਵੀ ਹੈ ਆ ਗੱਲ ਇੱਦਾਂ ਦੀ ਵੀ ਇਹ ਖਰੀਦੋ ਫਰੋਖਤ ਵਾਲਾ ਕੰਮ ਚੱਲਦਾ। ਦੇਖੋ, ਜਿੱਦਾਂ ਆਪਾਂ ਇਹ ਕਿਹਾ ਸੀ ਨਾ ਸ਼ੁਰੂ, ਜਿਹੜੀ ਪਹਿਲੀ ਖਬਰ ਸੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਚੰਗਾ ਕੀਤਾ ਕਿ ਉਹ ਰਾਜਪਾਲ ਸਾਹਿਬ ਕੋ ਗਏ ਆ, ਕਿਉਂਕਿ ਗੱਲ ਕੋਈ ਸ਼ੁਰੂ ਹੁੰਦੀ ਹੈ, ਅੰਤ ਹੋਣਾ ਚਾਹੀਦਾ ਤੇ ਵੇਲੇ ਸਿਰ ਹੋਣਾ ਚਾਹੀਦਾ। ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਆਪਾਂ ਉਹ ਦਿਨ ਬਾਰ-ਬਾਰ ਜ਼ਿਕਰ ਕੀਤਾ ਸੀ ਕਿ ਇਹ ਕੋਈ ਪ੍ਰੈਸ ਕਾਨਫਰੰਸ ਨਹੀਂ ਹੈ, ਇਹ ਕੋਈ ਰੈਲੀ ਦੇ ਵਿੱਚ ਦਿੱਤਾ ਗਿਆ ਭਾਸ਼ਣ ਨਹੀਂ ਹੈ, ਇਹ ਕਿਸੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਹੈ। ਇਹ ਤਾਂ 50 ਸਾਲਾਂ ਨੂੰ ਜਦੋਂ ਦਿੱਲੀ ਦੀ ਵਿਧਾਨ ਸਭਾ ਦਾ ਰਿਕਾਰਡ ਕਢਾ ਕੇ ਕੋਈ ਬੰਦਾ ਰਿਸਰਚ ਕਰੂਗਾ, ਖੋਜ ਕਰੂਗਾ, PhD ਕਰੂਗਾ, ਤੇ ਉੱਥੇ ਜੇ ਰਿਕਾਰਡ 'ਚ ਲਿਖਿਆ ਹੋਊਗਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇੰਨੀ ਤਰੀਕ ਨੂੰ ਕਿਹਾ ਸੀ ਕਿ ਸਾਡੇ ਬੰਦਿਆਂ ਨੂੰ 20 ਕਰੋੜ 'ਚ ਖਰੀਦਣ ਨੂੰ ਫਿਰਦੇ ਆ, ਤੇ ਇੱਕ ਹੋਰ MLA ਜੇ ਉਹ ਬਕਵਾਉਂਦਾ ਤੇ 5 ਕਰੋੜ ਰੁਪਈਆ ਕਮਿਸ਼ਨ ਮਿਲਦਾ, ਉਹ ਚੀਜ਼ਾਂ ਕੋਰਟ ਹੋਣੀਆਂ ਸੀ ਕਿਉਂਕਿ ਰਿਕਾਰਡ 'ਚ ਨੇ। ਆਪਾਂ ਇਹ ਵੀ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਕੋਲ ਜੇ ਕੋਈ ਸਬੂਤ ਹੈ ਤਾਂ ਅਦਾਲਤ 'ਚ ਜਾਣ, ਤੇ ਇਹ ਵੀ ਕਿਹਾ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਵਾਲੇ ਕਿਸੇ ਬੰਦੇ ਨੇ ਇਹ ਕੰਮ ਨਹੀਂ ਕੀਤਾ ਤਾਂ ਮਾਨਹਾਨੀ ਦਾ ਕੇਸ ਕਰ ਦੇਣ ਕੇਜਰੀਵਾਲ ਸਾਹਿਬ ਤੇ, ਕਿਹੜਾ ਪਹਿਲੀ ਵਾਰ ਕਰਨਾ ਹੈ। ਆਹ ਚੰਗਾ ਹੋਇਆ ਕਿ ਦਿੱਲੀ ਦੇ ਵਿੱਚ 7 MP ਨੇ, 7 ਦੇ 7 BJP ਦੇ ਆ, ਨਾ ਕੋ ਆਮ ਆਦਮੀ ਪਾਰਟੀ ਦਾ, ਨਾ ਕੋ ਕਾਂਗਰਸ ਦਾ। ਉਹਨਾਂ ਦੇ ਵਿੱਚ ਇੱਕ ਪੰਜਾਬ ਤੋਂ ਗਏ ਹੋਏ ਹੰਸਰਾਜ ਹੰਸ ਵੀ ਨੇ। ਉਹ ਦਿੱਲੀ ਦੇ 7 ਦੇ 7 ਮੈਂਬਰ ਪਾਰਲੀਮੈਂਟਾਂ ਨੇ ਚੰਗਾ ਕੀਤਾ, MP ਸਾਹਿਬ ਨੇ, ਉਹਨਾਂ ਨੇ ਉਪ ਰਾਜਪਾਲ ਦਿੱਲੀ ਜਿਹੜੇ ਆ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਪਾਈ, ਬੇਨਤੀ ਕੀਤੀ। ਉਹ ਕਹਿੰਦੇ ਜੀ ਬੜਾ ਵੱਡਾ ਇਲਜ਼ਾਮ ਹੈ, ਛੋਟੀ ਗੱਲ ਨਹੀਂ ਹੈ, ਲੋਕਤੰਤਰ ਦੇ ਵਿੱਚ ਐਸੀਆਂ ਚੀਜ਼ਾਂ ਦੇ ਲਈ ਥਾਂ ਨਹੀਂ, ਤੇ ਉਪ ਰਾਜਪਾਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਹੜਾ 20 ਕਰੋੜ ਦਾ ਇਲਜ਼ਾਮ ਲਾਇਆ ਸੀ ਕਿ MLA ਵਿਕਦੇ ਆ 800 ਕਰੋੜ 6300 ਕਰੋੜ 'ਚ 100 ਪਤਾ ਨਹੀਂ 73 ਕਿ 77 MLA ਖਰੀਦੇ ਵੇਚੇ ਗਏ। ਉਹ ਕਹਿੰਦੇ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ 277 100, ਦੇਖੋ ਤੁਸੀਂ ਕਿਆ ਵੱਡੀ ਛੋਟੀ ਰਿਸ਼ਵਤ ਹੈ, 100 MLA ਮੈਂ ਵਿੱਚੋਂ ਮਨਫੀ ਕਰ ਚੱਲਿਆ ਸੀ। ਹੁਣ ਇਹ ਗਲਤ ਗੱਲ ਆ, ਅਸੀਂ ਪੂਰੀ ਨਿਗਾਹ ਰੱਖਦੇ, ਇਦਾਂ ਕਿਦਾਂ ਘਟਾ ਦੇਓ ਤੁਸੀਂ? ਨਹੀਂ ਤੁਸੀਂ, ਮੈਂ ਦੇਖੋ, ਮੈਂ ਤਾਂ ਉਹੀ ਰਕਮ 6300 ਕਰੋੜ ਹੀ ਰੱਖਣੀ ਸੀ, ਬਾਕੀਆਂ 'ਚ ਵੰਡ ਦੇਣੀ ਸੀ। ਵੇਖੋ ਗੱਲ ਇਹ ਆ ਵੀ ਕੋਈ ਆਟੇ ਦਾਲ ਦੀ ਗੱਲ ਹੋਈ ਤੇ ਵੱਖਰੀ ਗੱਲ ਹੈ, MLA ਆ ਮਹਾਰਾਜ, ਇੱਕ MLA ਨੂੰ ਤੁਸੀਂ ਹਟਾਈ ਜਾਂਦੇ। ਨਹੀਂ ਠੀਕ ਹੈ ਜੀ। ਹੁਣ ਚੰਗਾ ਹੋਇਆ ਸੰਧਾਲੀਆ ਸਾਹਿਬ 7 ਮੈਂਬਰ ਪਾਰਲੀਮੈਂਟ ਜਦੋਂ ਮੰਗ ਕਰਦੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੀ ਛੇਤੀ ਦਿੱਲੀ ਦੀ ਸ਼ਰਾਬ ਪਾਲਿਸੀ ਦੀ ਜਾਂਚ ਦੇ ਹੁਕਮ ਦਿੱਤੇ ਸੀ ਨਾ, ਉਪ ਰਾਜਪਾਲ ਸਾਹਿਬ ਇੰਨੀ ਛੇਤੀ ਇਸ ਦੋਸ਼ ਦੇ ਜਾਂਚ ਦੇ ਹੁਕਮ ਦੇ ਦੇਣ, ਮਹੀਨੇ ਖੰਡ ਦੇ ਵਿੱਚ ਜਾਂਚ ਮੁਕੰਮਲ ਹੋਵੇ, ਅਗਲਿਆਂ ਨੂੰ ਵੀ ਕਹਿਣ ਦਿਓ ਸਬੂਤ ਭਾਈ ਤੁਹਾਨੂੰ ਕੌਣ ਖਰੀਦਣ ਆਇਆ ਸੀ, ਕਿਸੇ ਦਾ ਟੈਲੀਫੋਨ ਆਇਆ, ਕੋਈ ਹੋਰ ਬੰਦਾ ਆਇਆ, ਕੋਈ ਆਡੀਓ, ਕੋਈ ਵੀਡੀਓ, ਕੋਈ ਰਿਕਾਰਡਿੰਗ ਹੈ, ਤੇ ਜੇ ਤਾਂ ਇਹ ਸਾਰਾ ਮਸਲਾ ਅਗਲੇ ਪਾਸੇ ਨੂੰ ਚਲੇ ਗਿਆ ਤਾਂ ਠੀਕ ਹੈ। ਬਾਕੀ ਹੰਸਰਾਜ ਹੰਸਰਾ ਨੇ ਵੀ ਕਿਹਾ, ਉਹ ਕਹਿੰਦੇ ਜੀ
ਕਈ ਵਾਰੀ ਬੰਦਾ ਤਾਂ ਵੀ ਰੌਲਾ ਪਾਉਂਦਾ ਹੁੰਦਾ ਕਿ ਭਾਈ ਸਾਡਾ ਵੀ ਕੋਈ ਭਾਅ ਲਾ ਦਿਓ, ਭਾਅ ਕੋਈ ਲਾਉਂਦਾ ਨਹੀਂ ਹੁੰਦਾ। ਕਹਿੰਦੇ ਕਿਤੇ ਇਦਾਂ ਦੀ ਗੱਲ ਤਾਂ ਨਹੀਂ, ਪੰਜਾਬ 'ਚੋਂ ਕਹਿੰਦੇ ਹੋਇਆ ਸੀ ਇੱਕ ਵਾਰੀ। ਤਾਂ ਨਹੀਂ ਉਹ ਆਪਾਂ ਤਾਂ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਕਿਸੇ ਵੇਲੇ ਨਾ ਰੇਟ ਲੱਗੇ ਤੇ ਤਾਂ ਵੀ ਰੌਲਾ ਜਿਹਾ ਪੈ ਜਾਂਦਾ ਵੀ ਇੱਧਰ ਕਹਿੰਦੇ ਆਹ ਕਿਹੜੇ ਕੇਲੇ ਆ, ਵੀ ਆਹ ਕਿਹੜੇ ਕੇਲੇ, ਕਹਿੰਦੇ ਇਹ ਤੇ ਬਹੁਤ ਮਹਿੰਗੇ ਕੇਲੇ ਨੇ, ਇਹਨੂੰ ਹੱਥ ਨਾ ਲਾਓ ਜੀ ਭਾਈ ਸਾਹਿਬ। ਉਹ ਪਤਾ ਬਾਅਦ ਲਾਉਂਦਾ ਵੀ ਮਹਿੰਗੇ ਤਾਂ ਆਖੀ ਉਖੀ ਜਾਂਦੇ ਨੇ ਭਾਈ ਸਾਹਿਬ, ਇਹ ਨਾਲ ਕੋਈ ਵਹਿੰਦਾ ਨਹੀਂ, ਪਿੱਛੇ ਪੈ ਰਹਿ ਗਏ। ਪਰ ਚਲੋ ਜੋ ਵੀ ਆ ਸੱਚ ਝੂਠ ਜਿਹਾ ਸਾਹਮਣੇ ਆ ਜਾਵੇ ਤੇ ਚੰਗੀ ਗੱਲ। ਅੱਗੇ ਆਪਾਂ ਤਦੇ ਬੇਨਤੀ ਕੀਤੀ ਵੀ ਜਦੋਂ ਮਸਲਾ ਇੱਕ ਵਾਰ ਤੁਰਦਾ ਹੈ, ਉਸ ਤੋਂ ਬਾਅਦ ਥੋੜਾ ਥੋੜਾ ਅੱਗੇ ਵੱਧਦਾ ਹੈ, ਉਹਦੇ 'ਚ ਕੋਈ ਨਾ ਕੋਈ ਰੇੜਕਾ ਪੈਂਦਾ, ਰੇੜਕੇ ਤੋਂ ਬਾਅਦ ਫਿਰ ਉਹ ਗੱਲ ਵਿਚਾਲੇ ਹੀ ਰਹਿ ਜਾਂਦੀ ਹੈ। ਅੱਧੇ ਲੋਕਾਂ ਨੂੰ ਹੁੰਦਾ ਵੀ ਉਹ ਸੱਚਾ ਸੀ, ਅੱਧੇ ਲੋਕਾਂ ਨੂੰ ਲੱਗਦਾ ਵੀ ਯਾਰ ਝੂਠਾ ਸੀ। ਉਹ ਕੰਮ ਨਾ ਹੋਵੇ, ਸੱਚ ਦਾ ਸੱਚ, ਝੂਠ ਦਾ ਝੂਠ ਸਾਹਮਣੇ ਆ ਜਾਣਾ ਚਾਹੀਦਾ। ਅੱਛਾ, ਦੂਜੀ ਗੱਲ ਇਹ ਹੈ, ਕੁਲਦੀਪ ਸਿੰਘ ਧਾਲੀਵਾਲ ਸਾਹਿਬ ਮੰਤਰੀ ਨੇ ਜੀ, ਪੰਜਾਬ ਦੇ ਵਿੱਚ ਬੜੇ ਗਰਮ ਨੇ, ਬੜੇ ਸਰਗਰਮ ਨੇ। ਜਿੱਥੇ ਕਿਤੇ ਕੋਈ ਮਸਲਾ ਹੋਵੇ ਉੱਥੇ ਜਾ ਕੇ ਨਜਿੱਠਣ ਦੀ ਕੋਸ਼ਿਸ਼ ਵੀ ਕਰਦੇ ਆ, ਫੈਸਲੇ ਵੀ ਤੁਰੰਤ ਕਰ ਲੈਂਦੇ ਆ। ਹੁਣ ਉਹਨਾਂ ਨੇ ਇੱਕ ਨਵਾਂ ਆਰਡਰ ਕੱਢਿਆ, ਸਾਰੇ DC ਸਾਹਿਬਾਨਾਂ ਨੂੰ ਬੇਨਤੀ ਕਰ ਦਿੱਤੀ ਆ। ਉਹ ਕਹਿੰਦੇ ਗੱਲ ਇਹ ਆ ਕਿ ਵੀ ਜਦੋਂ ਆਪਾਂ, ਜੇ ਮੈਂ ਗਲਤ ਨਹੀਂ ਤੇ 2 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ, ਔਰਤਾਂ ਨੂੰ ਨੁਮਾਇੰਦਗੀ ਮਿਲਦੀ ਹੈ ਕਿ ਵੀ ਪਿੰਡ ਦੇ ਵਿੱਚ ਔਰਤ ਵੀ ਸਰਪੰਚ ਹੋ ਸਕਦੀ ਹੈ ਜੀ, ਹੈ ਨਾ, ਪੰਚ ਹੋ ਸਕਦੀ ਹੈ। ਉਹ ਕਹਿੰਦੇ ਵੀ ਸਰਪੰਚੀ ਤਾਂ ਠੀਕ ਹੈ ਉਹਨਾਂ ਦੇ ਕੋਲ ਹੈ, ਪਰ ਜਦੋਂ ਕਿਤੇ ਓਫੀਸ਼ੀਅਲ ਕੋਈ ਮੀਟਿੰਗ ਹੋਣੀ ਹੁੰਦੀ ਹੈ ਤੇ ਉਹ ਬੀਬੀ ਤਾਂ ਵਿਚਾਰੀ ਘਰੇ ਰੋਟੀਆਂ ਲਾਉਂਦੀ ਹੁੰਦੀ ਆ, ਜਾਂ ਤੇ ਉਹਦੇ ਸਰਪੰਚ ਪਤੀ ਜਾਂ ਸਰਪੰਚ ਭਰਾ ਜਾਂ ਕੋਈ ਹੋਰ ਮਰਦ ਮੈਂਬਰ ਜਿਹੜਾ ਉਹ ਉੱਥੇ ਉਹਨਾਂ ਦੇ ਤੌਰ ਦੇ ਉੱਪਰ ਹਾਜ਼ਰੀ ਭਰਦਾ ਹੁੰਦਾ, ਤੇ ਕਈ ਵਾਰ ਮੋਹਰ ਵੀ ਉਹਨਾਂ ਦੀ ਜੇਬ 'ਚ ਹੁੰਦੀ ਆ, ਤੇ ਓਫੀਸ਼ੀਅਲ ਕੰਮ ਦੇ ਉੱਪਰ ਘੁੱਗੀ ਵੀ ਉਹ ਆਪ ਹੀ ਮਾਰ ਦਿੰਦੇ ਆ। ਉਹ ਕਹਿੰਦੇ ਵੀ ਜਿਹੜੀ ਚੀਜ਼ ਆ ਉਹਨੂੰ ਹੁਣ ਤੁਸੀਂ ਬੰਦ ਕਰ ਦਿਓ। ਆਉਣ ਵਾਲੇ ਜਿੰਨੇ ਵੀ ਸਮੇਂ ਦੇ ਵਿੱਚ ਅਧਿਕਾਰਤ ਮੀਟਿੰਗਾਂ ਹੋਣੀਆਂ ਨੇ, ਉੱਥੇ ਜੇ ਮੰਨ ਲਓ ਕੋਈ ਬੀਬੀ, ਕੋਈ ਮਹਿਲਾ ਸਰਪੰਚ ਆ, ਤੇ ਉਹ ਆਪ ਹਾਜ਼ਰ ਹੋਣੀ ਚਾਹੀਦੀ ਹੈ। ਉਹਦਾ ਨੁਮਾਇੰਦਾ ਜਾਂ ਉਹਦੇ ਘਰੋਂ ਕੋਈ ਜਿਹੜਾ ਉੱਥੇ ਹਾਜ਼ਰ ਨਹੀਂ ਮੰਨਿਆ ਜਾਊਗਾ। ਸੰਧਾਲੀਆ ਸਾਹਿਬ, ਕਈ ਪਾਸੇ ਬਹੁਤ ਰੇੜਕਾ ਪੈ ਜਾਣਾ, ਬਹੁਤ ਖਰਾਬੀ ਹੋਣੀ ਕਈ ਪਾਸੇ। ਡਿਸੀਜ਼ਨ ਚੰਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਜਦ ਕਾਨੂੰਨ ਇਸ ਕਰਕੇ ਬਣਾਇਆ ਕਿ ਔਰਤਾਂ ਨੂੰ ਇਹਦੇ ਵਿੱਚ ਉੱਪਰਲੇ ਪਾਸੇ ਲੈ ਕੇ ਆਉਣਾ, ਡਿਸੀਜ਼ਨ ਮੇਕਿੰਗ ਪਾਵਰ ਉਹਨਾਂ ਨੂੰ ਦੇਣੀ ਆ, ਫੈਸਲਾ ਲੈਣ ਦੀ ਸ਼ਕਤੀ। ਪਰ ਉੱਥੇ ਕਹਾਣੀ ਦੂਜੇ ਪਾਸੇ ਚਲੇਗੀ। ਤੁਸੀਂ ਦੇਖੋ, ਆਮ ਹੀ ਹੁੰਦਾ ਹੈ। ਉਹਨਾਂ ਨੇ ਕਿਹਾ ਜੀ ਸਰਪੰਚ ਦੀ ਜਗ੍ਹਾ ਦੇ ਉੱਤੇ ਵੀ ਪਤੀ, ਪਿਤਾ ਜਾਂ ਘਰ ਵਾਲਾ ਜਿਹੜਾ ਭਰਾ ਕੰਮ ਕਰਦਾ ਹੈ। ਕੌਂਸਲਰ ਦੀ ਜਗ੍ਹਾ ਵੀ ਬਹੁਤ ਸਾਰੇ ਹੋਰ ਚੇਅਰਪਰਸਨ ਬਣਾਈਆਂ ਹੁੰਦੀਆਂ ਬੀਬੀਆਂ, ਉੱਥੇ ਵੀ ਉਹਨਾਂ ਦੇ ਘਰ ਵਾਲੇ ਕੰਮ ਕਰਦੇ ਆ। ਉਹ ਮੀਟਿੰਗਾਂ 'ਚ ਜਾਂਦੀਆਂ ਹੀ ਨਹੀਂ, ਸਰਕਾਰੀ ਮੀਟਿੰਗਾਂ 'ਚ ਵੀ ਆ ਕੇ ਉਹੀ ਬੈਠੀ ਜਾਂਦੇ। ਉਹ ਕਹਿੰਦੇ ਨਹੀਂ, ਹੁਣ ਅਸੀਂ ਖਤਮ ਕਰ ਦਿਆਂਗੇ, ਸਸਪੈਂਡ ਕਰ ਦਿਆਂਗੇ। ਉਹਨਾਂ ਨੇ ਵੀ ਕਿਹਾ ਕਿ ਜੇ ਕਿਸੇ ਅਫਸਰ ਨੇ, ਮੰਨ ਲਓ BDPO ਸਾਹਿਬ ਨੇ ਮੀਟਿੰਗ ਸੱਦੀ ਹੈ, DC ਸਾਹਿਬ ਨੇ ਮੀਟਿੰਗ ਸੱਦੀ ਹੈ, ਤੇ ਉੱਥੇ ਜਾ ਕੇ ਇੱਕ ਬੰਦਾ ਬੈਠਾ ਹੁੰਦਾ, ਜੀ ਤੁਸੀਂ ਕੌਣ ਜੀ? ਮੇਰੇ ਘਰੋਂ ਸਰਪੰਚਣੀ ਆ ਜੀ, ਮੇਰੇ ਘਰੋਂ ਕੌਂਸਲਰ ਆ ਜੀ। ਉਹ ਕਹਿੰਦੇ ਨਹੀਂ, ਜੇ ਕਿਸੇ ਨੇ ਬੈਠਣ ਦਿੱਤਾ ਤੇ ਅਫਸਰ ਤੇ ਕਾਰਵਾਈ ਹੋਊ। ਦੂਸਰੀ ਗੱਲ ਆਮ ਹੀ ਹੈ ਸੰਧਾਲੀਆ ਸਾਹਿਬ, ਮੰਨ ਲਓ ਜਿਹੜਾ ਬੰਦਾ ਸਰਪੰਚੀ ਲੜਨੀ ਚਾਹੁੰਦਾ ਹੈ, ਕੌਂਸਲਰ ਬਣਨਾ ਚਾਹੁੰਦਾ ਹੈ, ਮੰਨ ਲਓ ਰਿਜ਼ਰਵ ਹੋ ਗਈ ਸੀਟ ਔਰਤ ਦੇ ਲਈ, ਘਰੋਂ ਦੇ ਦਿਓ ਜੀ ਇਹਨਾਂ ਨੂੰ, ਇਹਨਾਂ ਦੇ ਘਰੋਂ ਦੇ ਦਿਓ ਟਿਕਟ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਭੈਣ ਜੀ, ਤੁਸੀਂ ਕਾਗਜ਼ ਭਰ ਜਿਓ, ਗੱਲ ਕਿਹੜੀ ਆ, ਬਾਕੀ ਕੰਮ ਅਸੀਂ ਆਪੇ ਕਰ ਲੈਣਾ। ਆਮ ਹੀ ਇਦਾਂ ਹੁੰਦਾ। ਕਈ ਪਿੰਡਾਂ ਦੇ ਵਿੱਚ ਸਰਪੰਚਣੀ ਦੇ ਘਰ ਵਾਲੇ ਦਾ, ਭਰਾ ਦਾ ਜਾਂ ਪਿਤਾ ਦਾ ਨਾਂ ਦਾ ਪਤਾ ਹੁੰਦਾ, ਤੇ ਟੈਲੀਫੋਨ ਕਰਕੇ ਪੁੱਛਦੇ ਹੁੰਦੇ ਯਾਰ ਉਹ ਫਾਰਮ ਤੇ ਲਿਖਣਾ ਆਪਣੇ ਸਰਪੰਚਣੀ ਦਾ ਨਾਂ ਕੀ ਆ? ਸਰਪੰਚਣੀ ਦਾ ਨਾਂ ਹੀ ਨਹੀਂ ਪਤਾ ਹੁੰਦਾ, ਉਹਦੇ ਘਰ ਵਾਲੇ ਦਾ ਨਾਂ ਪਤਾ ਹੁੰਦਾ। ਤੇ ਹੁਣ ਹੋ ਸਕਦਾ ਹੈ ਕਿ ਭਾਈ ਕਈ ਅਸਤੀਫੇ ਵੀ ਦੇ ਜਾਣ ਬੀਬੀਆਂ, ਕਿਉਂਕਿ ਕਈ ਘਰਾਂ ਦੇ ਵਿੱਚ ਵੀ ਇੱਦਾਂ ਹੁੰਦਾ, ਲੈ ਸਾਡੀਆਂ ਬੀਬੀਆਂ ਥੋੜੀ ਸਰਕਾਰੀ ਦਫ਼ਤਰ ਦੇ ਵਿੱਚ ਜਾਣਗੀਆਂ, ਉਹ ਕਿੱਥੇ ਧੱਕੇ ਖਾਂਦੀਆਂ ਫਿਰਨਗੀਆਂ। ਇਦਾਂ ਨਹੀਂ ਗੱਲ ਹੈਗੀ, ਨਹੀਂ ਤਾਂ ਅਸੀਂ ਜਾਣਾ ਹੀ ਨਹੀਂ। ਲੋਕਾਂ ਦੇ ਕੰਮਾਂ ਦੇ ਉੱਤੇ ਵੀ ਪ੍ਰਭਾਵ ਪਊਗਾ, ਪਰ ਕਾਨੂੰਨ ਦੇ ਮੁਤਾਬਕ ਮੈਨੂੰ ਲੱਗਦਾ ਕਿ ਇਹ ਕੰਮ ਹੋਣਾ ਚਾਹੀਦਾ। ਨਹੀਂ ਤਾਂ ਬੀਬੀਆਂ ਨੂੰ ਸਾਰੀ ਉਮਰ ਕਿਸੇ ਨੇ ਉੱਪਰਲੇ ਪਾਸੇ ਉੱਠਣ ਨਹੀਂ ਦੇਣਾ। ਥੋੜਾ ਜਿਹਾ ਹਿਸਾਬ ਕਿਤਾਬ ਜ਼ਰੂਰ ਰੱਖਣਾ ਪਊਗਾ, ਇੱਕ ਵਿੱਥ ਜਿਹੜੀ ਹੈ, ਇੱਕ ਗੈਪ ਜਿਹੜਾ ਉਹ ਕਾਇਮ ਰੱਖ ਕੇ ਜ਼ਰੂਰ ਬੀਬੀਆਂ ਨੂੰ ਕੰਮ ਕਰਨਾ ਪਊਗਾ। ਪਰ ਧਾਲੀਵਾਲ ਸਾਹਿਬ ਸਖਤ ਲੱਗਦੇ ਹੁਣ ਇਸ ਮੱਤੇ ਦੇ। ਨਹੀਂ, ਚੰਗੀ ਗੱਲ ਆ। ਦੇਖੋ, ਕਾਰਨ ਆ ਵੀ ਇਹਦੇ ਨਾਲ ਫਰਕ ਇਹ ਵੀ ਪਊਗਾ ਵੀ ਆਪਾਂ ਪਿਛਲੇ ਸਮੇਂ 'ਚ ਇਹ ਚੀਜ਼ਾਂ ਦੇਖੀਆਂ ਸੀ ਕਿ ਜਿਹੜੀਆਂ ਔਰਤਾਂ ਨੇ, ਮਹਿਲਾਵਾਂ ਨੇ, ਉਹਨਾਂ ਨੂੰ ਜਿਹੜਾ ਕਹਿ ਲਓ ਕਿ ਵੀ ਕਾਨੂੰਨ ਦੇ ਹਿਸਾਬ ਨਾਲ ਤਾਂ ਉਹ ਮੌਕਾ ਮਿਲਿਆ ਕਿ ਵੀ ਹਾਂਜੀ ਤੁਸੀਂ ਵੀ ਨੁਮਾਇੰਦਗੀ ਕਰ ਸਕਦੇ ਹੋ। ਪਰ ਕਾਰਨ ਇਹ ਆ ਵੀ ਹੁਣ ਜੇ ਮੰਨ ਲਓ ਵੀ 10 ਮਹਿਲਾਵਾਂ ਚੁਣੀਆਂ ਨੇ, ਉਹਨਾਂ ਵਿੱਚੋਂ 2 ਜਿਹੜੀਆਂ ਨੇ ਉਹ ਤਾਂ ਆਉਂਦੀਆਂ ਨੇ, 8 ਜਿਹੜੀਆਂ ਨੇ ਉਹਨਾਂ ਦੇ ਘਰੋਂ ਕੋਈ ਪਰਿਵਾਰ ਦਾ ਹੋਰ ਮੈਂਬਰ ਆਉਂਦਾ, ਤੇ ਉਹ ਜਿਹੜੀਆਂ ਦੂਜੀਆਂ 2 ਨੇ ਉਹਨਾਂ ਨੂੰ ਵੀ ਲੱਗਦਾ ਵੀ ਇਹ ਇੱਦਾਂ ਕਿਉਂ ਆ, ਵੀ ਹੈ ਤੇ ਭੈਣ ਜੀ ਹੁਣੀ ਉੱਥੇ ਸਰਪੰਚ, ਤੇ ਇਹ ਆਪ ਭਾਈ ਸਾਹਿਬ ਆ ਜਾਂਦੇ ਨਾਲ, ਤੇ ਵੀ ਗੱਲ ਜੀ ਬਣਦੀ ਨਹੀਂ। ਹੁਣ ਜਦੋਂ ਉੱਥੇ ਉਹ ਸਾਰੀਆਂ ਆਣ ਕੇ ਮਿਲਣਗੀਆਂ, ਬੈਠਣਗੀਆਂ, ਉਹਨਾਂ ਨੂੰ ਲੱਗੂਗਾ ਵੀ ਯਾਰ ਸਾਡੀ ਵੀ ਕੋਈ ਨਾ ਕੋਈ ਸੇ ਹੈਗੀ ਆ। ਚੰਗੀ ਗੱਲ ਹੈ। ਬਾਕੀ ਜਦੋਂ ਇਹ ਪ੍ਰੈਕਟੀਕਲੀ ਸਾਰਾ ਕੁਝ ਹੋਊਗਾ ਉਦੋਂ ਆਪਾਂ ਦੇਖਾਂਗੇ। ਪਰ ਪ੍ਰੈਕਟੀਕਲੀ ਹੁਣ ਛਾਪੇ ਵੱਜਿਆ ਕਰਨੇ ਆ, ਤੇ ਪ੍ਰੈਕਟੀਕਲੀ ਕਹਿੰਦੇ ਵੀ ਬਣਿਆ ਮਾਲ ਵੀ ਚੈੱਕ ਹੋਊਗਾ, ਕੱਚਾ ਮਾਲ ਵੀ ਚੈੱਕ ਹੋਊਗਾ। ਇਹ ਚੇਤਨ ਸਿੰਘ ਜੌੜੇ ਮਾਇਆ ਹੋਰਾਂ ਦਾ ਕਹਿਣਾ, ਸਿਹਤ ਮੰਤਰੀ ਨੇ, ਉਹ ਕਹਿੰਦੇ ਵੀ ਜੇ ਕਿਸੇ ਨੇ ਮਿਲਾਵਟ ਕੀਤੀ ਤੇ ਫਿਰ ਮੈਥੋਂ ਬੁਰਾ ਕੋਈ ਨਹੀਂ ਜੀ। ਨਹੀਂ, ਚੰਗੀ ਗੱਲ ਹੈ ਸੰਧਾਲੀਆ ਸਾਹਿਬ, ਬਣਿਆ ਮਾਲ ਚੈੱਕ ਹੋਣਾ ਚਾਹੀਦਾ, ਸੈਂਪਲ ਨਮੂਨੇ ਲਏ ਜਾਣੇ ਚਾਹੀਦੇ ਆ। ਜੌੜੇ ਮਾਜਰਾ ਸਾਹਿਬ ਦਾ ਫੈਸਲਾ ਵਧੀਆ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਥੋੜੀ ਕਰ ਸਕਦੇ ਆ। ਪਰ
ਤੁਹਾਨੂੰ ਚੇਤਾ ਹੋਣਾ ਪਹਿਲਾਂ ਵੀ ਇੱਕ ਵਾਰੀ ਰੌਲਾ ਪੈਂਦਾ ਸੀ ਕਿ ਸੈਂਪਲ ਚੈੱਕ ਕਿੱਥੇ ਕਰਨੇ ਆ, ਲੈਬੋਰਟਰੀ ਦਾ, ਕਿ ਇੱਕ ਦੁਕਾਨ ਤੇ ਛਾਪਾ ਵੱਜਾ, ਮਹਿਕਮੇ ਵਾਲਿਆਂ ਨੇ ਨਮੂਨੇ ਲਏ, ਨਮੂਨੇ ਲੈ ਕੇ ਭੇਜੇ ਕਿੱਥੇ, ਨਮੂਨੇ ਲੈ ਕੇ ਉਹਦੀ ਜਾਂਚ ਰਿਪੋਰਟ 1 ਦਿਨ 'ਚ ਆਉਂਦੀ ਹੈ, 2 ਦਿਨ 'ਚ ਆਉਂਦੀ ਹੈ, ਹਫ਼ਤੇ ਬਾਅਦ ਆਉਂਦੀ ਹੈ ਕਿ 10 ਦਿਨ ਬਾਅਦ ਆਉਂਦੀ ਹੈ। ਰਿਪੋਰਟ ਸ਼ਾਮ ਤੱਕ ਚਾਹੀਦੀ ਹੈ, ਵੱਧ ਤੋਂ ਵੱਧ ਅਗਲੇ ਦਿਨ ਚਾਹੀਦੀ ਹੈ। ਆਪਣੇ ਕੋਲੇ ਉਹਨਾਂ ਲੈਬੋਰਟਰੀਜ਼ ਦੀ ਗਿਣਤੀ ਘੱਟ ਸੀ। ਮਾਨ ਸਾਹਿਬ ਦੀ ਸਰਕਾਰ ਵਾਲਿਆਂ ਨੇ ਫੈਸਲਾ ਕੀਤਾ ਸੀ, ਇੱਕ ਵਾਰੀ ਕਿਹਾ ਸੀ ਕਿ ਅਸੀਂ ਭਾਈ ਹਰ ਜ਼ਿਲ੍ਹੇ 'ਚ ਲੈਬੋਰਟਰੀਆਂ ਬਣਾਵਾਂਗੇ। ਬਣੀਆਂ ਕਿ ਨਹੀਂ ਬਣੀਆਂ ਦੇਖਣਾ ਜ਼ਰੂਰੀ ਹੈ, ਨਹੀਂ ਤਾਂ ਪਹਿਲਾਂ ਵੀ ਫੈਸਲੇ ਹੁੰਦੇ ਰਹੇ, ਪਹਿਲਾਂ ਵੀ ਕਾਨੂੰਨ ਬਣਦੇ ਰਹੇ, ਪਹਿਲਾਂ ਵੀ ਇੱਦਾਂ ਹੀ ਬਿਆਨ ਦਿੰਦੇ ਜਾਂਦੇ ਰਹੇ, ਪਰ ਬਹੁਤਾ ਕੁਝ ਬਣਦਾ ਨਹੀਂ ਹੁੰਦਾ। ਇੱਕ ਆਪਾਂ ਜ਼ਰੂਰ ਗੱਲ ਸੰਧਾਲੀਆ ਸਾਹਿਬ, ਸਮਾਂ ਥੋੜਾ ਰਹਿ ਗਿਆ, ਕਰ ਲਈਏ। ਭਾਰਤ ਭੂਸ਼ਣ ਆਸ਼ੂ ਸਾਹਿਬ ਦਾ ਜਿਹੜਾ ਕੇਸ ਹੈ ਫੂਡ ਸਪਲਾਈ ਮਹਿਕਮੇ ਵਾਲਾ, ਉਹਦੇ ਵਿੱਚ ਵਿਜੀਲੈਂਸ ਨੂੰ 14 ਸ਼ਿਕਾਇਤਾਂ ਮਿਲੀਆਂ ਜੀ। ਨਵਾਂ ਸ਼ਹਿਰ, ਲੁਧਿਆਣਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਬਲਾਚੌਰ ਤੇ ਕਈ ਹੋਰ ਪਾਸਿਆਂ ਤੋਂ, ਮੁਹਾਲੀ ਤੋਂ ਵੀ। ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਢੋਆ ਢੁਆਈ ਦੇ, ਕਿ ਸਮਾਨ ਮੰਡੀਆਂ ਦੇ ਵਿੱਚੋਂ ਜਿਹੜਾ ਢੋਣਾ ਹੈ ਉਹਦੇ ਟੈਂਡਰ ਜਾਰੀ ਕਰਦੇ ਸੀ, ਪਰ ਫਾਰਮੈਲਿਟੀ ਸੀ। ਜਿਹੜੇ ਵੀ ਬੰਦੇ ਅਪਲਾਈ ਕਰਦੇ ਸੀ ਉਹਨਾਂ ਨੂੰ ਨਹੀਂ, ਆਪਣੇ ਚਹੇਤਿਆਂ ਨੂੰ ਟੈਂਡਰ ਅਲਾਟ ਕਰ ਦਿੰਦੇ ਸੀ। ਕਰੋੜਾਂ ਰੁਪਏ ਦਾ ਘਪਲਾ ਹੋ ਗਿਆ। ਹੁਣ ਕਹਿੰਦੇ ਆ ਜੀ ਵਿਜੀਲੈਂਸ ਇੱਕ ਨਵੀਂ FIR ਦਰਜ ਕਰਨ ਜਾ ਰਹੀ ਹੈ, ਜਿਹਦੇ ਵਿੱਚ ਸਾਬਕਾ ਮੰਤਰੀ ਆਸ਼ੂ ਸਾਹਿਬ ਦਾ ਵੀ ਨਾਂ ਹੋ ਸਕਦਾ, ਤੇ ਪੰਜਾਬ ਦੇ 91 ਅਧਿਕਾਰੀ ਤੇ ਕਰਮਚਾਰੀ ਹੋਣਗੇ। 91 ਜ਼ਿਲ੍ਹੇ ਕਿੰਨੇ ਕਿੰਨੇ ਪੰਜਾਬ ਦੇ, ਇਹਦਾ ਮਤਲਬ ਹੈ ਕਿ ਔਸਤਨ ਹਰ ਜ਼ਿਲ੍ਹੇ ਦੇ ਵਿੱਚੋਂ 3 4 5 ਅਧਿਕਾਰੀ ਵੀ ਹੋ ਸਕਦੇ ਆ, ਜ਼ਿਲ੍ਹਾ ਅਧਿਕਾਰੀ ਵੀ ਨੇ ਉਹਦੇ ਵਿੱਚ। ਹੁਣ ਜੇ 91 ਬੰਦਿਆਂ ਦੇ ਉੱਤੇ ਪਰਚਾ ਹੋ ਗਿਆ, ਜਾਂਚ ਸ਼ੁਰੂ ਹੋ ਗਈ, ED ਵਾਲੇ ਆਪ ਆਪਣਾ ਐਂਗਲ ਲੱਭਦੇ ਫਿਰਦੇ ਆ ਕਿ ਭਾਈ ਪੈਸੇ ਦਾ ਲੈਣ ਦੇਣ 2 ਨੰਬਰ ਦੇ ਵਿੱਚ ਤਾਂ ਨਹੀਂ ਹੋਇਆ, ਮਾਮਲਾ ਦੂਰ 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 ਹੀ ਜਾਂਦਾ ਫਿਰਦਾ। ਇਕੱਠਾ ਕੁੱਠਾ ਕਰ ਲਈਏ ਤਾਂ ਵਧੀਆ। ਨਹੀਂ, ਕੰਮ ਤਾਂ ਵਾਹਵਾ ਵਿਗੜਦਾ ਜਾਂਦਾ। ਹੋ ਸਕਦਾ ਵੀ ਇਹ ਜਿਵੇਂ ਜਿਵੇਂ ਸ਼ਿਕਾਇਤਾਂ ਵੱਧਦੀਆਂ ਜਾਂਦੀਆਂ ਨੇ ਤੇ ਜਿਵੇਂ ਜਿਵੇਂ ਪਰਚੇ ਵੱਧਦੇ ਜਾਂਦੇ ਨੇ, ਉੱਦਾਂ ਕਹਿੰਦੇ ਹੁਣ ਉੱਥੋਂ ਦਰੀ ਤੋਂ ਬੰਦੇ ਘਟਦੇ ਜਾਂਦੇ। ਜਿਹੜੀ ਦਰੀ ਵਿਛਾਈ ਸੀ ਵਿਜੀਲੈਂਸ ਦੇ ਦਫ਼ਤਰ ਦੇ ਅੱਗੇ, ਦਰੀ ਹੈਗੀ ਹੈ ਉਹ ਚਰਚਾ ਉਹੀ ਕਰੀ ਜਾਂਦੇ ਨੇ। ਉਹ ਕਹਿੰਦੇ ਵੀ ਪਹਿਲੇ ਦਿਨ ਕਿਉਂਕਿ ਜਦੋਂ ਰੌਲਾ ਪਿਆ ਉਦੋਂ ਬੰਦੇ ਵਾਹ ਸੀ, ਫਿਰ ਹੌਲੀ ਹੌਲੀ ਉੱਥੋਂ ਘਟਣ ਲੱਗ ਪਏ। ਗੱਲ ਸਿਰਫ ਇੰਨੀ ਆ ਵੀ ਜੇ ਜਿਹੜੀ ਚੀਜ਼ ਸਹੀ ਆ ਸਹੀ ਨੂੰ ਸਹੀ, ਗਲਤ ਨੂੰ ਗਲਤ ਜੇ ਕਹਿਣ ਦੀ ਆਦਤ ਅੱਜ ਵਾਲਿਆਂ ਨੇ ਪਾ ਲਈ, ਵਧੀਆ ਗੱਲ ਹੈ। ਇਸ ਤੋਂ ਪਿਛਲੇ ਕਰ ਲੈਂਦੇ ਤੇ ਅੱਜ ਵਾਲਿਆਂ ਨੂੰ ਲੋਕਾਂ ਨੇ ਜਿਤਾਉਣਾ ਹੀ ਨਹੀਂ ਸੀ, ਪਹਿਲੀ ਗੱਲ ਤੇ ਇਹ। ਦੂਜੀ ਗੱਲ ਇਹ ਵੀ ਜੇ ਅੱਜ ਵਾਲੇ ਵੀ ਹੁਣ ਇਹ ਆਖਣ ਵੀ ਆਪਾਂ ਤਾਂ ਸ਼ੁਰੂ 'ਚ ਤਾਂ ਚੂੜੀ ਪੂਰੀ ਟਾਈਟ ਕਰਨੀ ਆ, ਆਪਾਂ ਇਹਨੂੰ ਇਹ ਦੱਬ ਲੈਣਾ, ਆਪਾਂ ਉਹਨੂੰ ਇਹ ਦੱਬ ਲੈਣਾ, ਮੁੜ ਕੇ ਜਿਹੜਾ ਉਹ ਕੁਛ ਘੁੰਡੀਆਂ ਹੋਰ ਦੀਆਂ ਹੋਰ ਨਿਕਲਦੀਆਂ ਹੋਣ ਤੇ ਉਹ ਜਿਹੜਾ ਵਿਸ਼ਵਾਸ ਟੁੱਟਣਾ ਨਾ, ਉਹਦਾ ਨੁਕਸਾਨ ਹੋ ਸਕਦਾ ਵੀ ਜਿੰਨਾ ਪਹਿਲਿਆਂ ਨੂੰ ਹੋਇਆ ਨਜ਼ਰ ਆਉਂਦਾ ਉਹਨਾਂ ਤੋਂ ਜ਼ਿਆਦਾ ਇਹਨਾਂ ਨੂੰ ਹੋਵੇ। ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਕਿਸੇ ਵੇਲੇ ਹੁੰਦਾ ਵੀ ਸ਼ੁਰੂ ਦੇ ਵਿੱਚ ਤੇ ਬੜਾ ਯਾਰ ਜੁਰਕੇ ਨਾ ਲੱਗੇ ਸੀ ਬੰਦੇ, ਮੁੜ ਕੇ ਯਾਰ ਹੁਣ ਕਰੀਏ ਕਿ ਯਾਰ ਥੱਕ ਗਏ ਯਾਰ, ਟਾਈਮ ਬੜਾ ਹੋ ਗਿਆ ਯਾਰ, ਉਹ ਕੰਮ ਨਾ ਹੋਵੇ। ਨਹੀਂ, ਜਾਂਚ ਮੁਕੰਮਲ ਹੋਣੀ ਚਾਹੀਦੀ ਹੈ, ਵੇਲੇ ਸਿਰ ਮੁਕੰਮਲ ਹੋਣੀ ਚਾਹੀਦੀ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਲਜ਼ਾਮ ਲਾਉਣ ਵਾਲੇ ਠੀਕ ਨੇ ਜਾਂ ਜਿਨ੍ਹਾਂ ਤੇ ਇਲਜ਼ਾਮ ਲੱਗ ਰਿਹਾ ਉਹ ਠੀਕ ਨੇ। ਅੱਧ ਵਿਚਾਲੇ ਕੋਈ ਵੀ ਚੀਜ਼ ਨਹੀਂ ਛੱਡਣੀ ਚਾਹੀਦੀ। ਤੇ ਅਸੀਂ ਆਸ ਕਰਦੇ ਹਾਂ ਕਿ ਭਾਈ ਅੱਧ ਵਿਚਾਲੇ ਕੋਈ ਚੀਜ਼ ਜਿਹੜੀ ਹੈ ਉਹ ਰਹੇ ਬਿਨਾ। ਬਾਕੀ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਹੋਣੀਆਂ। ਸੰਧਾਲੀਆ ਸਾਹਿਬ, ਹਰਜੋਤ ਸਿੰਘ ਬੈਂਸ ਹੋਰੀ ਕਹਿੰਦੇ ਮਿਨਿਸਟਰ ਸਾਹਿਬ ਕਿ 15 ਦਿਨਾਂ ਦੇ ਵਿੱਚ ਨੀਤੀ ਲਾਗੂ ਹੋ ਜੂ। ਵੈਸੇ ਪਹਿਲਾਂ ਵੀ ਬਦਲੀਆਂ ਆਨਲਾਈਨ ਸੀ, ਪਰ ਰੌਲਾ ਰੱਪਾ ਫੇਰ ਪੈਂਦਾ ਸੀ ਕਿਉਂਕਿ ਆਮ ਹੀ ਆ ਨਾ ਕਿ ਜਿਹੜੀ ਕੁਆਰੀ ਲੜਕੀ ਹੈ ਉਹਨੂੰ ਤਰਜੀਹ ਦੇਣੀ ਹੈ, ਜੇ ਕੋਈ ਬੰਦਾ ਅੰਗਹੀਣ ਹੈ ਉਹਨੂੰ ਬਦਲੀ ਪਹਿਲਾਂ ਕਰਨੀ ਹੈ, ਜੇ ਇੱਕੋ ਹੀ ਘਰ ਦੇ 2 ਜੀ ਨੌਕਰੀ ਕਰਦੇ ਉਹਨਾਂ ਨੂੰ ਤਰਜੀਹ ਦੇਣੀ ਹੈ, ਕਿਸੇ ਦੇ ਬੱਚੇ ਛੋਟੇ ਨੇ ਉਹਨੂੰ ਤਰਜੀਹ ਦੇਣੀ ਹੈ, ਕੋਈ ਬੀਬੀ ਵਿਧਵਾ ਹੈ ਉਹਨੂੰ ਤਰਜੀਹ ਦੇਣੀ ਹੈ। ਇੱਕ ਚੀਜ਼ ਵਿੱਚ ਸ਼ਾਮਲ ਕੀਤੀ ਕਿ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਿਸੇ ਦਾ ਪਤੀ ਜੇ ਫੌਜ 'ਚ ਹੈ ਤਾਂ ਉਹਨਾਂ ਨੂੰ ਆਪਾਂ ਭਾਈ ਪਹਿਲ ਦੇ ਆਧਾਰ ਤੇ ਬਦਲੀ ਕਰਨੀ ਹੈ, ਕਿਉਂਕਿ ਕਹਿੰਦੇ ਜੀ ਪਰਿਵਾਰ ਦੇ ਮੈਂਬਰਾਂ ਨੇ ਛੁੱਟੀ ਆਉਣਾ ਹੁੰਦਾ ਤੇ ਜੇ ਪਰਿਵਾਰ ਦੇ ਦੂਜੇ ਜੀ ਦੀ ਨੌਕਰੀ ਦੂਰ ਹੋਵੇ ਤੇ ਜਿਹੜੇ 4 ਦਿਨ ਉੱਥੇ ਇਕੱਠੇ ਨਿਆਣਿਆਂ ਕੋਲ ਰਹਿਣਾ ਉਹ ਵੀ ਨਹੀਂ ਰਿਹਾ ਜਾਂਦਾ। ਹੁਣ ਉਹ ਵੀ ਮੱਤ ਜਿਹੜੀ ਇਹਦੇ ਵਿੱਚ ਜੁੜੀ ਗਈ ਹੈ। ਚਲੋ ਚੰਗੀ ਗੱਲ ਹੈ। ਆਪਾਂ ਤੇ ਆਨੇ ਆ ਵੀ ਜਿਹੜਾ ਸਾਰਾ ਕੁਛ ਹੈ ਜੀ ਉਹ ਸਹੀ ਹੋਵੇ। ਆਪਣੇ ਹੁਣ ਜਾਣ ਦਾ ਵੇਲਾ ਹੋ ਗਿਆ ਬਾਠ ਸਾਹਿਬ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਵੀ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਉਹ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਹੋਰ ਧੰਨਵਾਦ ਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।